ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਇੱਕ ਸੁਪਨ ਸਾਜ਼ ਜੋ ਸੁਪਨਾ ਬੀਜੇ ਆਪਣੀ ਰੀਝ ਦਾ, ਆਪਣੀ ਰੀਝ ਦਾ, ਹਾਂ ਆਪਣੀ ਰੀਝ ਦਾ, ਆਪਣੀ ਰੀਝ ਦਾ, ਹਾਂ ਆਪਣੀ ਰੀਝ ਦਾ। ਲੋਕੀ ਬੀਜਣ ਫਸਲਾਂ ਤੇ ਸੁਪਨੇ ਬੀਜਦਾ, ਸੁਪਨੇ ਬੀਜਦਾ, ਹਾਂ ਸੁਪਨੇ ਬੀਜਦਾ। ਸੁਪਨੇ ਬੀਜਦਾ, ਹਾਂ ਸੁਪਨੇ ਬੀਜਦਾ। ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਆਦਿ ਮਾਨਵ ਤੋਂ ਲੈ ਕੇ ਆਧੁਨਿਕ ਮਾਨਵ ਤੱਕ ਮਨੁੱਖੀ ਸੋਚ ਸ਼ਕਤੀ ਦਾ ਜੋ ਵਿਕਾਸ ਹੋਇਆ ਹੈ, ਉਸਨੇ ਇਸ ਦੇ ਜਿਉਣ ਦੇ ਢੰਗਾਂ 'ਚ ਵੀ ਨਿਰੰਤਰ ਵਿਕਾਸ ਲੈ ਕੇ ਆਂਦਾ ਹੈ। ਜਿਉਂ-ਜਿਉਂ ਮਨੁੱਖ ਦੀ ਸੋਚ ਸ਼ਕਤੀ ਵਿਕਸਿਤ ਹੁੰਦੀ ਗਈ, ਤਿਉਂ-ਤਿਉਂ ਇਹ ਜਿਉਣ ਦੇ ਨਵੇਂ ਵਸੀਲੇ ਘੜਦਾ ਗਿਆ। ਸੋਚ ਸ਼ਕਤੀ ਦੇ ਵਿਕਾਸ ਨੇ ਹੀ ਸੁਪਨੇ ਨੂੰ ਜਨਮ ਦਿੱਤਾ। ਇਹ ਸੁਪਨਾ ਹੀ ਹੈ ਜੋ ਮਨੁੱਖ ਨੂੰ ਜਿਉਣ ਲਈ ਤੇ ਸੰਘਰਸ਼ ਲਈ ਪ੍ਰੇਰਦਾ ਹੈ, ਜਿਸ ਦੇ ਸਦਕੇ ਮਨੁੱਖ ਨੇ ਧਰਤੀ ਨੂੰ ਸਮੁੱਚੀ ਮਨੁੱਖਤਾ ਲਈ ਸਵਰਗ ਦੇ ਰੂਪ ਵਿੱਚ ਚਿਤਰਿਆ। ਤੇ ਅਸੀਂ ਗੱਲ ਕਰਨ ਲੱਗੇ ਹਾਂ ਅਜਿਹੀ ਸੁਪਨਸਾਜ਼ ਦੀ ਤੇ ਉਸ ਦੇ ਸੁਪਨੇ ਦੀ, ਜੋ ਤਕਰੀਬਨ 7 ਦਹਾਕੇ ਬਾਅਦ ਵੀ ਇਤਿਹਾਸ ਦੀ ਪੋਇੰ ਤੇ ਜਿਉਂਦਾ ਹੈ। ਪ੍ਰੀਤਨਗਰ ਸੁਪਨਿਆਂ ਦੀ ਧਰਤੀ। ਉਹ ਸੁਪਨੇ ਜੋ ਸਰਦਾਰ ਗੁਰਬਖਸ਼ ਸਿੰਘ ਹੋਰਾਂ ਨੇ ਸੰਜੋਏ ਤੇ ਪ੍ਰਵਾਨ ਚੜ੍ਹੇ, ਉਹ ਸੁਪਨਿਆਂ ਦੀ ਕਹਾਣੀ। ਜਿਹੜੇ ਸੁਪਨਿਆਂ ਨੂੰ ਲੇਖਕਾਂ ਨੇ ਆਪਣੀਆਂ ਕਹਾਣੀਆਂ ਦੇ ਰਾਹੀਂ, ਆਪਣੇ ਨਾਵਲਾਂ ਦੇ ਰਾਹੀਂ, ਆਪਣੀਆਂ ਕਵਿਤਾਵਾਂ ਦੇ ਰਾਹੀਂ, ਨਾਟਕਾਂ ਦੇ ਰਾਹੀਂ ਪੇਸ਼ ਕੀਤਾ, ਉਹਨਾਂ ਸੁਪਨਿਆਂ ਦੀ ਕਹਾਣੀ ਜਿਨ੍ਹਾਂ ਸੁਪਨਿਆਂ ਨੂੰ ਕਲਾਕਾਰਾਂ ਨੇ ਸੰਜੋਇਆ, ਪ੍ਰਵਾਨ ਚੜ੍ਹਾਇਆ। ਪ੍ਰੀਤਨਗਰ ਮਹਿਜ਼ ਕਿਸੇ ਇੱਕ ਪਿੰਡ ਦਾ ਨਾਮ ਨਹੀਂ ਹੈ, ਇਹ ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ, ਇਹ ਸਾਡੀਆਂ ਜੜ੍ਹਾਂ ਦੀ ਨਿਸ਼ਾਨੀ ਹੈ, ਇਹ ਇੱਕ ਸਾਂਝੀ ਵਾਲਤਾ ਦੀ ਨਿਸ਼ਾਨੀ ਹੈ। ਪ੍ਰੀਤਨਗਰ ਦੀ ਧਰਤੀ, ਜਿਸ ਦੇ ਬਾਰੇ ਅਸੀਂ ਇਹ ਡਾਕੂਮੈਂਟਰੀ ਫਿਲਮ ਸੁਪਨਿਆਂ ਦੀ ਧਰਤੀ ਬਣਾ ਰਹੇ ਹਾਂ, ਪੇਸ਼ ਕਰ ਰਹੇ ਹਾਂ। ਦ ਫੋਰਡ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਅਸੀਂ ਇਸ ਡਾਕੂਮੈਂਟਰੀ ਫਿਲਮ ਨੂੰ, ਜਿਹੜਾ ਕਿ ਸਾਡਾ ਆਪਣਾ ਪ੍ਰੀਤਨਗਰ ਪ੍ਰੋਜੈਕਟ ਹੈ, ਉਸ ਦੇ ਰਾਹੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਰੂਰਲ ਥੀਏਟਰ ਵਿਦ ਐਨ ਐਕਸਪੈਰੀਮੈਂਟਲ ਐਂਡ ਪਲੂਰਲਿਸਟ ਸੈਂਸਿਬਿਲਿਟੀ। ਲੋਕ ਭਾਵਨਾਵਾਂ ਦਾ ਔਰ ਪ੍ਰਯੋਗਵਾਦੀ ਜਿਹੜਾ ਪੇਂਡੂ ਰੰਗਮੰਚ ਹੈ, ਉਸ ਦੀ ਕਹਾਣੀ ਔਰ ਪ੍ਰੀਤਨਗਰ ਦੀ ਲਿਟਰੇਰੀ ਹਿਸਟਰੀ, ਇਹਦੇ ਵਿੱਚ ਕੀ ਕੁਝ ਬਣਿਆ, ਕਿਵੇਂ ਇਹ ਸਿਰਜਿਆ ਗਿਆ, ਪ੍ਰੀਤਨਗਰ ਕਿਵੇਂ ਵਸਿਆ, ਕਿਵੇਂ ਉਜੜਿਆ, ਤੇ ਫਿਰ ਤੋਂ ਕਿਵੇਂ ਇਸ ਦੀ ਨਵੇਂ ਰੂਪ ਵਿੱਚ ਸਿਰਜਣਾ ਹੋਈ, ਉਹ ਸਭ ਕੁਝ ਦੀ ਕਹਾਣੀ ਪ੍ਰੀਤਨਗਰ ਦੀ ਸੁਪਨਿਆਂ ਦੀ ਧਰਤੀ। ਸਾਰੇ ਆਓ ਬਈ ਬਾਹਰ, ਇੱਧਰ ਚਲੋ, ਆ ਕੇ ਸਮਾਨ ਚੁੱਕੋ ਸਾਰਾ, ਆ ਰੱਖੋ ਗੱਡੀ ਦੇ ਵਿੱਚ ਸਾਰਾ ਸਮਾਨ, ਆ ਲਓ, ਆ ਜਾਓ ਇੱਧਰ। ਪੈਰੀ, ਸੋਨੂ, ਗਗਨ, ਚਲੋ, ਜੱਸ, ਆ ਜਤਿੰਦਰ ਭੈਣ ਜੀ ਤੇ ਬਿਰਕ ਨੂੰ ਕਹੋ ਆ ਜਾਣ ਬਾਹਰ ਸਾਰੇ। ਆ ਲੈ ਜਾ ਸੋਨੂ ਬਾਹਰ ਲੈ ਜਾ, ਆ ਜਾਓ ਸਮਾਨ ਚੁੱਕੋ, ਆ ਜਾ ਰਾਤ ਦੇ। ਲਓ ਭਾਜੀ, ਸਾਰਾ ਸਮਾਨ ਲੋਡ ਹੋ ਗਿਆ ਗੱਡੀ 'ਚ। ਭਾਜੀ ਚਲੀਏ ਫਿਰ। ਆ ਚਲੋ, ਸਾਰੀ ਪ੍ਰਾਪਰਟੀ ਚੈੱਕ ਕਰ ਲਓ ਵੀ ਸਾਰਾ ਸਮਾਨ ਰੱਖਿਆ ਗਿਆ। ਸਾਰੀ ਪ੍ਰਾਪਰਟੀ ਭਾਜੀ ਆ ਗਈ ਆ, ਹਾਂ। ਪਰ ਪਾਲੀ ਨਹੀਂ ਆਇਆ ਯਾਰ, ਪਾਲੀ ਹਮੇਸ਼ਾ ਲੇਟ ਹੁੰਦਾ, ਇਹਦਾ ਕੀ ਇਲਾਜ ਕਰੀਏ ਹੁਣ ਦੱਸੋ? ਹੈ ਆ ਗਿਆ ਭਾਜੀ, ਆ ਗਿਆ, ਆ ਗਏ। ਪਾਲੀ ਤੂੰ ਹਮੇਸ਼ਾ ਲੇਟ ਹੁੰਦਾ ਵਾ ਨਾ, ਤੂੰ ਦੱਸ, ਤੂੰ ਮਹਾਰਾਜਾ ਭੂਪਾ ਹੈ ਵੀ ਤੇਰਾ ਮੈਂ ਇੰਤਜ਼ਾਰ ਕਰਦਾ ਰਵਾਂ? ਭਾਜੀ ਉਹ ਤੇਰੀ ਇਹੋ ਸਜ਼ਾ ਹੈ ਵੀ ਆ ਗੰਢ ਕੱਲਾ ਚੁੱਕ ਕੇ ਲੈ ਕੇ ਜਾ, ਚੁੱਕ ਇਹਨੂੰ। ਲਓ ਭਾਜੀ, ਚੱਲ ਚੱਲ, ਹੋਗਾ, ਚੱਲ ਚੁੱਕ ਹੁਣ। ਚੱਲ ਗਤੇ, ਬਾਕੀ ਸਮਾਨ ਚੈੱਕ ਕਰ, ਕੋਈ ਚੀਜ਼ ਰਹਿ ਨਾ ਜਾਏ।
ਗੱਲ ਕਿੱਥੇ ਤੁਸੀਂ ਬੋਲੋ ਮਕਾਣੇ ਚੱਲੇ ਹੋ, ਨਾਟਕ ਕਰਨ ਚੱਲੇ ਹੋ? ਚਲੋ ਸਾਰੇ ਕੋਈ ਗੀਤ ਗੂਤ ਗਾਓ। ਭਾਈ ਮੈਂ ਕਹਾਂ ਚੱਲ ਗਾ। ਠੀਕ ਹੈ, ਮੇਰੇ ਪਿੱਛੇ ਪਿੱਛੇ ਨਾ ਸਾਰੇ ਤਾੜੀਆਂ ਮਾਰ ਕੇ ਨਾਲ ਨਾਲ ਗਾਇਓ, ਠੀਕ ਹੈ? ਇਹਦੇ ਪਿੱਛੇ ਆੜੇ ਪਹਿਲਾਂ ਮਾਰ ਚਲੋ ਚਲੋ ਸ਼ੁਰੂ ਕਰੋ। ਤੰਤਰ ਹੈ ਜੀ ਤੰਤਰ ਹੈ, ਤੰਤਰ ਹੈ ਜੀ ਤੰਤਰ ਹੈ, ਹਾਂਜੀ ਹਾਂਜੀ ਇਹ ਤੰਤਰ ਹੈ, ਹਾਂਜੀ ਹਾਂਜੀ ਇਹ ਤੰਤਰ ਹੈ। ਇਸ ਦੇਸ਼ ਦਾ ਦਰਦਰ ਢਾਂਚਾ, ਇਸ ਦੇਸ਼ ਦਾ ਦਰਦਰ ਢਾਂਚਾ, ਦੇਖੋ ਕਿਵੇਂ ਜਲੰਧਰ ਹੈ, ਦੇਖੋ ਕਿਵੇਂ ਜਲੰਧਰ ਹੈ। ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਇੱਕੋ ਤੋਂ ਜੀਤੇ ਦੇ ਘਰ ਦਾ ਨੀ ਜਦੋਂ ਲੜਦਾ, ਇਹ ਲਾਦੇ ਲਾਦੇ ਘਰ ਦਾ ਨੀ ਜਦੋਂ ਲੜਦਾ, ਇਹ ਲਾਦੇ ਲਾਦੇ ਡਰਾਈਵਰ ਇੱਕ ਮਿੰਟ ਗੱਡੀ ਰੋਕੀ ਭਾਈ ਜ਼ਰਾ। ਓ ਹੈਲੋ, ਸਾਰੇ ਜਣੇ ਇੱਥੇ ਧਿਆਨ ਦਿਓ। ਇਹ ਜਗ੍ਹਾ ਦਾ ਨਾਮ ਹੈ ਰਾਮ ਤੀਰਥ। ਇੱਥੇ ਲਵ ਕੁਸ਼ ਪੈਦਾ ਹੋਏ ਤੇ ਇੱਥੇ ਹੀ ਭਗਵਾਨ ਵਾਲਮੀਕੀ ਜੀ ਨੇ ਰਮਾਇਣ ਲਿਖੀ ਸੀਗੀ। ਆਪਾਂ ਫੇਰ ਕੇ ਦੜਾਵਾਂਗੇ, ਫਿਰ ਮੈਂ ਤੁਹਾਨੂੰ ਸਾਰੀ ਇਹ ਜਗ੍ਹਾ ਅੰਦਰੋਂ ਵਿਖਾ ਕੇ ਲਿਆਵਾਂਗਾ, ਠੀਕ ਹੈ? ਚਲੋ ਬਈ। ਹਾਂਜੀ ਭਾਰਤ ਹੈ ਵਾਂਗ ਮੁੰਦਰੀ, ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ, ਵਿੱਚ ਨਗ ਪੰਜਾਬ ਦਾ। ਭਾਰਤ ਜੇ ਹੈ ਸ਼ਰਾਬ, ਭਾਰਤ ਜੇ ਹੈ ਸ਼ਰਾਬ, ਇਹ ਨਸ਼ਾ ਸ਼ਰਾਬ ਦਾ। ਭਾਰਤ ਹੈ ਵਾਂਗ ਮੁੰਦਰੀ, ਪਾਈਆਂ ਤੇ ਪੰਡਤਾਂ ਦੀਆਂ, ਪਾਈਆਂ ਤੇ ਪੰਡਤਾਂ ਦੀਆਂ, ਗੱਲਾਂ ਵਿੱਚ ਨਾ ਫਸੋ, ਗੱਲਾਂ ਵਿੱਚ ਨਾ ਫਸੋ। ਕੀਤਾ ਹੈ ਕੰਮ ਇਹਨਾਂ ਨੇ, ਕੀਤਾ ਹੈ ਕੰਮ ਇਹਨਾਂ ਨੇ, ਕਦੋਂ ਕੋਈ ਸਵਾਬ ਦਾ। ਭਾਰਤ ਹੈ ਭਾਜੀ ਇਹ ਇੰਨਾ ਸੋਹਣਾ ਆਡੀਟੋਰੀਅਮ ਇਹ ਸੁਣਨੇ ਦੇ ਪਿੰਡ ਵਿੱਚ ਕਿਉਂ ਬਣਾਇਆ? ਇਹ ਗਗਨ, ਜਿਹੜੀ ਤੈਨੂੰ ਸੁੰਨ ਜੀ ਨਜ਼ਰ ਆ ਰਹੀ ਹੈ ਨਾ, ਅਸਲ ਵਿੱਚ ਇਸ ਚੁੱਪ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਛੁਪਿਆ ਹੋਇਆ। ਜਿਹੜੀਆਂ ਸਹੂਲਤਾਂ ਤੁਸੀਂ ਅੱਜ ਸ਼ਹਿਰਾਂ ਵਿੱਚ ਮਾਣਦੇ ਹੋ ਨਾ, ਇਹ ਪਿੰਡ 70 ਸਾਲ ਪਹਿਲਾਂ ਹੰਢਾ ਚੁੱਕਾ ਹੋ। ਭਾਜੀ ਕਿਉਂ ਮਜ਼ਾਕ ਕਰਦੇ ਹੋ? ਇਹ ਕਿੱਦਾਂ ਹੋ ਸਕਦਾ? ਇਹ ਹੋ ਸਕਦਾ ਗੁਰਤੇਜ, ਕਿਉਂਕਿ ਪ੍ਰੀਤਨਗਰ ਮਹਿਜ਼ ਕੋਈ ਪਿੰਡ ਨਹੀਂ ਹੈ, ਇਹ ਇੱਕ ਸੁਪਨਾ ਹੈ, ਪ੍ਰੀਤਾਂ ਦਾ ਸੁਪਨਾ, ਸਾਂਝੀ ਵਾਲਤਾ ਦਾ ਸੁਪਨਾ। ਭਾਜੀ ਬੁਝਾਰਤਾਂ ਕਿਉਂ ਪਾਈ ਜਾ ਰਹੇ ਹੋ? ਖੁੱਲ ਕੇ ਚਾਨਣਾ ਪਾਓ, ਕੀ ਕਹਿਣਾ ਚਾਹੁੰਦੇ ਹੋ? ਲੈ ਬਈ, ਇਦਾਂ ਕਰਦੇ ਵੀ ਹਾਲੇ ਸਾਡੇ ਕੋਲ ਟਾਈਮ ਹੈਗਾ ਵਾ। ਆਓ ਮੇਰੇ ਨਾਲ, ਆਪਾਂ ਚੱਲਦੇ ਹਾਂ ਤੇ ਮੈਂ ਤੁਹਾਨੂੰ ਸਾਰਾ ਪਿੰਡ ਵਿਖਾ ਕੇ ਲਿਆਉਣਾ ਤੇ ਫਿਰ ਆਪਾਂ ਗੱਲਾਂ ਕਰਦੇ ਹਾਂ, ਠੀਕ ਹੈ? ਚਾਹ ਮਕਾ ਲਓ ਆਪਣੀ। ਆਓ ਬਈ, ਆਜੋ। ਇਹ ਦੇਖੋ ਮਹਾਨ ਸਾਹਿਤਕਾਰਾਂ ਦੀਆਂ ਤਸਵੀਰਾਂ, ਤੇ ਇਹ ਨੇ ਉਹ ਸੁਪਨ ਸਾਜ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ, ਜਿਨ੍ਹਾਂ ਨੇ ਪ੍ਰੀਤਨਗਰ ਦਾ ਸੁਪਨਾ ਸਿਰਜਿਆ, ਉਹ ਸੁਪਨੇ ਨੂੰ ਪ੍ਰਵਾਨ ਵੀ ਚੜਾਇਆ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ, ਜਿਨ੍ਹਾਂ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਵਿਖੇ ਹੋਇਆ। ਸਿਆਲਕੋਟ ਵਿਖੇ ਸਰਦਾਰ ਪਸ਼ੌਰਾ ਸਿੰਘ,
ਤੇ ਮਾਤਾ ਮਾਲਣੀ ਦੇ ਘਰ ਇਹਨਾਂ ਦਾ ਜਨਮ ਹੋਇਆ। ਇਹ 2 ਭੈਣਾਂ ਤੇ 3 ਭਰਾ ਸਨ। ਤੇ ਤੁਸੀਂ ਆ ਨਾਲ ਦੀ ਤਸਵੀਰ ਦੇਖ ਰਹੇ ਹੋ ਇੱਧਰ, ਇਹ ਸਾਡੇ ਪੰਜਾਬੀ ਨਾਵਲ ਦੇ ਪਿਤਾਮਾ ਸਰਦਾਰ ਨਾਨਕ ਸਿੰਘ ਦੀ ਤਸਵੀਰ ਹੈ, ਜਿਨ੍ਹਾਂ ਨੇ ਬਹੁਤ ਸਾਰੇ ਨਾਵਲ ਲਿਖੇ, ਜਿਨ੍ਹਾਂ ਦੇ ਨਾਵਲਾਂ ਦੇ ਉੱਤੇ ਫਿਲਮਾਂ ਬਣੀਆਂ, ਟੀਵੀ ਸੀਰੀਅਲ ਬਣੇ, ਕਈ ਨਾਟਕ ਖੇਡੇ ਗਏ ਇਹਨਾਂ ਦੇ ਨਾਵਲਾਂ ਦੇ ਉੱਤੇ। ਇਹਨਾਂ ਨੇ ਕਹਾਣੀਆਂ ਵੀ ਲਿਖੀਆਂ, ਨਾਟਕ ਵੀ ਲਿਖੇ, ਬਹੁਤ ਕੁਝ ਵੱਡਾ ਸਾਹਿਤ ਜਿਹੜਾ ਸਰਦਾਰ ਨਾਨਕ ਸਿੰਘ ਹੋਰਾਂ ਨੇ ਰਚਿਆ। ਤੇ ਇਹਨਾਂ ਦਾ ਘਰ ਵੀ ਪ੍ਰੀਤਨਗਰ ਦੇ ਵਿੱਚ ਹੀ ਹੈ। ਆਪਾਂ ਹੁਣ ਇਹਨਾਂ ਦੇ ਘਰ ਜਾਵਾਂਗੇ ਉੱਧਰ ਪ੍ਰੀਤਨਗਰ ਦੇ ਵਿੱਚ, ਤੇ ਉੱਥੇ ਜਾ ਕੇ ਤੁਹਾਨੂੰ ਮੈਂ ਹੋਰ ਡਿਟੇਲ ਵਿੱਚ ਸਰਦਾਰ ਨਾਨਕ ਸਿੰਘ ਹੋਰਾਂ ਬਾਰੇ ਤੇ ਉਹਨਾਂ ਦੇ ਸਾਹਿਤ ਬਾਰੇ ਆਪਾਂ ਉੱਥੇ ਜਾ ਕੇ ਗੱਲਾਂ ਕਰਾਂਗੇ। ਤੇ ਆਪਾਂ ਸਾਰੇ ਜਣੇ ਚੱਲਦੇ ਹਾਂ, ਸੁਪਨਿਆਂ ਦੀ ਧਰਤੀ ਦੀ ਆਪਾਂ ਸੈਰ ਕਰਦੇ ਹਾਂ। ਇਹ ਸੁਪਨਿਆਂ ਦੀ ਧਰਤੀ ਉਹ ਧਰਤੀ ਹੈ ਜਿੱਥੇ ਪ੍ਰੀਤਾਂ ਦੇ ਸੁਪਨੇ ਸਿਰਜੇ ਗਏ, ਜਿੱਥੇ ਪ੍ਰੀਤਾਂ ਦੇ ਕਾਫਲੇ ਲੱਗਦੇ ਰਹੇ, ਬੱਚਿਆਂ ਦੀਆਂ ਪ੍ਰੀਤਾਂ ਦੇ ਕਾਫਲੇ ਲੱਗਦੇ ਰਹੇ, ਜਿੱਥੇ ਵੱਡਾ ਐਕਟੀਵਿਟੀ ਸਕੂਲ ਬਣਿਆ। ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿ ਕਿਸੇ ਹੋਸਟਲ ਦਾ ਸੁਪਨਾ ਲੈਣਾ ਵੀ ਕੋਈ ਜਿਹੜਾ ਕਿ ਛੋਟੀ ਜੀ ਗੱਲ ਨਹੀਂ ਸੀਗੀ, ਔਰ ਉਦੋਂ ਇੱਥੇ ਹੋਸਟਲ ਬਣਿਆ। ਬਹੁਤ ਕੁਝ ਇਹੋ ਜਿਹਾ ਇੱਥੇ ਸਿਰਜਿਆ ਗਿਆ ਜਿਹੜਾ ਕਿ ਸਾਨੂੰ ਲੱਗਦਾ ਕਿ ਸੁਪਨਿਆਂ ਵਾਂਕਣ ਹੈ, ਜਿਹੜਾ ਕਿ ਅੱਜ ਬਹੁਤ ਕੁਝ ਇੱਥੇ ਢਹਿ ਢੇਰੀ ਹੋ ਚੁੱਕਾ ਹੈ, ਖਤਮ ਵੀ ਹੋ ਚੁੱਕਾ, ਕਿਉਂਕਿ ਬਹੁਤ ਵਾਰ ਪ੍ਰੀਤਨਗਰ ਨੂੰ ਵਕਤ ਦੀ ਮਾਰ ਪਈ, ਵਕਤ ਦੀ ਮਾਰ ਝੱਲਣੀ ਪਈ ਪ੍ਰੀਤਨਗਰ ਨੂੰ। ਸੋ ਆਪਾਂ ਸੁਪਨਿਆਂ ਦੀ ਧਰਤੀ ਦੀ ਸੈਰ ਕਰਦੇ ਹਾਂ ਤੇ ਪ੍ਰੀਤਾਂ ਦੇ ਵਣਜਾਰਿਆਂ ਨੂੰ ਆਪਾਂ ਸਿਜਦਾ ਵੀ ਕਰਦੇ ਹਾਂ। ਆਓ ਚੱਲੀਏ। ਅੱਠ ਸਾਲ ਦੀ ਉਮਰ ਵਿੱਚ ਪਿਤਾ ਜੀ, ਜੋ ਆਪ 3 ਭਰਾਵਾਂ ਦੇ ਪਰਿਵਾਰਾਂ ਵਿੱਚੋਂ ਇਕਲੌਤੀ ਔਲਾਦ ਸਨ, ਉਹਨਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਇੱਕ ਬਜ਼ੁਰਗ ਦਾਦਾ, ਚਾਚਾ, 2 ਵਿਧਵਾ ਦਾਦੀਆਂ, ਇੱਕ ਵਿਧਵਾ ਮਾਂ, 2 ਭੈਣਾਂ ਤੇ 2 ਭਰਾਵਾਂ ਵਾਲੇ ਇਸ ਪਰਿਵਾਰ ਨੂੰ ਆਈਆਂ ਆਰਥਿਕ ਤੰਗੀਆਂ ਦੇ ਬਾਵਜੂਦ ਇਹਨਾਂ ਨੇ ਸਿਦਕ ਨਾ ਹਾਰਿਆ। ਇਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਪਹਿਲਾਂ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਵਿੱਚ ਪੜ੍ਹੇ। ਇਸੇ ਦੌਰਾਨ 1912 ਵਿੱਚ ਉਹਨਾਂ ਦਾ ਵਿਆਹ ਸਰਦਾਰਨੀ ਜਗਜੀਤ ਕੌਰ ਨਾਲ ਹੋਇਆ, ਜਿਨ੍ਹਾਂ ਦਾ ਪੇਕਾ ਨਾਂ ਸ਼ਿੱਦੇ ਸੀ। ਮੁੜ ਆਈ ਆਰਥਿਕ ਤੰਗੀ ਕਾਰਨ ਉਹਨਾਂ ਨੇ ਫੌਜ ਦੇ ਕਮਿਸ਼ਨਰੇਟ ਵਿੱਚ ਛੋਟੀ ਜਿਹੀ ਨੌਕਰੀ ਕਰ ਲਈ, ਪਰ ਕੁਝ ਕਰ ਬਣਨ ਦੀ ਰੀਝ ਸਦਕਾ ਉਹ ਸੀਮਤ ਜਿਹੇ ਭਾਰਤੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਵਾਲੇ ਥਾਮਸਨ ਇੰਜੀਨੀਅਰਿੰਗ ਕਾਲਜ, ਅੱਜ ਦੀ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ, ਰੁੜਕੀ ਵਿਖੇ ਪੜ੍ਹੇ। ਫਿਰ ਪਹਿਲੀ ਸੰਸਾਰ ਜੰਗ ਵਿੱਚ ਉਹ 1918 ਵਿੱਚ ਫੌਜ ਦੇ ਇੰਜੀਨੀਅਰ ਵਜੋਂ ਈਰਾਨ ਤੇ ਇਰਾਕ ਵਿੱਚ ਚਲੇ ਗਏ। ਇਸ ਤੋਂ ਬਾਅਦ 1919 ਵਿੱਚ ਉਹ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਵਿੱਚ ਇੰਜੀਨੀਅਰਿੰਗ ਦੀ ਵੱਡੀ ਪੜ੍ਹਾਈ ਕਰਨ ਲਈ ਗਏ। ਇੱਥੇ ਜਾ ਕੇ ਉਹਨਾਂ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਵਿੱਚ ਇੱਕ ਨਵਾਂ ਮੋੜ ਆਇਆ। ਇੱਥੇ ਉਹਨਾਂ ਨੂੰ ਪ੍ਰੋਫੈਸਰ ਰਿਗਸ, ਮਿਸਿਸ ਮੈਕਾਰਟੀ ਅਤੇ ਹੈਰਲਡ ਇਆਗੋ ਜਿਹੇ ਬੁੱਧੀਜੀਵੀ ਮਿਲੇ। ਮਿਸਿਸ ਮੈਕਾਰਟੀ ਨੂੰ ਉਹਨਾਂ ਨੇ ਅੰਗਰੇਜ਼ੀ ਵਿੱਚ ਲਿਖੀ ਆਪਣੀ ਕਹਾਣੀ ਭੁੱਖੀ ਆਤਮਾ ਪੜ੍ਹਾਈ। ਹੈਰਲਡ ਇਆਗੋ ਅਮਰੀਕਾ ਦਾ ਇੱਕ ਬਹੁਤ ਵੱਡਾ ਨਾਟਕਕਾਰ ਸੀ, ਜਿਸ ਨੇ ਗੁਰਬਖਸ਼ ਸਿੰਘ ਹੋਰਾਂ ਨੂੰ ਲਿਖਣ ਲਈ ਪ੍ਰੇਰਿਆ। ਅਮਰੀਕਾ ਵਿੱਚ ਰਹਿੰਦਿਆਂ ਜਦੋਂ ਵੀ ਪਰਿਵਾਰ ਦੀ ਯਾਦ ਆਉਂਦੀ ਤਾਂ ਉਹ ਆਪਣੀ ਪਤਨੀ ਨੂੰ 60 ਸਫ਼ਿਆਂ ਦੇ ਖੱਤ ਲਿਖਦੇ, ਜਿਸ ਦੇ ਸਦਕਾ ਉਹਨਾਂ ਦੇ ਅੰਦਰ ਲਿਖਣ ਕਲਾ ਦਾ ਬੀਜ ਪੁੰਗਰਿਆ। ਤੇ ਉਹਨਾਂ ਨੇ ਅਮਰੀਕਾ ਵਿੱਚ ਰਹਿੰਦਿਆਂ ਹੀ ਸਭ ਤੋਂ ਪਹਿਲਾਂ ਅੰਗਰੇਜ਼ੀ ਵਿੱਚ 3 ਨਾਟਕ ਰਾਜਕੁਮਾਰੀ ਲਤਿਕਾ, ਪ੍ਰੀਤਮਣੀ ਅਤੇ ਪ੍ਰੀਤ ਮੁਕਟ ਲਿਖੇ। ਇਹਨਾਂ ਤੋਂ ਪ੍ਰਭਾਵਿਤ ਹੋ ਕੇ ਹੈਰਲਡ ਇਆਗੋ ਤੇ ਹੋਰ ਸੱਜਣਾ ਮਿੱਤਰਾਂ ਨੇ ਉਹਨਾਂ ਨੂੰ ਪ੍ਰੇਰਿਆ ਕਿ ਉਹ ਆਪਣੇ ਮੁਲਕ ਵਾਪਸ ਜਾ ਕੇ ਆਪਣੇ ਲੋਕਾਂ ਲਈ ਸਾਹਿਤ ਰਚਣ। ਇਸ ਉਪਰੰਤ ਉਹਨਾਂ ਨੇ ਦੁਨੀਆ ਦੇ ਮਹਾਨ ਸਾਹਿਤਕਾਰਾਂ ਤੇ ਚਿੰਤਕਾਂ ਦੀਆਂ ਲਿਖਤਾਂ ਪੜ੍ਹੀਆਂ, ਜਿਨ੍ਹਾਂ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਪਾਇਆ। ਸੁਪ੍ਰਸਿੱਧ ਅਮਰੀਕੀ ਕਵੀ ਵਾਲਟ ਵਿਟਮੈਨ ਦੀ ਕਿਤਾਬ ਘਾਹ ਦੀਆਂ ਪੱਤੀਆਂ ਵਿੱਚ ਦਿੱਤੇ ਗਏ ਮਨੁੱਖਤਾ ਦੀ ਸਰਵ ਵਿਆਪੀ ਸਾਂਝ ਦੇ ਸੰਕਲਪ ਨੇ ਉਹਨਾਂ ਉੱਤੇ ਡੂੰਘਾ ਪ੍ਰਭਾਵ ਪਾਇਆ। ਨਾਲ ਹੀ ਉਹਨਾਂ ਨੇ ਪੱਛਮੀ ਸੱਭਿਅਤਾ ਵਿੱਚ ਮੁਨਾਫੇ ਦੀ ਹਵਸ ਅਧੀਨ ਹੋ ਰਹੇ ਤੇਜ਼ ਸਨਅਤੀਕਰਨ ਤੋਂ ਚਿੰਤਾਤੁਰ ਹੋਏ ਸੁਪ੍ਰਸਿੱਧ ਸਮਾਜ ਆਲੋਚਕ ਹੈਨਰੀ ਥੋਰੋ ਵੱਲੋਂ ਲਿਖੀ ਗਈ ਪੁਸਤਕ ਵਾਲਡਨ ਪੜ੍ਹੀ,
ਜਿਸ ਵਿੱਚ ਲੇਖਕ ਨੇ ਅਮਰੀਕਾ ਦੇ ਮੈਸਾਚੂਸਟਿਸ ਰਾਜ ਵਿਚਲੇ ਕਨਕਾਰਡ ਇਲਾਕੇ ਦੇ ਇੱਕ ਵਾਲਡਨ ਨਾਮੀ ਤਲਾਅ ਕੰਢੇ ਕੀਤੇ ਵਾਸ ਦੇ ਅਨੁਭਵ ਬਿਆਨ ਕੀਤੇ ਹਨ। ਉਹਨਾਂ ਦਾ ਵੀ ਇਹਨਾਂ ਦੇ ਮਨ ਉੱਤੇ ਡੂੰਘਾ ਅਸਰ ਹੋਇਆ। 1924 ਵਿੱਚ ਭਾਰਤ ਵਾਪਸ ਪਰਤਦਿਆਂ ਸਭ ਤੋਂ ਪਹਿਲਾਂ ਉਹਨਾਂ ਨੇ ਰੇਲਵੇ ਵਿੱਚ ਨੌਕਰੀ ਕੀਤੀ, ਜਿੱਥੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਮਿਲੀ। ਪਰੰਤੂ ਸਾਦਾ ਜੀਵਨ ਉੱਚ ਵਿਚਾਰ ਦਾ ਫਲਸਫੇ ਦੇ ਧਾਰਨੀ ਸਰਦਾਰ ਗੁਰਬਖਸ਼ ਸਿੰਘ ਹੋਰਾਂ ਨੂੰ ਇਹ ਸਭ ਰਾਸ ਨਾ ਆਇਆ ਅਤੇ ਉਹਨਾਂ ਨੇ ਉੱਤਰ ਪੱਛਮੀ ਸੀਮਾ ਪ੍ਰਾਂਤ ਦੇ ਨੌਸ਼ਹਿਰਾ, ਹੁਣ ਪਾਕਿਸਤਾਨ ਵਿੱਚ ਦੇ ਨੇੜੇ ਅਕਾਲੀ ਫੂਲਾ ਸਿੰਘ ਦੀ ਸਮਾਧ ਦੇ ਲਾਗੇ ਕੱਚੇ ਕੋਠਿਆਂ ਵਿੱਚ ਆਵਾਸਾ ਕੀਤਾ। ਇੱਥੇ ਉਹਨਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ। ਇਸ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਵਿਦੇਸ਼ ਵਿੱਚੋਂ ਜੌਨ ਡੀਅਰ ਨਾਮ ਦਾ ਟਰੈਕਟਰ ਮੰਗਵਾਇਆ। ਪਰ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਪੁੰਗਰ ਰਹੇ ਸਨ, ਜਿਨ੍ਹਾਂ ਨੂੰ ਉਹ ਹਰ ਇੱਕ ਨਾਲ ਸਾਂਝਾ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੇ ਮਿੱਤਰ ਹੈਰਲਡ ਇਆਗੋ ਦੀ ਪ੍ਰੇਰਨਾ ਸਦਕਾ ਨੌਸ਼ਹਿਰੇ ਤੋਂ ਹੀ ਸਤੰਬਰ 1933 ਵਿੱਚ ਇੱਕ ਪੱਤਰਿਕਾ ਕੱਢੀ, ਜਿਸ ਦਾ ਨਾਮ ਸੀ ਪ੍ਰੀਤ ਲੜੀ। ਮੁੱਢਲੇ ਦਿਨਾਂ ਵਿੱਚ ਇਸ ਪੱਤਰਿਕਾ ਦੀ ਛਪਾਈ ਦਾ ਕੰਮ ਪੰਜਾਬੀ ਦੇ ਸਿਰਮੌਰ ਸਾਹਿਬਕਾਰ ਭਾਈ ਵੀਰ ਸਿੰਘ ਜੀ ਵੱਲੋਂ ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ ਵਜ਼ੀਰ ਹਿੰਦ ਪ੍ਰੈਸ ਹੀ ਪੂਰਾ ਕਰਦਾ ਰਿਹਾ। ਮੁਨਾਫੇ ਜਾਂ ਰੋਜ਼ੀ ਦੀ ਗਰਜ ਇਸ ਪੱਤਰ ਦੀ ਕਰਤਾ ਨਹੀਂ, ਇਸ ਦੀ ਕਰਤਾ ਉਹ ਉਮੰਗ ਹੈ, ਇਸ਼ਕ ਹੈ, ਜਿਸ ਦੀ ਭੁੱਖ ਵਸਲ ਦੀ ਅਮੁਕ ਹੋਵੇ, ਜਿਸ ਦੀ ਗੱਲ ਲੱਗਣੇ ਦੀ ਲਾਲਸਾ, ਬ੍ਰਹਿਮੰਡ ਦੇ ਲੁਕੇ ਉਗਾੜੇ ਹੁਸਨਾ, ਮਹਿਜ ਬੀਨਾ ਗੱਲ ਬਾਹੀਂ ਪਾਵੇ, ਜਿਹਦੀ ਸੋ ਹਰ ਧੜਕਦੇ ਦਿਲ ਚੋਂ ਸੁਨੀਂਦੀ ਹੋਵੇ। ਉਹ ਉਮੰਗ ਜਿਸ ਨੂੰ ਕਾਲ ਹੈ ਮਿਲਾਪ ਦੀ, ਜਿਸ ਨੂੰ ਵੇਲ ਨਹੀਂ ਬਹਿਸ ਦੀ, ਜਿਹੜੀ ਬੇਕਲ ਹੈ ਦਰਸ ਲਈ। ਪ੍ਰੀਤ ਲੜੀ ਦੀ ਸ਼ੁਰੂਆਤ ਸਮੇਂ ਪੰਜਾਬੀ ਦਾ ਪੱਧਰ ਬਹੁਤ ਨੀਵਾਂ ਸੀ। ਇਸ ਨੂੰ ਉਸ ਵੇਲੇ ਗਵਾਰਾਂ ਦੀ ਬੋਲੀ ਕਿਹਾ ਜਾਂਦਾ ਸੀ। ਪ੍ਰੀਤ ਲੜੀ ਨੇ ਹੀ ਪੰਜਾਬੀ ਮਾਂ ਬੋਲੀ ਨੂੰ ਇੱਕ ਨਵਾਂ ਮੁਕਾਮ ਤੇ ਅਦਬ ਬਖਸ਼ਿਆ। ਪ੍ਰੀਤ ਲੜੀ ਨਿਕਲਣ ਵੇਲੇ ਪੰਜਾਬੀ ਪੱਤਰਕਾਰੀ ਦਾ ਮੁਹਾਨ ਮੁੱਖ ਰੂਪ ਵਿੱਚ ਧਾਰਮਿਕ, ਅਧਿਆਤਮਕ ਅਤੇ ਕੁਝ ਹੱਦ ਤੱਕ ਦੇਸ਼ ਭਗਤੀ ਵਾਲਾ ਸੀ। ਤਰਨ ਨਿਰਲੇਪ ਸੈਕੂਲਰ ਪੱਤਰਕਾਰੀ ਦੀ ਲੀਹ ਤੋਰਨ ਵਾਲਾ ਇਹ ਪਹਿਲਾ ਪੰਜਾਬੀ ਪੱਤਰ ਸੀ। ਇਹ ਉਹ ਪੱਤਰ ਸੀ ਜਿਸ ਨੂੰ ਹਰ ਇੱਕ ਧਰਮ ਦੇ ਲੋਕਾਂ ਨੇ ਪੜ੍ਹਿਆ। ਪ੍ਰੀਤ ਲੜੀ ਪੰਜਾਬੀ ਦਾ ਪਹਿਲਾ ਪੱਤਰ ਸੀ ਜਿਸ ਨੇ ਵਿਗਿਆਨ ਦੇ ਵਿਸ਼ੇ ਉੱਤੇ ਬੜੇ ਸਾਊ ਢੰਗ ਨਾਲ ਲਿਖਿਆ। ਇਹੀ ਪਹਿਲਾ ਪੱਤਰ ਸੀ ਜਿਸ ਨੇ ਭਾਵ ਸਾਹਿਤ ਦੇ ਨਾਲ-ਨਾਲ ਗਿਆਨ ਸਾਹਿਤ ਵੀ ਸਿਰਜਿਆ। ਪ੍ਰੀਤ ਲੜੀ ਸਭ ਤੋਂ ਪਹਿਲਾ ਪੱਤਰ ਸੀ ਜੋ ਕਿ ਭਾਰਤ ਦੀ ਹੱਦ ਲੰਘ ਕੇ ਬਾਹਰ ਗਿਆ। ਸਤੰਬਰ 1933 ਵਿੱਚ ਛਪਣ ਵਾਲੇ ਪ੍ਰੀਤ ਲੜੀ ਦੇ ਪਹਿਲੇ ਅੰਕ ਦੇ ਲੇਖਕਾਂ ਵਿੱਚੋਂ ਖੁਦ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ, ਉਹਨਾਂ ਦੇ ਅਮਰੀਕੀ ਨਾਟਕਕਾਰ ਮਿੱਤਰ ਹੈਰਲਡ ਇਆਗੋ ਤੋਂ ਇਲਾਵਾ ਮਿਸ ਰਿਹਾਨ ਤਸਬ, ਕਾਰਲ ਰੂਫਸ, ਸ਼੍ਰੀ ਵਾਸੁਦੇਵ ਆਦਿ ਦੇ ਨਾਮ ਵਰਣਨਯੋਗ ਹਨ। ਗੁਰਬਖਸ਼ ਸਿੰਘ ਜੀ ਦਾ ਵੱਡਾ ਸਪੁੱਤਰ ਨਵਤੇਜ ਪਹਿਲੀ ਵਾਰ ਪ੍ਰੀਤ ਲੜੀ ਵਿੱਚ ਉਦੋਂ ਛਪਿਆ ਜਦੋਂ ਉਸ ਦੀ ਉਮਰ ਮਹਿਜ਼ 8 ਸਾਲ ਦੀ ਸੀ। ਨਵੰਬਰ 1933 ਦੇ ਅੰਕ ਵਿੱਚ ਉਸ ਦੀ ਇੱਕ ਕਵਿਤਾ ਛਪੀ, ਗੁਰੂ ਨਾਨਕ ਆਜਾ। ਗੁਰੂ ਨਾਨਕ ਆਜਾ, ਹੁਣ ਆਜਾ ਗੁਰੂ ਜੀ ਆਜਾ, ਤੇਜ ਨੂੰ ਵੀ ਸਿੱਧੇ ਰਾਹ ਪਾ ਜਾ। ਗੁਰੂ ਨਾਨਕ ਆਜਾ, ਹੁਣ ਆਜਾ ਗੁਰੂ ਜੀ ਆਜਾ, ਗੁਰੂ ਨਾਨਕ ਆਜਾ, ਹੁਣ ਆਜਾ ਗੁਰੂ ਜੀ ਆਜਾ। ਪ੍ਰੀਤ ਲੜੀ ਦੇ ਦਸੰਬਰ 1933 ਵਾਲੇ ਅੰਕ ਵਿੱਚ ਲਾਲਾ ਧਨੀਰਾਮ ਚਾਤਰਿਕ ਜੀ ਦੀਆਂ ਕਵਿਤਾਵਾਂ ਇੱਕ ਜੋਤ ਦੋਏ ਮੂਰਤ ਅਤੇ ਜੰਗਲੀ ਫੁੱਲਾਂ ਦਾ ਖੇੜਾ ਛਪੀਆਂ। ਜਨਵਰੀ 1934 ਦੇ ਅੰਕ ਵਿੱਚ ਪੰਜਾਬੀ ਸਾਹਿਤ ਦੇ ਮਹਾਨ ਕਵੀ ਵਿਦਾਤਾ ਸਿੰਘ ਤੀਰ ਦੀ ਕਵਿਤਾ ਪਤਝੜ ਦਾ ਮਰਿਆ ਬੂਟਾ ਛਪੀ। ਤੱਕਦਾ ਜਾਵੀਂ ਮੇਰੇ ਵੱਲ ਵੀ ਉਹ ਰਾਹ ਜਾਂਦੇ ਰਾਹੀ, ਮੈਂ ਪਤ ਚੜਿਆ ਦੇਵਾਂ ਦੁਹਾਈਆਂ, ਪਤਝੜ ਨੇ ਪਤ ਲਾਹੀ। ਨਾ ਉਹ ਸੋਹ ਸ਼ਿੰਗਾਰ ਰਿਹਾ ਅੱਜ, ਨਾ ਰਹੀਆਂ ਉਹ ਮਹਿਕਾਂ, ਬਹੁਤ ਉਸ ਪਤਝੜ ਨੇ ਮੇਰੀ
ਲੁੱਟ ਲਈ ਪਾਤਸ਼ਾਹੀ। ਨਵਤੇਜ ਸਿੰਘ ਦੇ ਕਹਾਣੀਕਾਰ ਦੇ ਤੌਰ ਤੇ ਉੱਭਰਨ ਦੀਆਂ ਸੰਭਾਵਨਾਵਾਂ ਉਸ ਵੇਲੇ ਬਣੀਆਂ ਜਦੋਂ ਫਰਵਰੀ 1934 ਵਿੱਚ ਉਸ ਦੀ ਪਹਿਲੀ ਕਹਾਣੀ ਪਗਨ ਹਿਰਦੇ ਪ੍ਰੀਤ ਲੜੀ ਵਿੱਚ ਛਪੀ। ਪੰਜਾਬੀ ਲੋਕ ਸਾਹਿਤ ਨੂੰ ਸਭ ਤੋਂ ਮਹੱਤਵਪੂਰਨ ਦੇਣ ਪ੍ਰੀਤ ਲੜੀ ਪੱਤਰਕਾਰ ਦੀ ਇਹ ਰਹੀ ਕਿ ਅਪ੍ਰੈਲ 1934 ਦੀ ਪ੍ਰੀਤ ਲੜੀ ਵਿੱਚ ਪੰਜਾਬੀ ਲੋਕ ਸਾਹਿਤ ਦੇ ਵਿਦਵਾਨ ਦਵਿੰਦਰ ਸਤਿਆਰਥੀ ਦਾ ਕਾਲਮ ਸਾਡੇ ਪੇਂਡੂ ਗੀਤ ਛਪਣਾ ਸ਼ੁਰੂ ਹੋਇਆ, ਜਿਸ ਵਿੱਚ ਅਨੇਕਾਂ ਤਰ੍ਹਾਂ ਦੀਆਂ ਲੋਕ ਸਾਹਿਤ ਵੰਨਗੀਆਂ ਛਪਦੀਆਂ ਸਨ। ਪੰਜਾਬੀ ਸਾਹਿਤ ਦੇ ਮਹਾਨ ਨਾਵਲਕਾਰ ਸਰਦਾਰ ਨਾਨਕ ਸਿੰਘ ਹੁਰਾਂ ਨੂੰ ਆਪਣੀ ਲੇਖਣੀ ਨੂੰ ਨਿਖਾਰਨ ਵਿੱਚ ਪ੍ਰੀਤ ਲੜੀ ਨੇ ਵੀ ਕਾਫੀ ਸਾਥ ਦਿੱਤਾ। ਫਰਵਰੀ 1935 ਵਿੱਚ ਉਹਨਾਂ ਦੀ ਕਹਾਣੀ ਰੱਬ ਆਪਣੇ ਅਸਲੀ ਰੂਪ ਵਿੱਚ ਛਪੀ। ਮਹਾਨ ਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦੀ ਕਵਿਤਾ ਵਿਸ਼ਨੂੰ ਪਦ ਸਿਰਲੇਖ ਹੇਠ ਪ੍ਰੀਤ ਲੜੀ ਵਿੱਚ ਛਪੀ। ਇਸੇ ਤਰ੍ਹਾਂ ਪੰਜਾਬੀ ਸਾਹਿਤ ਦੇ ਕਿੰਨੇ ਹੀ ਮਹਾਨ ਰਚਨਾਕਾਰਾਂ ਨੂੰ ਪ੍ਰੀਤ ਲੜੀ ਨੇ ਤਰਾਤਲ ਬਖਸ਼ਿਆ। ਮਈ 1935 ਦੇ ਅੰਕ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਸੰਗਤ ਸਰ ਅਤੇ ਫਰਵਰੀ 1936 ਵਿੱਚ ਮੋਹਨ ਸਿੰਘ ਮਾਹਿਰ ਦੀ ਕਵਿਤਾ ਮੈਂ ਨਹੀਂ ਰਹਿਣਾ ਤੇਰੇ ਗਰਾਂ ਛਪੀਆਂ। ਫਰਵਰੀ 1937 ਦੇ ਅੰਕ ਵਿੱਚ ਇੱਕ ਕਵਿਤਰੀ ਅੰਮ੍ਰਿਤਾ ਕੌਰ ਗਿਆਨ ਦੀ ਕਵਿਤਾ ਪਹਿਲੀ ਵਾਰ ਛਪੀ। ਲੋਕਾਂ ਦੀ ਪਰਵਾਹ ਨਾ ਕਰ ਤੂੰ, ਆਪਣੀ ਲਿਵ 'ਚ ਮਸਤ ਰਹੋ। ਕੋਝਾ ਫਿੱਕਾ ਜੇ ਕੋਈ ਬੋਲੇ, ਹਾਸੇ ਗੱਲ ਗੁਆਈ ਜਾ। ਕਈ ਐਸੇ ਜੋ ਦੇਖ ਨਾ ਸਕਦੇ, ਮੱਥੇ ਤਿਉੜੀ ਪਾ ਲੈਂਦੇ। ਤੂੰ ਨਾ ਮੰਦਾ ਚਿਤਵੀਂ ਮੂਲੋਂ, ਵੇਖ ਵੇਖ ਮੁਸਕਾਈ ਜਾ। ਫਿਰ ਜਨਵਰੀ 1939 ਵਿੱਚ ਇਸੇ ਕਵਿਤਰੀ ਨੂੰ ਹੀ ਇੱਕ ਛੋਟੀ ਪੱਤਰਿਕਾ ਨਵੀਂ ਦੁਨੀਆ ਦੀ ਸੰਪਾਦਕਾ ਅੰਮ੍ਰਿਤ ਕੌਰ ਵਜੋਂ ਛਾਪਿਆ ਗਿਆ। ਇਹੀ ਕਵਿਤਰੀ ਪਿੱਛੋਂ ਜਾ ਕੇ ਪੰਜਾਬੀ ਦੀ ਮਹਾਨ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੇ ਨਾਮ ਨਾਲ ਪ੍ਰਸਿੱਧ ਹੋਈ। ਪ੍ਰੀਤ ਲੜੀ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਇਹ ਰਹੀ ਕਿ ਇਸ ਰਾਹੀਂ ਸਰਦਾਰ ਗੁਰਬਖਸ਼ ਸਿੰਘ ਹੁਰਾਂ ਨੇ ਅਕਤੂਬਰ 1939 ਤੋਂ ਇੱਕ ਪ੍ਰਸ਼ਨੋਤਰੀ ਕਾਲਮ ਚਾਲੂ ਕੀਤਾ, ਜਿਸ ਨੂੰ ਨਵੰਬਰ 1943 ਵਿੱਚ ਮੇਰੇ ਝਰੋਖੇ ਚੋਂ ਨਾਮ ਦਿੱਤਾ ਗਿਆ, ਪਰ ਅਕਤੂਬਰ 1954 ਤੋਂ ਇਹਦਾ ਨਾਮ ਪ੍ਰੀਤ ਝਰੋਖੇ ਚੋਂ ਕਰ ਦਿੱਤਾ ਗਿਆ। ਇਸ ਕਾਲਮ ਰਾਹੀਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਤੇ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਦੇ ਹੱਲ ਲੱਭਣ ਵਿੱਚ ਸਹਾਇਤਾ ਕੀਤੀ। ਪਿੱਛੋਂ ਜਾ ਕੇ ਇਹੀ ਕਾਲਮ ਪ੍ਰੀਤ ਝਰੋਖੇ ਚੋਂ ਨਾਮ ਹੇਠ ਹਰਮਨ ਪਿਆਰਾ ਹੋਇਆ। ਮੇਰਾ ਵੀ ਛੋਟੇ ਹੁੰਦੇ ਬਹੁਤ ਸਾਹਿਤ ਨਾਲ ਲਗਾਓ ਹੈ ਤੇ ਸਭ ਤੋਂ ਜ਼ਿਆਦਾ ਮੈਂ ਜਿਸ ਪਰਚੇ ਨੂੰ ਪੜ੍ਹ ਕੇ ਖੁਸ਼ ਹੁੰਦਾ ਸੀ ਜਾਂ ਮੇਰੇ ਮਨ ਨੂੰ ਥੋੜੀ ਕੁ ਤਸੱਲੀ ਮਿਲਦੀ ਸੀ ਤੇ ਉਹ ਪ੍ਰੀਤ ਲੜੀ ਸੀ। ਮੈਂ ਡੇਰਾ ਬਾਬਾ ਨਾਨਕ ਤੋਂ ਪਹਿਲੀ ਟ੍ਰੇਨ ਸਵੇਰੇ 7 ਵਜੇ ਬਹਿਣਾ, ਅੰਮ੍ਰਿਤਸਰ ਸਟੇਸ਼ਨ ਤੇ ਆਉਣਾ, ਸਟੇਸ਼ਨ ਦੇ ਉੱਤੋਂ ਪ੍ਰੀਤ ਲੜੀ ਪਰਚਾ ਲੈ ਕੇ ਰਸਾਲਾ ਲੈ ਕੇ ਉਸੇ ਟ੍ਰੇਨ ਤੇ ਵਾਪਸ ਜਾਣਾ ਤੇ ਜਾ ਕੇ ਘਰ ਉਹਨੂੰ ਪੜ੍ਹਨਾ ਤੇ ਮਨ ਨੂੰ ਕੁਛ ਆਨੰਦ ਆਉਣਾ ਕਿ ਵਾਕਿਆ ਕੋਈ ਅਸੀਂ ਸਾਡੇ ਅੰਦਰ ਕੁਝ ਵਿਦਿਆ ਗਈ ਹੈ, ਕੁਝ ਅਸੀਂ ਗ੍ਰਹਿਣ ਕੀਤਾ ਹੈ। ਪੰਜਾਬੀ ਵਿੱਚ ਛਪਦੀ ਪ੍ਰੀਤ ਲੜੀ ਨੂੰ ਮਿਲੀ ਸਰਬ ਪ੍ਰਵਾਨਿਤਾ ਕਾਰਨ ਪ੍ਰੀਤ ਨਗਰ ਵਸ ਜਾਣ ਪਿੱਛੋਂ 1938 ਵਿੱਚ ਇਹਨੂੰ ਹਿੰਦੀ ਤੇ ਉਰਦੂ ਵਿੱਚ ਵੀ ਛਾਪਿਆ ਜਾਣ ਲੱਗ ਪਿਆ। ਇਹਦੇ ਨਾਲ ਹੀ ਪਾਠਕਾਂ ਦੀ ਨਿਰੰਤਰ ਮੰਗ ਉੱਤੇ ਇੱਕ ਪੰਜਾਬੀ ਸਪਤਾਹਿਕ ਪ੍ਰੀਤ ਸੈਨਿਕ ਉਸੇ ਸਾਲ ਜਾਰੀ ਹੋਇਆ। ਹਿੰਦੀ ਤੇ ਉਰਦੂ ਪ੍ਰੀਤ ਲੜੀ ਦੇ ਮੁੱਢਲੇ ਸੰਪਾਦਕ ਸਨ ਪ੍ਰਸਿੱਧ ਹਿੰਦੀ ਸਾਹਿਤਕਾਰ ਉਪਿੰਦਰ ਨਾਥ ਅਸ਼ਕ ਤੇ ਪ੍ਰੀਤ ਸੈਨਿਕ ਦੇ ਸੰਪਾਦਕ ਸਨ ਸਰਦਾਰ ਹਰਕ੍ਰਿਸ਼ਨ ਸਿੰਘ। ਪਰ ਹਿੰਦੀ ਪ੍ਰੀਤ ਲੜੀ ਤੇ ਪ੍ਰੀਤ ਸੈਨਿਕ ਨੂੰ 1942 ਵਿੱਚ ਬੰਦ ਕਰ ਦਿੱਤਾ ਗਿਆ। ਕੁਝ ਹੋਰ ਸਮਾਂ ਪਾ ਕੇ ਮਾਰਚ 1943 ਵਿੱਚ ਇਹਦਾ ਅੰਗਰੇਜ਼ੀ ਰੂਪ ਹਿਊਮੈਨਿਟੀ ਕਾਲਸ ਵੀ ਕੱਢਿਆ ਗਿਆ। ਇਸ ਦੇ ਸੰਪਾਦਕ ਪੰਜਾਬੀ ਨਾਟਕਕਾਰ ਬਲਵੰਤ ਗਾਰਗੀ ਸਨ। ਤੁਸੀਂ ਇਹ ਜੋ ਅੰਗਰੇਜ਼ੀ ਵਾਲੇ ਪ੍ਰੀਤ ਲੜੀ ਦੇ ਅੰਕ ਵੇਖ ਰਹੇ ਹੋ, ਇਹਨਾਂ ਦਾ ਕਾਗਜ਼ ਵੀ ਪ੍ਰੀਤ ਨਗਰ ਵਿੱਚ ਹੀ ਬਣਦਾ ਸੀ, ਪਰ ਇਹ ਵੀ ਕੁਝ ਸਮਾਂ ਚੱਲਣ ਬਾਅਦ ਬੰਦ ਹੋ ਗਿਆ। ਪਰ ਉਰਦੂ ਪ੍ਰੀਤ ਲੜੀ 1953 ਤੱਕ ਲਗਾਤਾਰ ਚੱਲਦੀ ਰਹੀ। ਅਸ਼ਕ ਜੀ ਤੋਂ ਬਾਅਦ ਇਹਦੀ ਸੰਪਾਦਨਾ ਸ਼ਮਸ਼ੇਰ ਸਿੰਘ ਖੰਜਰ ਹੋਰਾਂ ਕੀਤੀ। ਫਿਰ ਹਿੰਦ ਪਾਕ ਵੰਡ ਤੋਂ ਪਿੱਛੋਂ ਜਦੋਂ ਇਹ ਕੁਝ ਸਾਲ ਦਿੱਲੀ ਤੋਂ ਛਪਦੀ ਰਹੀ ਤਾਂ ਇਸ ਦੇ ਸੰਪਾਦਕ ਪਹਿਲਾਂ ਹੰਸਰਾਜ ਰਹਿਬਰ ਤੇ ਪਿੱਛੋਂ ਉਰਦੂ ਦੇ ਅਜ਼ੀਮ ਸ਼ਾਇਰ
ਸਾਹਿਰ ਲੁਧਿਆਣਵੀ ਰਹੇ, ਜਿਨ੍ਹਾਂ ਦੀ ਪ੍ਰੀਤ ਲੜੀ ਤੇ ਪ੍ਰੀਤ ਨਗਰ ਨਾਲ ਪਹਿਲਾਂ ਤੋਂ ਹੀ ਬਹੁਤ ਡੂੰਘੀ ਸਾਂਝ ਬਣੀ ਹੋਈ ਸੀ ਤੇ ਉਹਨਾਂ ਦੀ ਪੁਸਤਕ ਤਲਖੀਆਂ ਦਾ ਪਹਿਲਾ ਸੰਸਕਰਣ ਵੀ ਪ੍ਰੀਤ ਨਗਰ ਛਾਪ ਨੇ ਹੀ ਪ੍ਰਕਾਸ਼ਿਤ ਕਰਨ ਦਾ ਬੀੜਾ ਚੁੱਕਿਆ ਸੀ। ਪਰ ਜਦੋਂ ਇਸ ਨੂੰ ਪ੍ਰੀਤ ਨਗਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਜ਼ਾਦ ਭਾਰਤ ਦੀ ਪੰਜਾਬ ਸਰਕਾਰ ਨੇ ਇਹਦੇ ਕੋਲੋਂ ਜ਼ਮਾਨਤ ਮੰਗ ਲਈ। ਨਾਲ ਹੀ ਪੰਜਾਬ ਵਿੱਚ ਉਰਦੂ ਦੀ ਥਾਂ ਸੁੰਗੜ ਦੀ ਜਾਣ ਕਰਕੇ ਅਤੇ ਪਾਕਿਸਤਾਨ ਵੱਲੋਂ ਭਾਰਤ ਵਿੱਚ ਛਪਦੇ ਰਸਾਲਿਆਂ ਆਦਿ ਦੇ ਦਾਖਲੇ ਉੱਤੇ ਪਾਬੰਦੀ ਲੱਗ ਜਾਣ ਕਾਰਨ ਉਰਦੂ ਪ੍ਰੀਤ ਲੜੀ ਵੀ 1953 ਵਿੱਚ ਬੰਦ ਹੋ ਗਈ। ਪਰ ਪੰਜਾਬੀ ਪ੍ਰੀਤ ਲੜੀ ਤਾਂ ਆਪਣੇ 79ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਵਾਲੀ ਹੈ। ਅੱਜ ਵੀ ਪ੍ਰੀਤ ਲੜੀ ਪ੍ਰੀਤ ਨਗਰ ਤੋਂ ਹੀ ਪ੍ਰਕਾਸ਼ਿਤ ਹੋ ਕੇ ਪੂਰੇ ਪੰਜਾਬ ਵਿੱਚ ਅਤੇ ਹੋਰਨਾਂ ਸੂਬਿਆਂ ਤੋਂ ਇਲਾਵਾ ਬਾਕੀ ਮੁਲਕਾਂ ਵਿੱਚ ਵੀ ਪੜ੍ਹੀ ਜਾਂਦੀ ਹੈ। ਇਸ ਦੀ ਸਾਰੀ ਜ਼ਿੰਮੇਵਾਰੀ ਲਗਭਗ ਪਿਛਲੇ 27 ਸਾਲ ਤੋਂ ਪੂਨਮ ਦੀ ਸੁਘੜ ਸੰਪਾਦਨਾ ਅਤੇ ਰਤੀਕੰਤ ਦੇ ਨਿਪੁੰਨ ਪ੍ਰਬੰਧ ਹੇਠ ਜਾਰੀ ਹੈ। ਅਮਰੀਕਾ ਵਿੱਚ ਰਹਿੰਦਿਆਂ ਹੋਇਆਂ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਵੱਲੋਂ ਪੜ੍ਹੀ ਗਈ ਵਾਲਟ ਵਿਟਮੈਨ ਦੀ ਕਿਤਾਬ ਘਾਹ ਦੀਆਂ ਪੱਤੀਆਂ ਵਿਚਲੀ ਮਨੁੱਖਤਾ ਦੀ ਸਰਵ ਵਿਆਪਕ ਸਾਂਝ ਦੇ ਸੰਕਲਪ ਦਾ ਤੇ ਨਾਲ ਹੀ ਹੈਨਰੀ ਥੋਰੋ ਵੱਲੋਂ ਲਿਖੀ ਪੁਸਤਕ ਵਾਲਡਨ ਵਿੱਚ ਇਸੇ ਨਾਂ ਦੇ ਤਲਾਅ ਕੰਡੇ ਕੀਤੇ ਉਸ ਦੇ ਵਾਸੇ ਦੇ ਅਨੁਭਵਾਂ ਦਾ ਵੀ ਅਸਰ ਹੋਇਆ। ਉਹ ਇਸੇ ਤਰ੍ਹਾਂ ਦੀ ਸਾਂਝ ਵਾਲਾ ਸੰਭਾਵਨਾ ਭਰਪੂਰ ਪਿੰਡ ਆਪਣੇ ਦੇਸ਼ ਵਿੱਚ ਯਥਾਰਥਕ ਰੂਪ ਵਿੱਚ ਵਸਾਉਣਾ ਚਾਹੁੰਦੇ ਸਨ, ਜਿਸ ਲਈ ਉਹਨਾਂ ਨੇ ਜਗ੍ਹਾ ਦੀ ਭਾਲ 1936 ਵਿੱਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਹੋਰਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਹੋਰਾਂ ਨੇ ਜਲੰਧਰ ਦੇ ਨਜ਼ਦੀਕ ਇੱਕ ਜਗ੍ਹਾ ਦੀ ਪੇਸ਼ਕਸ਼ ਕੀਤੀ, ਜੋ ਕਿ ਉਹਨਾਂ ਨੂੰ ਬਹੁਤ ਪਸੰਦ ਆਈ। ਪਰ ਜਦੋਂ ਇਸ ਬਾਰੇ ਉਹਨਾਂ ਨੇ ਆਪਣੇ ਸਾਥੀਆਂ ਨਾਲ ਰਾਏ ਮਸ਼ਵਰਾ ਕੀਤਾ ਤਾਂ ਉਹਨਾਂ ਨੂੰ ਆਪਣਾ ਫੈਸਲਾ ਬਦਲਣਾ ਪਿਆ। ਅੰਤ ਉਹਨਾਂ ਨੇ ਲਾਹੌਰ ਅਤੇ ਅੰਮ੍ਰਿਤਸਰ ਦੇ ਵਿਚਾਲੇ ਆਉਂਦੇ ਇਸ ਇਤਿਹਾਸਿਕ ਸਥਾਨ ਨੂੰ ਚੁਣਿਆ। ਵੀ ਇਹ ਉਹ ਸਥਾਨ ਹੈ ਜਿੱਥੇ ਮੁਗਲ ਕਾਲ ਸਮੇਂ ਬਾਦਸ਼ਾਹ ਜਹਾਂਗੀਰ ਲਾਹੌਰ ਤੋਂ ਕਸ਼ਮੀਰ ਜਾਂਦਿਆਂ ਹੋਇਆ ਪੜਾਅ ਕਰਿਆ ਕਰਦੇ ਸੀ। ਤੇ ਇਹ ਜਿਹੜੀ ਬਿਲਡਿੰਗ ਤੁਸੀਂ ਦੇਖਦੇ ਹੋ, ਇਹ ਉਹ ਵਿਰਾਸਤ ਹੈ ਜਿੱਥੇ ਬਾਦਸ਼ਾਹ ਦੀ ਬੇਗਮ ਨੂਰ ਜਹਾਂ ਆਰਾਮ ਕਰਿਆ ਕਰਦੀ ਸੀ। ਅਸਲ ਵਿੱਚ ਇਹ ਜਿਹੜੀ ਬਿਲਡਿੰਗ ਹੈ ਨਾ, ਇਸ ਲਈ ਬਣਵਾਈ ਗਈ ਸੀਗੀ ਕਿ ਨੂਰ ਜਹਾਂ ਬੇਗਮ ਨਾਲ ਦੇ ਪਿੰਡ ਵੈਰੋਕੇ ਦੇ ਬਹੁਤ ਹੀ ਇੱਕ ਪਹੁੰਚੇ ਹੋਏ ਫਕੀਰ ਸ਼ਾਹ ਬਖਤਾਰ ਜੀ ਨੂੰ ਸਜਦਾ ਕਰਨ ਜਾਇਆ ਕਰਦੀ ਸੀ। ਇਹ ਜਗ੍ਹਾ ਬਾਅਦ ਵਿੱਚ ਜਦੋਂ ਜਹਾਂਗੀਰ ਦੀ ਮੌਤ ਹੋ ਗਈ ਤੇ ਨੂਰ ਜਹਾਂ ਦੀ ਪੁੱਛ ਬਿਲਕੁਲ ਹੀ ਮੁੱਕ ਗਈ ਤੇ ਨਾਲੇ ਹੀ ਬਾਦਸ਼ਾਹ ਸ਼ਾਹਜਹਾਂ ਆਪਣੀ ਰਾਜਧਾਨੀ ਆਗਰੇ ਲੈ ਗਿਆ ਤਾਂ ਇਹ ਅਣਗੌਲੀ ਆਰਾਮਗਾਹ ਦੀ ਜ਼ਮੀਨ ਇਹਦੇ ਪੰਡਿਤ ਪ੍ਰਬੰਧਕ ਦੇ ਹੱਥ ਆ ਗਈ ਤੇ ਫਿਰ ਉਹਦੀ ਮੌਤ ਪਿੱਛੋਂ ਉਸ ਦੀ ਵਿਧਵਾ ਪਤਨੀ ਰਾਣੀ ਬੁੱਧਵੰਤੀ ਦੇ ਨਾਂ ਜਗੀਰ ਵਜੋਂ ਚੜ ਗਈ। ਪ੍ਰੀਤ ਨਗਰ ਵਸਾਉਣ ਲਈ ਇਹ ਜ਼ਮੀਨ ਲੈਣ ਸਮੇਂ ਰਾਣੀ ਬੁੱਧਵੰਤੀ ਦੀ 8ਵੀਂ ਨਾਨਕੀ ਪੀੜ੍ਹੀ ਦੇ ਇੱਕ ਸ਼ਰਾਬੀ ਤੇ ਕਰਜ਼ਦਾਰ ਹੋਏ ਪੰਡਤ ਕੋਲ ਆਈ ਸੀ ਤੇ ਜ਼ਮੀਨ ਦੇ ਕਾਰ ਮੁਖਤਾਰ ਪੰਜਾਬੀ ਦੇ ਮਹਾਨ ਸਾਹਿਤਕਾਰ ਲਾਲਾ ਤਨੀਰਾਮ ਚਾਤਰਿਕ ਸਨ।
ਉਹਨਾਂ ਨੇ ਇਸ ਪੰਡਿਤ ਕੋਲ ਕਾਫੀ ਸਾਰੇ ਪੈਸੇ ਲੈਣੇ ਸਨ। ਉਹਨਾਂ ਦੇ ਰਾਹੀਂ ਸਰਦਾਰ ਗੁਰਬਖਸ਼ ਸਿੰਘ ਜੀ ਨੇ ਇਹ ਜ਼ਮੀਨ ਉਸ ਵੇਲੇ 40,000 ਰੁਪਏ ਵਿੱਚ ਖਰੀਦੀ, ਜਿਸ ਦਾ ਰਕਬਾ ਤਕਰੀਬਨ 150 ਕਿੱਲੇ ਸੀ। ਇਸ ਦੀ ਰਜਿਸਟਰੀ 2 ਦਸੰਬਰ 1937 ਨੂੰ ਹੋਈ। ਜਦੋਂ ਇਹ ਜ਼ਮੀਨ ਖਰੀਦੀ ਗਈ, ਉਸ ਸਮੇਂ ਇਸ ਜਗ੍ਹਾ ਤੇ 2 ਬੁਰਜਾਂ ਵਿਚਾਲੇ ਇੱਕ ਦੀਵਾਰ ਬਣੀ ਹੋਈ ਸੀ। ਵਲਗਣ ਵਿੱਚ ਇੱਕ ਆਰਾਮਗਾਹ ਦੀ ਇਮਾਰਤ ਸੀ, ਨਾਲ ਹੀ ਘੋੜਿਆਂ ਦੇ ਪਾਣੀ ਪੀਣ ਲਈ ਇੱਕ ਤਲਾਅ ਵੀ ਸੀ। ਇਹ ਜ਼ਮੀਨ ਉਹ ਆਧਾਰ ਸੀ ਜਿੱਥੇ ਕਿ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦਾ ਸੁਪਨਾ ਆਪਣੇ ਅਸਲੀ ਰੂਪ ਵਿੱਚ ਸਿਰਜਿਆ ਜਾਣਾ ਸੀ। ਸਰਦਾਰ ਗੁਰਬਖਸ਼ ਸਿੰਘ ਜੀ ਆਪ ਬੜੇ ਨਿਪੁੰਨ ਇੰਜੀਨੀਅਰ ਸਨ। ਇਸ ਲਈ ਇਸ ਜਗ੍ਹਾ ਦੀ ਵਿਵਸਥਾ ਯੋਜਨਾ ਉਲੀਕਣ ਤੋਂ ਪਹਿਲਾਂ ਉਹਨਾਂ ਨੇ ਦੁਨੀਆ ਦੇ ਕਈ ਮਹਾਨ ਯੋਜਨਾਕਾਰਾਂ ਵੱਲੋਂ ਬਣਾਏ ਮਾਡਲਾਂ ਦਾ ਅਧਿਐਨ ਕੀਤਾ। ਸ਼੍ਰੀ ਕਾਰਬੂਜ਼ੀਏ, ਇਬੈਂਜ਼ਰ ਹੈਵਰਡ, ਪੈਟਰਿਕ ਸੈਡਸ ਆਦਿ ਦੇ ਮਾਡਲਾਂ ਦਾ ਅਧਿਐਨ ਕਰਨ ਉਪਰੰਤ ਉਹਨਾਂ ਨੇ ਇਸ ਜਗ੍ਹਾ ਦਾ ਨਕਸ਼ਾ ਚਿੱਤਰਿਆ। ਇਹ ਨਕਸ਼ਾ ਉਹਨਾਂ ਦੇ ਸੁਪਨਿਆਂ ਦੇ ਨਗਰ ਦਾ ਨਕਸ਼ਾ ਸੀ, ਜਿਸ ਨੂੰ ਨਾਂ ਦਿੱਤਾ ਗਿਆ ਪ੍ਰੀਤ ਨਗਰ। ਤੇ ਪ੍ਰੀਤ ਨਗਰ ਦੀ ਪ੍ਰਫੁੱਲਤਾ ਲਈ ਇੱਕ ਸੁਸਾਇਟੀ ਸੰਸਾਰ ਪ੍ਰੀਤ ਮੰਡਲ 3 ਜੂਨ 1937 ਨੂੰ ਰਜਿਸਟਰ ਕਰਵਾਈ ਗਈ। ਸਭ ਤੋਂ ਪਹਿਲਾਂ ਇੱਥੇ ਪਹਿਲਾਂ ਤੋਂ ਹੀ ਮੌਜੂਦ 2 ਬੁਰਜਾਂ ਵਿਚਾਲੇ ਬਣੀ ਦੀਵਾਰ ਨੂੰ ਉਧੇੜ ਕੇ ਉਹਨਾਂ ਦੀਆਂ ਹੀ ਇੱਟਾਂ ਨਾਲ 8 ਕੋਠੀਆਂ ਬਣਾਈਆਂ ਗਈਆਂ। ਮੇਰੇ ਪਿਤਾ ਜੀ ਨੇ ਬਣਾਈਆਂ ਕੋਠੀਆਂ ਪ੍ਰੀਤ ਨਗਰ ਦੀਆਂ। ਜਦੋਂ ਕੋਠੀਆਂ ਬਣਾਈਆਂ, ਮੈਂ ਵੀ ਇੱਥੇ ਕੰਮ ਕਰਦਾ ਰਿਹਾ। ਉਹ ਵੇਲੇ ਇਸ ਤਰ੍ਹਾਂ ਵੀ ਸਰਦਾਰ ਸਾਡੇ ਬੜੇ ਲਾਇਕ ਸੀ, ਹਰ ਇੱਕ ਨਾਲ ਪ੍ਰੇਮ ਕਰਦੇ ਸੀ। ਜਿਹੜਾ ਕੋਈ ਆਉਂਦਾ ਸੀ ਉਹਨੂੰ ਸਮਝਾਉਂਦੇ ਸੀ ਕਿ ਬਾਹਰ ਲਿਆਬੋ ਆਇਆ, ਲੋਕ ਆ ਕੇ ਇੱਥੇ ਫਿਰ ਕੋਠੀਆਂ ਬਣਾ ਕੇ ਰਹਿੰਦੇ ਰਹੇ। ਜਦੋਂ ਫਿਰ ਪਾਕਿਸਤਾਨ ਹਿੰਦੁਸਤਾਨ ਬਣਿਆ, ਉਦੋਂ ਗੜਬੜ ਹੋਈ ਥੋੜ੍ਹੀ ਬਹੁਤੀ, ਕੋਈ ਚਲੇ ਗਏ ਕੋਈ ਰਹਿ ਗਏ, ਪਰ ਇਹ ਇੱਥੇ ਰਹਿ ਸਰਦਾਰ ਇਹ ਨਹੀਂ ਕਿਤੇ ਗਏ। ਇਹ ਇੱਥੇ ਜਿਵੇਂ ਕਿਤੇ ਜਾਣਾ ਗਿਆ ਸੀ ਦਿੱਲੀ, ਫਿਰ ਉੱਥੋਂ ਆਉਣਾ ਪਿਆ। ਮਤਲਬ ਜਿਹੜੀ ਆਪਣੀ ਆਜ਼ਾਦੀ ਉਹ ਨਹੀਂ ਨਾ ਹੈਗੀ। ਕਜਾ ਪ੍ਰੀਤ ਨਗਰ, ਕਜਾ ਦਿੱਲੀ, ਫਿਰ ਵਾਪਸ ਆ ਗਏ। ਤੇ ਫਿਰ ਸਾਂਝੀ ਰਸੋਈ, ਪ੍ਰੀਤ ਨਗਰ ਦਾ ਦਫ਼ਤਰ, ਛਾਪਾਖਾਨਾ ਉਸਰਨ ਲੱਗ ਪਏ। ਤੇ ਫਿਰ ਆਖਰ ਇੱਕ ਦਿਨ ਉਹ ਵੀ ਆ ਗਿਆ ਜਿਸ ਦਿਨ ਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਇੰਤਜ਼ਾਰ ਸੀ। ਉਸ ਦੇ ਸੁਪਨੇ ਦੇ ਸਾਕਾਰ ਹੋਣ ਦਾ ਦਿਨ 7 ਜੂਨ 1938। ਜੂਨ 1938 ਨੂੰ ਜਦੋਂ ਉਹ ਆਣ ਕੇ ਇਸ ਨਗਰ ਵਿੱਚ ਵਸੇ, ਉਹਨਾਂ ਨਾਲ ਪਹਿਲੇ ਆ ਵਸਣ ਵਾਲਿਆਂ ਵਿੱਚੋਂ ਸਰਦਾਰ ਨਾਨਕ ਸਿੰਘ ਨਾਵਲਿਸਟ, ਗਿਆਨੀ ਹਰਭਜਨ ਸਿੰਘ, ਦੀਨ ਦਿਆਲ, ਕਰਤਾਰ ਸਿੰਘ ਸਚਦੇਵ, ਡੀਸੀ ਡਾਵਰ, ਚਮਨ ਲਾਲ, ਅਮਰ ਸਿੰਘ, ਨੋਗਿੰਦਰ ਸਿੰਘ, ਬਖਸ਼ੀਸ਼ ਸਿੰਘ, ਗੁਰਬਖਸ਼ ਸਿੰਘ ਖੁਰਾਣਾ, ਤਾਰਾ ਸਿੰਘ ਮਲਹੋਤਰਾ, ਹਰਚਰਨ ਸਿੰਘ, ਕਵੀ ਪਿਆਰਾ ਸਿੰਘ ਸਹਿਰਾਈ, ਕਹਾਣੀਕਾਰ ਨੌਰੰਗ ਸਿੰਘ, ਹਾਸਰਸ ਲੇਖਕ ਪਿਆਰਾ ਸਿੰਘ ਦਾਤਾ ਤੇ 2-3 ਹੋਰ। ਤੇ ਪ੍ਰੀਤ ਨਗਰ ਵਿੱਚ ਛੇੜੇ ਗਏ ਕਾਰਜਾਂ ਨੂੰ ਨੇਪਰੇ ਚਾੜਨ ਲਈ ਇੱਕ ਸਮੂਹ ਤਿਆਰ ਕੀਤਾ ਗਿਆ, ਜਿਸ ਨੂੰ ਪ੍ਰੀਤ ਸੈਨਾ ਦਾ ਨਾਮ ਦਿੱਤਾ ਗਿਆ। ਤੇ ਸਮੂਹ ਦੇ ਹਰ ਮੈਂਬਰ ਨੂੰ ਪ੍ਰੀਤ ਸੈਨਿਕ ਆਖਿਆ ਜਾਣ ਲੱਗ ਪਿਆ। ਫਿਰ ਸਰਦਾਰ ਗੁਰਬਖਸ਼ ਸਿੰਘ ਹੋਰਾਂ ਵੱਲੋਂ ਪ੍ਰੀਤ ਲੜੀ ਪੱਤਰਕਾਰ ਰਾਹੀਂ ਆਪਣੇ ਵੱਲੋਂ ਵਿਉਂਤੇ ਗਏ ਨਗਰ ਅਤੇ ਉਹਦੇ ਲਈ ਡਿਜ਼ਾਈਨ ਕੀਤੇ ਗਏ ਪਲਾਟਾਂ ਦੀ ਬਕਾਇਦਾ ਐਡਵਰਟਾਈਜ਼ਮੈਂਟ ਦਿੱਤੀ ਗਈ। ਇਸ ਤੋਂ ਬਾਅਦ ਪ੍ਰੀਤ ਨਗਰ ਦੀਆਂ ਧੁੰਮਾਂ ਚਾਰੇ ਪਾਸੇ ਪੈਣ ਲੱਗ ਪਈਆਂ। ਇੱਥੇ ਆ ਵਸਣ ਵਾਲੇ ਇੱਛੁਕ ਲੋਕਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਗਈ। ਪ੍ਰੀਤ ਸੈਨਾ ਦੇ ਨਵੇਂ ਮੈਂਬਰ ਬਣਦੇ ਗਏ, ਨਵੇਂ ਘਰ ਬਣਦੇ ਗਏ ਤੇ ਨਵੇਂ ਲੋਕ ਆਉਂਦੇ ਗਏ। ਪ੍ਰੀਤ ਦੇ ਵਣਜਾਰੇ, ਮਨੁੱਖੀ ਸਾਂਝੀਵਾਲਤਾ ਦੇ ਤਾਰਨੀ ਸਰਦਾਰ ਗੁਰਬਖਸ਼ ਸਿੰਘ ਹੋਰੀ ਇੱਕ ਅਜਿਹਾ ਨਗਰ ਵਸਾਉਣਾ ਲੋਚਦੇ ਸਨ ਜਿਹੜਾ ਕਿ ਜ਼ਾਤ-ਪਾਤ, ਧਾਰਮਿਕ ਭੇਦਭਾਵ, ਵਿਤਕਰੇ, ਊਚ ਨੀਚ ਆਦਿ ਸਭ ਤੋਂ ਮੁਕਤ ਹੋਏ, ਜਿੱਥੇ ਮਨੁੱਖ ਦਾ ਸਰਪੱਖੀ ਵਿਕਾਸ ਹੋਵੇ, ਪ੍ਰੀਤ ਦੀ ਗੂੜਤਾ ਹੋਵੇ, ਰਹਿਣ ਸਹਿਣ ਤੇ ਮਿਲ ਵਰਤਨ ਦਾ ਆਧਾਰ ਪ੍ਰੀਤ ਹੋਵੇ। ਇਸੇ ਲਈ ਉਹਨਾਂ ਨੇ ਇਹਨਾਂ ਭੇਦਭਾਵਾਂ ਤੇ ਵਿਤਕਰਿਆਂ ਨੂੰ ਪ੍ਰੋਤਸਾਹਨ ਦੇ ਸਕਣ ਵਾਲੇ ਕਾਰਜਾਂ ਜਾਂ ਸਾਧਨਾਂ ਨੂੰ ਆਪਣੇ ਨਗਰ ਵਿੱਚ ਕੋਈ ਥਾਂ ਨਾ ਦਿੱਤੀ।
ਇੱਥੇ ਇੱਕ ਐਕਟੀਵਿਟੀ ਸਕੂਲ, ਹਾਂਜੀ, ਜਿੱਥੇ ਫਿਰ ਬੱਚੇ ਸਾਰੇ ਹੀ ਲੰਗਰ ਸਾਂਝਾ ਸੀ, ਹਾਂਜੀ, ਲੰਗਰ ਸਾਂਝਾ ਸੀ। ਹਾਂ, ਇੱਕ ਉੱਥੇ ਹੁੰਦਾ ਸੀ ਉਦੋਂ ਸੋਢੀ ਪ੍ਰੋਫੈਸਰ, ਹਾਂਜੀ, ਇੱਕ ਹੈਗਾ ਸੀ ਹਿੰਦੂ ਜੈਂਟਲਮੈਨ ਪ੍ਰੋਫੈਸਰ, ਹਾਂਜੀ, ਹਾਂ, ਧਰੀ ਰਾਮ ਚਾਰਕ ਦਾ ਮੁੰਡਾ ਵੀ ਇੱਥੇ ਆਇਆ ਸੀ, ਬਾਕੀ ਉਹਦਾ ਨਾਮ ਮੈਨੂੰ ਭੁੱਲ ਗਿਆ। ਡਰਾਮੇ ਹੁੰਦੇ ਸੀ, ਇੱਕ ਸ਼ਿਵ ਕੁਮਾਰ ਬਟਾਲਵੀ ਦਾ ਡਰਾਮਾ ਹੋਇਆ ਸੀ, ਹੋਰ ਵੀ ਡਰਾਮੇ ਬੜੇ ਬਲਕਿ ਉਹ ਜਿਹੜੇ ਡਰਾਮੇ ਕਰਦੇ ਸੀ, ਜਿਹੜੇ ਸੌਂਗ ਗਾਉਂਦੇ ਸੀ, ਮੇਰੀ ਛੋਟੀ ਭੈਣ ਵੀ ਉਹਦੇ ਸ਼ਾਮਲ ਸੀ, ਤੇਜਵੰਤ ਉਹਦਾ ਨਾਂ ਸੀ, ਸ਼ੀਲਾ ਉਹਨਾਂ ਦੇ ਨਾਲ। ਪ੍ਰੀਤ ਨਗਰ ਨੂੰ ਸਵੈ ਨਿਰਭਰ, ਸਵੈ ਨਿਰਭਾਈ ਤੇ ਸਵੈ ਵਿਸ਼ਵਾਸੀ ਬਣਾਉਣ ਲਈ ਅਨੇਕਾਂ ਕਦਮ ਚੁੱਕੇ ਗਏ, ਜਿਨ੍ਹਾਂ ਵਿੱਚ ਮੁਨਾਫੇ ਰਹਿਤ ਬਹੁਮੰਤਵੀ ਰਸਦ ਸਟੋਰ, ਡੇਰੀ, ਰੈਸਟੋਰੈਂਟ ਤੇ ਲੋਕਾਂ ਦੀਆਂ ਹੋਰ ਨਿੱਜੀ ਲੋੜਾਂ ਨੂੰ ਪੂਰਾ ਕਰਨ ਵਾਲੇ ਸਭ ਕੰਮ ਸਫਲਤਾ ਸਹਿਤ ਚਲਾਏ। ਸਾਂਝ ਤੇ ਪ੍ਰੀਤ ਦੀ ਸਭ ਤੋਂ ਵੱਡੀ ਉਦਾਹਰਣ ਸੀ ਸਾਂਝੀ ਰਸੋਈ। ਪ੍ਰੀਤ ਨਗਰ ਦੇ ਕਿਸੇ ਵੀ ਘਰ ਵਿੱਚ ਰੋਟੀ ਨਹੀਂ ਸੀ ਪੱਕਦੀ, ਸਗੋਂ ਸਾਰਾ ਨਗਰ ਘੜਿਆਲ ਵੱਜਣ ਤੇ ਸਾਂਝੀ ਰਸੋਈ ਵਿੱਚ ਇਕੱਠਾ ਖਾਣਾ ਖਾਂਦਾ ਸੀ। ਇਸ ਵਿੱਚ ਬਕਾਇਦਾ ਤੌਰ ਤੇ ਪ੍ਰੀਤ ਸੈਨਿਕਾਂ ਅਤੇ ਉਹਨਾਂ ਦੀਆਂ ਪਤਨੀਆਂ ਦੀ ਡਿਊਟੀ ਲਗਾਈ ਜਾਂਦੀ ਸੀ। ਉਹ ਰਸੋਈ ਦੇ ਵਿੱਚ ਹੀ ਇੱਕ ਬਣਦਾ ਹੀ ਲੈਣਾ, ਭਾਜੀਆਂ ਭੁਜੀਆਂ ਪਾਣੀ ਸਾਰਾ ਬਣਦਾ ਹੀ ਉੱਥੇ। ਬਾਕੀ ਜਿਹੜਾ ਖਾਣਾ ਜੋ ਖਾਉਂਦੇ ਸੀ ਉਹ ਅੱਗੇ ਡਾਈਨਿੰਗ ਹਾਲ ਦੇ ਵਿੱਚ ਖਵਾਉਂਦੇ, ਪਰ ਲਾਸਾਨੀ ਇੱਕ ਡੰਗ ਖਾਂਦੇ ਦੇ ਸਾਡੀ ਰਸੋਈ ਦੇ ਵਿੱਚੋਂ ਆਣ ਕੇ। ਇਹ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੀ ਇਮਾਨਤਾ ਸੀ। ਅਸੰਭਵ ਨੂੰ ਸੰਭਵ ਬਣਾਉਣਾ। ਇਸ ਦੀ ਇੱਕ ਹੋਰ ਉਦਾਹਰਨ ਇਹ ਵੀ ਹੈ ਕਿ ਪ੍ਰੀਤ ਨਗਰ ਵਿੱਚ ਜਿੰਨੇ ਵੀ ਮਕਾਨ ਬਣਾਏ ਗਏ, ਕਿਸੇ ਦੇ ਇਰਦ ਗਿਰਦ ਚਾਰ ਦੀਵਾਰੀ ਨਹੀਂ ਬਣਾਈ ਗਈ, ਜਿਸ ਦਾ ਅਰਥ ਇਹ ਸੀ ਕਿ ਪ੍ਰੀਤ ਭਰੇ ਦਿਲਾਂ ਵਿੱਚ ਦੀਵਾਰ ਨਹੀਂ ਹੋਣੀ ਚਾਹੀਦੀ। ਮੈਂ ਇਸ ਪ੍ਰੀਤ ਨਗਰ ਨੂੰ ਵਸਦਿਆਂ ਵੀ ਵੇਖਿਆ ਹੈ, ਉਜੜਦਿਆਂ ਵੀ ਵੇਖਿਆ ਹੈ, ਤੇ ਫਿਰ ਥੋੜੀ ਦੇਰ ਬਾਅਦ ਫਿਰ ਸੱਜੇ ਵਸਦਿਆਂ ਵੀ ਵੇਖਿਆ। ਮੈਂ ਵੇਖਿਆ ਕਿ ਕਿਸੇ ਕੋਠੀ ਦੇ ਦੁਆਲੇ ਕੋਈ ਚਾਰ ਦੀਵਾਰੀ ਨਹੀਂ ਤੇ ਕੋਈ ਬਾਹਰਲਾ ਦਰਵਾਜ਼ਾ ਨਹੀਂ, ਪਰ ਮੈਂ ਨਾ ਕਿਸੇ ਨੂੰ ਪੁੱਛਿਆ ਤੇ ਨਾ ਮੈਂ, ਜਦੋਂ ਮੈਂ ਫਿਰ ਕਦੀ ਖਿਆਲ ਕੀਤਾ, ਵੱਡਾ ਹੋਇਆ ਪਾਕਿਸਤਾਨ ਬਣਨ ਤੋਂ ਬਾਅਦ, ਮੈਂ ਫਿਰ ਆਣ ਕੇ ਜਦੋਂ ਉਜੜਿਆ ਹੋਇਆ ਪ੍ਰੀਤ ਨਗਰ ਵੇਖਿਆ ਤੇ ਮੈਂ ਖਿਆਲ ਕੀਤਾ, ਓਹੋ, ਸਰਦਾਰ ਗੁਰਬਖਸ਼ ਸਿੰਘ ਨੇ ਇਸ ਕਰਕੇ ਚਾਰ ਦੀਵਾਰੀਆਂ ਨਾ ਬਣਾਈਆਂ ਹੋਣਗੀਆਂ ਪ੍ਰੀਤ ਨਗਰ ਦੀਆਂ ਕੋਠੀਆਂ ਦੁਆਲੇ। ਪਰ ਇੱਥੇ ਵਸਣ ਵਾਲਿਆਂ ਨੇ ਜਦੋਂ ਦਿਲਾਂ ਵਿੱਚ ਨਹੀਂ ਕੋਈ ਚਾਰ ਦੀਵਾਰੀ ਰੱਖਣੀ ਤੇ ਕੋਠੀਆਂ ਦੁਆਲੇ ਕਰਨ ਦੀ ਕੀ ਲੋੜ ਹੈ। ਸ਼ਾਂਤੀ ਨਿਕੇਤਨ ਦੇ ਸਿਰਜਣਹਾਰ ਸਾਹਿਤਕਾਰ ਸ਼੍ਰੀ ਰਵਿੰਦਰਨਾਥ ਟੈਗੋਰ ਨੂੰ ਜਦੋਂ ਪ੍ਰੀਤ ਨਗਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸੋਹ ਪਈ ਤਾਂ ਉਹਨਾਂ ਨੇ ਆਪਣੇ ਸਥਾਪਿਤ ਕੀਤੇ ਵਿਸ਼ਵ ਭਾਰਤੀ ਵਿਸ਼ਵ ਵਿਦਿਆਲੇ ਦੇ ਵਾਈਸ ਚਾਂਸਲਰ ਸ਼੍ਰੀ ਗੁਰੂ ਦਿਆਲ ਮਲਿਕ ਨੂੰ ਵਿਸ਼ੇਸ਼ ਤੌਰ ਤੇ ਪ੍ਰੀਤ ਨਗਰ ਭੇਜਿਆ ਤੇ 23 ਮਾਰਚ 1941 ਨੂੰ ਆਪਣੀ 2 ਦਿਨਾਂ ਫੇਰੀ ਪਿੱਛੋਂ ਸ਼੍ਰੀ ਗੁਰੂ ਦਿਆਲ ਮਲਿਕ ਨੇ ਆਖਿਆ, ਮੈਂ ਪ੍ਰੀਤ ਨਗਰ ਆਇਆ ਸਾਂ ਤੀਰਥ ਯਾਤਰਾ ਕਰਨ, ਇਸ ਮਤ ਨਾਲ ਜਿਸ ਦਾ ਮੈਂ ਵਿਸ਼ਵਾਸੀ ਹਾਂ ਕਿ ਇਹ ਰਚੇ ਜਾ ਰਹੇ ਭਾਰਤ ਦਾ ਇੱਕ ਲਘੂ ਨਕਸ਼ਾ ਹੈ। ਪਰਸਪਰ ਸੇਵਾ ਤੇ ਸਮਰਪਣ ਦੇ ਆਧਾਰ ਤੇ ਭਾਈਚਾਰਾ ਉਸਾਰਨ ਦੇ ਇਹਦੇ ਆਦਰਸ਼ ਨੇ ਮੈਨੂੰ ਬੜਾ ਆਕਰਸ਼ਿਤ ਕੀਤਾ ਹੈ। ਮੇਰੀ ਇਹ ਪ੍ਰਾਰਥਨਾ ਹੈ ਕਿ ਜਿਸ ਨਿਸ਼ਚੇ ਦੀ ਮੁਹਿੰਮ ਵਿੱਚ ਇੱਕ ਬਸਤੀ ਦਾ ਆਦਰਨੀय ਸੰਸਥਾਪਕ ਤੇ ਉਹਦੇ ਸੰਗੀ ਜੁਟੇ ਹੋਏ ਹਨ, ਉਹ ਵਡੇਰੀ ਸੰਪੂਰਨਤਾ ਨਾਲ ਵਰਸਾਈ ਜਾਵੇ। ਆਪਣੇ 2 ਦਿਨਾਂ ਠਹਿਰਾਅ ਸਮੇਂ ਜੋ ਕੁਝ ਮੈਂ ਵੇਖਿਆ ਹੈ, ਉਹਨੇ ਮੇਰੇ ਅੰਦਰ ਸੱਚਮੁੱਚ ਵੱਡੀਆਂ ਆਸਾਂ ਭਰ ਦਿੱਤੀਆਂ ਹਨ। ਮੇਰੇ ਲਈ ਤਾਂ ਪ੍ਰੀਤ ਨਗਰ ਸ਼ਾਂਤੀ ਨਿਕੇਤਨ ਦੀ ਭੈਣ ਹੈ। ਸੁਪਨਿਆਂ ਦੀ ਧਰਤੀ ਇਹ ਹੈ, ਸੁਪਨਿਆਂ ਦੀ ਧਰਤੀ, ਸੁਪਨਿਆਂ ਦੀ ਧਰਤੀ ਇਹ ਹੈ, ਸੁਪਨਿਆਂ ਦੀ ਧਰਤੀ। ਇਹ ਜਿਹੜਾ ਤੁਸੀਂ ਨਾਮ ਲਿਖਿਆ ਦੇਖ ਰਹੇ ਹੋ ਨਾ, ਮਾਲਣੀ, ਇਹ ਨਾਮ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦੇ ਮਾਤਾ ਜੀ ਦਾ ਨਾਮ ਹੈ ਮਾਲਣੀ। ਆਪਣੇ ਘਰ ਦਾ ਨਾਮ ਉਹਨਾਂ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਤੇ ਉਹਨਾਂ ਦਾ ਘਰ ਹੈ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦਾ ਘਰ, ਉਹ ਸੁਪਨ ਸਾਜ ਦਾ ਘਰ
ਜਿਸ ਨੇ ਪ੍ਰੀਤਨਗਰ ਦਾ ਸੁਪਨਾ ਲਿਆ ਤੇ ਸੁਪਨਾ ਸਿਰਜਿਆ ਤੇ ਫਿਰ ਉਹ ਸੁਪਨਾ ਪ੍ਰਵਾਨ ਵੀ ਚੜਿਆ। ਬੇਸ਼ੱਕ ਬਾਅਦ ਦੇ ਵਕਤ ਦੇ ਹਾਲਾਤਾਂ ਨੇ ਔਰ ਬਦਲਦੇ ਹਾਲਾਤਾਂ ਨੇ ਉਹ ਸੁਪਨਾ ਕਈ ਵਾਰੀ ਢਹਿ ਢੇਰੀ ਵੀ ਹੋਇਆ, ਫਿਰ ਅੱਗੇ ਤੁਰਦਾ ਰਿਹਾ ਤੇ ਅੱਜ ਇੱਕ ਵਾਰੀ ਫਿਰ ਜਿਹੜਾ ਕਿ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੇ ਰੂਪ ਵਿੱਚ ਫਿਰ ਉਹ ਸੁਪਨਾ ਅੱਗੇ ਤੁਰਦਾ ਪਿਆ। ਆਓ ਆਪਾਂ ਇਹ ਘਰ ਦੇ ਅੰਦਰੋਂ ਦਰਸ਼ਨ ਕਰਦੇ ਹਾਂ ਤੇ ਉਹ ਜਗ੍ਹਾ ਵੇਖਦੇ ਹਾਂ ਜਿੱਥੇ ਉਹ ਸੁਪਨ ਸਾਜ ਨੇ ਬੈਠ ਕੇ ਬਹੁਤ ਸਾਰੀਆਂ ਕਹਾਣੀਆਂ, ਨਾਵਲ, ਨਾਟਕ ਲਿਖੇ ਔਰ ਬਹੁਤ ਕੁਝ ਜ਼ਿੰਦਗੀ ਨੂੰ ਦਿੱਤਾ। ਆਓ ਚੱਲੀਏ। ਸੁਪਨਿਆਂ ਦੀ ਧਰਤੀ ਇਹ ਹੈ ਸੁਪਨਿਆਂ ਦੀ ਧਰਤੀ, ਸੁਪਨਿਆਂ ਦੀ ਧਰਤੀ ਇਹ ਹੈ ਸੁਪਨਿਆਂ ਦੀ ਧਰਤੀ। ਇੱਕ ਸੁਪਨ ਸਾਜ਼ ਜੋ ਸੁਪਨਾ ਬੀਜੇ ਆਪਣੀ ਰੀਝ ਦਾ, ਆਪਣੀ ਰੀਝ ਦਾ, ਹਾਂ ਆਪਣੀ ਰੀਝ ਦਾ। ਆ ਜਾਓ ਇੱਧਰ ਆਓ ਵੀ ਸਾਰੇ ਜਣੇ। ਤੁਹਾਨੂੰ ਦੱਸਾਂ ਇਹ ਘਰ ਪੰਜਾਬੀ ਸਾਹਿਤ ਦੇ ਮਹਾਨ ਨਾਵਲਕਾਰ ਸਰਦਾਰ ਨਾਨਕ ਸਿੰਘ ਹੋਰਾਂ ਦਾ ਘਰ ਹੈ, ਜੋ ਕਿ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੇ ਪਰਮ ਪਿਆਰੇ ਮਿੱਤਰ ਸੀ ਤੇ ਉਹ ਹਮੇਸ਼ਾ ਲਈ ਇੱਥੇ ਆ ਕੇ ਵਸ ਗਏ। ਇੱਥੇ ਰਹਿੰਦਿਆਂ ਉਹਨਾਂ ਨੇ ਆਪਣੇ ਪ੍ਰਸਿੱਧ ਨਾਵਲ ਜਿਵੇਂ ਗਰੀਬ ਦੀ ਦੁਨੀਆ, ਪਿਆਰ ਦੀ ਦੁਨੀਆ, ਲਵ ਮੈਰਿਜ, ਧੁੰਦਲੇ ਪਰਛਾਵੇਂ, ਚਿੱਟਾ ਲਹੂ ਤੇ ਪਵਿੱਤਰ ਪਾਪੀ ਵਰਗੇ ਨਾਵਲ ਲਿਖੇ। ਪਵਿੱਤਰ ਪਾਪੀ ਨਾਵਲ ਜਾਣਦੇ ਹੋ ਵੀ ਉਹ ਇੱਕ ਅਜਿਹਾ ਨਾਵਲ ਹੈ ਜਿਹਦੇ ਉੱਤੇ ਬਾਲੀਵੁੱਡ ਵਾਲਿਆਂ ਨੇ ਫਿਲਮ ਵੀ ਬਣਾਈ ਸੀ। ਜਤਿੰਦਰ ਭੈਣ ਜੀ ਤੁਹਾਨੂੰ ਯਾਦ ਹੋਣਾ ਵਾ ਇੱਕ ਪੰਜਾਬੀ ਦੀ ਬੜੀ ਮਸ਼ਹੂਰ ਫਿਲਮ ਹੋਈ ਸੀ ਜਿਹਦੇ ਨਾਲ ਲੋਕਾਂ ਦੀਆਂ ਬੜੀਆਂ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਸੀ। ਹਾਂ ਹਾਂ, ਨਾਨਕ ਦੁਖੀਆ ਸਭ ਸੰਸਾਰ। ਹਾਂ, ਉਸ ਫਿਲਮ ਦਾ ਨਾਮ ਸੀ ਨਾਨਕ ਦੁਖੀਆ ਸਭ ਸੰਸਾਰ। ਫਿਲਮ ਦੀ ਸਕ੍ਰਿਪਟ ਵੀ ਸਰਦਾਰ ਨਾਨਕ ਸਿੰਘ ਹੋਰਾਂ ਨੇ ਲਿਖੀ ਸੀ। ਨਹੀਂ ਹੋ ਭਾਈ ਦੂਲਿਆ, ਇਸ ਵਿੱਚ ਮੇਰੀ ਦਇਆ ਹੋਇਆ ਕੁਛ ਨਹੀਂ, ਇਹ ਤਾਂ ਤੁਸਾਂ ਦੋਵਾਂ ਮਿੱਤਰਾਂ ਦੀ ਮਿਹਨਤ ਦਾ ਫਲ ਹੈ, ਮਿਹਨਤ ਦਾ। ਪਰ ਬਾਪੂ ਜੀ, ਜੇ ਤੁਸੀਂ ਸਾਨੂੰ ਪਹਿਲੀ ਨਾ ਦਿਵਾਉਂਦੇ ਤਾਂ ਪਤਾ ਨਹੀਂ ਹੁਣ ਨੂੰ ਕਿੱਥੇ ਰੁਲਦੇ ਹੁੰਦੇ। ਮੈਂ ਕਿਹੜਾ ਅਹਿਸਾਨ ਕੀਤਾ ਹੈ? ਤੁਸਾਂ ਵੀ ਤਾਂ ਥੋੜਾ ਥੋੜਾ ਕਰਕੇ ਮੇਰੀ ਸਾਰੀ ਰਕਮ ਮੋੜ ਦਿੱਤੀ। ਸਗੋਂ ਮੈਨੂੰ ਤਾਂ ਹਿਰਖ ਹੈ ਇਸ ਗੱਲ ਦਾ, ਬਈ ਸਰਕਾਰ ਨੇ ਇੱਧਰ ਜ਼ਮੀਨ ਅਲਾਟ ਨਾ ਕਰਕੇ ਤੁਹਾਡੇ ਨਾਲ ਬੜਾ ਧੱਕਾ ਕੀਤਾ ਹੈ। ਸਾਡਾ ਅਲਾਟ ਕਰਾਉਣ ਵਾਲਾ ਰਿਹਾ ਜੂ ਕੋਈ ਨਹੀਂ। ਮਾਂ ਪਿਓ ਜੀ ਦੇ ਰਹਿੰਦੇ ਤਾਂ ਅਸੀਂ ਵੀ ਅਲਾਟੀਏ ਬਣ ਜਾਂਦੇ। ਤਦੇ ਤੇ ਬਾਬਾ ਨਾਨਕ ਕਹਿ ਗਏ, ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ। ਜਦੋਂ ਅਸੀਂ ਪ੍ਰੀਤਨਗਰ ਆ ਗਏ ਉਦੋਂ ਉਸ ਤੋਂ ਬਾਅਦ ਵੀ ਉਹ ਸਿਖਰ ਤੇ ਪਹੁੰਚ ਗਈ। ਉਹਨਾਂ ਦਾ ਨਾਂ ਸੀ PL ਸਿੰਘ ਔਰ ਐਕਚੁਅਲੀ ਉਹ ਮੋਸਟ ਪ੍ਰੋਬਬਲੀ ਬਿਹਾਰ ਸਾਈਡ ਤੇ ਜਾਂ ਬੰਗਾਲ ਸਾਈਡ ਤੇ ਸੀ, ਪਰ ਪੰਜਾਬੀ ਪ੍ਰੋਨਾਂਸ ਔਖੇ ਹੋ ਕੇ ਕਰਦੇ ਸੀ। ਪਰ ਬਾਊ ਜੀ ਨੇ ਉਹਨਾਂ ਨੂੰ ਮਾਰਨਿੰਗ ਅਸੈਂਬਲੀ ਵਾਸਤੇ ਗੀਤ ਲਿਖ ਕੇ ਦੇਣੇ ਔਰ ਉਹਨਾਂ ਨੇ ਉਹਨਾਂ ਗੀਤਾਂ ਦੇ ਉੱਤੇ ਪਾਰਟਿਕੂਲਰ ਟਿਊਨ, ਜੇ ਕੋਈ ਬਸੰਤ ਦੇ ਮੌਸਮ ਦੇ ਉੱਤੇ ਕੋਈ ਬਾਊ ਜੀ ਨੇ ਗੀਤ ਲਿਖ ਕੇ ਦਿੱਤਾ, ਉਹਨਾਂ ਨੇ ਉਹਨੂੰ ਟਿਊਨ ਕਰਨਾ ਔਰ ਟਿਊਨ ਜਿਹੜੀ ਜਿੱਥੇ ਟਿਊਨਿੰਗ ਕਰਦੇ ਸੀ ਉਹ ਬਸੰਤ ਰਾਗ ਦੇ ਵਿੱਚ ਕਰਨੀ ਉਹਨਾਂ ਨੇ PL ਸਿੰਘ ਜੀ ਨੇ। ਅਸੈਂਬਲੀ ਸਵੇਰ ਦੇ ਵਕਤ ਜਿਹੜੀ ਸੀ ਉਹ ਦੇਸ਼ ਭਗਤੀ ਦੇ ਗੀਤ ਨਾਲ ਆਰੰਭ ਹੁੰਦੀ ਸੀ ਕਿ ਜਿਹੜੇ ਕੋਈ ਕੁਛ ਗਾਣੇ ਇਹੋ ਜਿਹੇ ਸੀ ਕਿ ਮੈਨੂੰ ਹਾਲੇ ਤੱਕ ਯਾਦ ਨੇ ਕਿ ਸਾਰੇ ਬੱਚਿਆਂ ਨੇ ਉੱਠ ਕੇ ਖਲੋ ਜਾਣਾ ਔਰ ਉਹ ਜਿਹੜੀ ਟਿਊਨ ਉਹਨਾਂ ਨੇ PL ਸਿੰਘ ਜੀ ਨੇ ਬਣਾਉਣੀ, ਉਹਨਾਂ ਨੇ ਨਾਲ ਹਾਰਮੋਨੀਅਮ ਤੋਂ ਟਿਊਨ ਕਰਨੀ ਤੇ ਦੋ ਤਿੰਨ ਬੱਚਿਆਂ ਨੇ ਪਹਿਲਾਂ ਪੜ੍ਹਨਾ, ਬਾਕੀ ਸਾਰੇ ਬੱਚਿਆਂ ਨੇ। ਉਹ ਬਾਊ ਜੀ ਦਾ ਲਿਖਿਆ ਹੋਇਆ ਗੀਤ ਸੀ ਕਿ ਮੈਂ ਆਪਣੇ ਨਿਰਬਲ ਭਾਰਤ ਵਿੱਚ ਨਵਜੀਵਨ ਫੇਰ ਲਿਆਵਾਂਗਾ, ਮੈਂ ਇਸ ਦੀਆਂ ਮੁਰਦਾ ਨਾੜਾਂ ਵਿੱਚ ਕੋਈ ਖੂਨ ਨਵਾਂ ਗਰਮਾਵਾਂਗਾ। ਇਸ ਟਾਈਮ ਬਾਊ ਜੀ ਨੂੰ ਡਾਕ ਬਹੁਤ ਜ਼ਿਆਦਾ ਆਉਂਦੀ ਹੁੰਦੀ ਸੀ ਤੇ ਉਹ ਹਰ ਚਿੱਠੀ ਦਾ ਜਵਾਬ ਦਿੰਦੇ ਸੀ। ਉਹਨਾਂ 'ਚ ਬੜੀ ਵੱਡੀ ਖੂਬੀ ਸੀ, ਇੰਨਾ ਲਿਖਣ ਦੇ ਬਾਵਜੂਦ ਉਹਨਾਂ ਨੇ ਢੇਰ ਚਿੱਠੀਆਂ ਦਾ ਜਵਾਬ ਦੇਣਾ। ਔਰ ਜਿਹੜੀ ਇੱਕ ਹੋਰ ਉਹ ਗੱਲ ਕਹਿੰਦੇ ਹੁੰਦੇ ਸੀ ਆਪਣੇ ਪਾਠਕਾਂ ਨੂੰ, ਉਹ ਕਹਿੰਦੇ ਸੀ ਕਿ ਮੈਨੂੰ ਕੋਈ ਜਵਾਬੀ ਖੱਤ, ਉਦੋਂ ਬੜਾ ਰਿਵਾਜ ਹੁੰਦਾ ਕਿ ਜਵਾਬੀ ਖੱਤ ਭੇਜੋ ਤਾਂ ਮੈਂ ਜਵਾਬ ਦਿਆਂਗਾ, ਮੈਨੂੰ ਨਹੀਂ ਭੇਜਣਾ ਟਿਕਟ ਲੱਗਾ ਲਿਫਾਫਾ ਜਾਂ ਪੋਸਟ ਕਾਰਡ, ਜਵਾਬੀ ਨਹੀਂ ਭੇਜਣਾ, ਮੈਂ ਕੋਲੋਂ ਲਿਖਾਂਗਾ। ਫਿਰ ਜਦੋਂ ਉਹਨਾਂ ਨੇ ਕਾਫੀ ਚਿੱਠੀਆਂ ਲਿਖਣੀਆਂ, ਉਹਨਾਂ ਦੇ ਐਡਰੈਸ ਵਗੈਰਾ ਲਿਖਣ ਦਾ ਸਾਰਾ ਕੰਮ ਮੈਂ ਕਰਨਾ। ਹੋਰ ਵੀ ਉਹਨਾਂ ਦੀ ਜਿਹੜੀ ਚਿੱਠੀ ਪੱਤਰ ਆਣੀ, ਉਹਦਾ ਸਮਝੋ ਕਿ PA ਦਾ ਕੰਮ ਮੈਂ ਨਾਲ ਥੋੜ੍ਹੀ ਦੇਰ ਕਰਦਾ ਰਿਹਾ ਵਾਂ ਪੜ੍ਹਦਿਆਂ।
ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਇਹ ਘਰ ਜਿਹੜਾ ਸਾਡੇ ਪੰਜਾਬੀ ਦੇ ਬੜੇ ਹੀ ਮਸ਼ਹੂਰ ਕਹਾਣੀਕਾਰ ਨੇ ਸਰਦਾਰ ਮੁਖਤਾਰ ਸਿੰਘ ਗਿੱਲ। ਇਹ ਮੁਖਤਾਰ ਗਿੱਲ ਜੇ ਕਹਿ ਲਈਏ ਕਿ ਅੱਜ ਦੇ ਸਮਿਆਂ ਦੇ ਵਿੱਚ ਪ੍ਰੀਤਨਗਰ ਦੇ ਵਿੱਚ ਕੋਈ ਇੱਕੋ ਇੱਕ ਸਾਹਿਤਕਾਰ ਹੈ ਤਾਂ ਮੁਖਤਾਰ ਗਿੱਲ ਹੋਰੀ ਨੇ। ਔਰ ਇੱਕ ਬੜੀ ਹੋਰ ਖਾਸ ਗੱਲ ਹੈ ਕਿ ਮੁਖਤਾਰ ਗਿੱਲ ਹੋਰਾਂ ਦੀ ਬੜੀ ਹੀ ਪ੍ਰਸਿੱਧ ਕਹਾਣੀ ਹੈ ਆਲਣਾ। ਉਹਦੇ ਉੱਤੇ ਆਧਾਰਿਤ ਜਿਹੜੀ ਸਾਡੀ ਪੰਜਾਬੀ ਦੀ ਇੱਕ ਬੜੀ ਮਸ਼ਹੂਰ ਫਿਲਮ ਹੋਈ ਸੀ ਵਿਸਾਖੀ। ਵਿਸਾਖੀ ਫਿਲਮ ਮੁਖਤਾਰ ਗਿੱਲ ਹੋਰਾਂ ਨੇ ਲਿਖੀ ਸੀ। ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਇਹ ਸਾਡੇ ਉਮਾ ਭੈਣ ਜੀ ਨੇ, ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ, ਇਹ ਉਹਨਾਂ ਦੇ ਬੇਟੀ ਨੇ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਉਮਾ ਭੈਣ ਜੀ ਜਿਹੜੀ ਇਸ ਵੇਲੇ ਸਰਦਾਰ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਹੈ ਉਹਦੇ ਪ੍ਰੈਜ਼ੀਡੈਂਟ ਵੀ ਨੇ। ਔਰ ਇਹ ਇੰਨਾ ਕੰਮ ਕਰਦੇ ਪਏ ਨੇ। ਔਰ ਕਦੋਂ ਤੋਂ ਸ਼ੁਰੂ ਹੋਏ ਕਿ 1939 ਦੇ ਵਿੱਚ ਜਦੋਂ ਇਹ ਪ੍ਰੀਤਨਗਰ ਬਣਿਆ ਸੀ ਤੇ ਸਕੂਲ ਸੀਗਾ। ਔਰ ਸਭ ਤੋਂ ਪਹਿਲੀ ਵਾਰ ਉਦੋਂ ਹਾਲੇ ਕੁੜੀਆਂ ਨਾਟਕਾਂ ਦੇ ਵਿੱਚ ਕੰਮ ਨਹੀਂ ਸੀ ਕਰਦੀਆਂ, ਪਰ ਉਮਾ ਭੈਣ ਜੀ ਨੇ ਉਦੋਂ ਰਾਜਕੁਮਾਰੀ ਲਤਿਕਾ ਦਾ ਰੋਲ ਕੀਤਾ ਸੀ ਨਾਟਕ ਦੇ ਵਿੱਚ। ਸੁਪਨੇ ਬੀਜਦਾ, ਹਾਂ ਸੁਪਨੇ ਬੀਜਦਾ, ਸੁਪਨੇ ਬੀਜਦਾ, ਹਾਂ ਸੁਪਨੇ ਬੀਜਦਾ। ਅੱਛਾ ਸੁਣੋ ਸਾਰੇ ਜਣੇ, ਹਲੋ ਆ ਸਾਹਮਣੇ ਘਰ ਵੇਖਦੇ ਪਏ ਹੋ? ਇਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਦਾ ਘਰ ਹੈ। ਬਲਰਾਜ ਸਾਹਨੀ ਨੇ ਇੱਥੇ ਰਹਿੰਦੇ ਹੀ ਆਪਣਾ ਪਾਕਿਸਤਾਨੀ ਸਫ਼ਰਨਾਮਾ ਉਹਨਾਂ ਨੇ ਇੱਥੇ ਰਹਿ ਕੇ ਲਿਖਿਆ ਸੀ। ਉਹਨਾਂ ਨੇ ਆਪਣੇ ਬਹੁਤ ਸਾਰੇ ਨਾਟਕ ਜਿਹੜੇ ਇੱਥੇ ਲਿਖੇ, ਜਿਹੜੇ ਕਿ ਬਾਅਦ ਵਿੱਚ ਉਹਨਾਂ ਨੇ ਅੰਮ੍ਰਿਤਸਰ ਜਿਹੜਾ ਓਪਨ 에ਅਰ ਥੀਏਟਰ ਵਿੱਚ ਖੇਡਦੇ ਵੀ ਰਹੇ। ਕਰਾਂ ਤੇ ਸੋਚਾਂ ਦੇ ਬਾਹਰ ਕੋਈ ਵਲਗਣ ਨਾ ਹੋਵੇ, ਕੋਈ ਵਲਗਣ ਨਾ ਹੋਵੇ, ਕੋਈ ਵਲਗਣ ਨਾ ਹੋਵੇ। ਇਹ ਪੈਰੀਏ ਜਿਹੜਾ ਘਰ ਤੁਸੀਂ ਦੇਖ ਰਹੇ ਹੋ, ਇਹ ਸਰਦਾਰ ਨਵਤੇਜ ਸਿੰਘ ਹੋਰਾਂ ਦਾ ਘਰ ਹੈ। ਸਰਦਾਰ ਨਵਤੇਜ ਸਿੰਘ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦੇ ਵੱਡੇ ਬੇਟੇ ਸੀ। ਔਰ ਉਹਨਾਂ ਨੇ ਬਹੁਤ ਲੰਮਾ ਸਮਾਂ ਪ੍ਰੀਤਲੜੀ ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ। ਔਰ ਆਪਣੇ ਸਮਿਆਂ ਦੇ ਕੀ ਅੱਜ ਦੇ ਸਮਿਆਂ ਦੇ ਵੀ ਉਹ ਵੱਡੇ ਕਹਾਣੀਕਾਰ ਗਿਣੇ ਜਾਂਦੇ ਨੇ। ਉਹਨਾਂ ਨੇ ਬਹੁਤ ਸਾਰੀਆਂ ਖੂਬਸੂਰਤ ਕਹਾਣੀਆਂ ਲਿਖੀਆਂ। ਤੁਹਾਨੂੰ ਯਾਦ ਹੋਵੇਗਾ ਅਸੀਂ ਇੱਕ ਨਾਟਕ ਵੀ ਪੈਂਜ ਕੀਤਾ ਸੀਗਾ ਜਿਹੜਾ ਮੇਰੀ ਧਰਤੀ ਮੇਰੇ ਲੋਕ। ਸਰਦਾਰ ਨਵਤੇਜ ਸਿੰਘ ਹੋਰਾਂ ਦਾ ਬਹੁਤ ਹੀ ਇੱਕ ਪ੍ਰਸਿੱਧ ਕਾਲਮ ਹੁੰਦਾ ਸੀਗਾ ਪ੍ਰੀਤਲੜੀ ਮੈਗਜ਼ੀਨ ਦੇ ਵਿੱਚ, ਮੇਰੀ ਧਰਤੀ ਮੇਰੇ ਲੋਕ। ਇਹ ਅਸੀਂ ਨਾਮ ਉੱਥੋਂ ਹੀ ਲਿਆ ਸੀ ਤੇ ਉਹਦੇ ਵਿੱਚ 8 ਕਹਾਣੀਆਂ ਸਰਦਾਰ ਨਵਤੇਜ ਸਿੰਘ ਹੋਰਾਂ ਦੀਆਂ ਸ਼ਾਮਿਲ ਸਨ। ਔਰ ਉਹਨਾਂ ਦੇ ਸੁਪਤਨੀ ਸ਼੍ਰੀਮਤੀ ਮਹਿੰਦਰ ਕੌਰ, ਉਹ ਆਪਣੇ ਸਮਿਆਂ ਦੇ ਵਿੱਚ ਬਹੁਤ ਹੀ ਜੁਝਾਰੂ ਲੇਡੀ ਸਨ। ਔਰ ਉਹਨਾਂ ਨੇ ਬਹੁਤ ਲੰਮਾ ਸਮਾਂ ਜਿਹੜਾ ਕਿ ਸਰਦਾਰ ਨਵਤੇਜ ਸਿੰਘ ਹੋਰਾਂ ਦੇ ਨਾਲ ਇੱਥੇ ਪ੍ਰੀਤਨਗਰ ਦੇ ਵਿੱਚ, ਪ੍ਰੀਤਲੜੀ ਦੇ ਵਿੱਚ ਉਹਨਾਂ ਦਾ ਲੰਮਾ ਸਮਾਂ ਸਾਥ ਦਿੱਤਾ। ਸਭ ਲੇਖਕ ਹੋਵਣ ਇਕੱਠੇ ਤੇ ਕੁਝ ਨਵੇਂ ਵਿਚਾਰ ਕਰਨ, ਸਭ ਲੇਖਕ ਹੋਵਣ ਇਕੱਠੇ ਤੇ ਕੁਝ। ਅੱਛਾ ਬਈ ਮੇਰੀ ਗੱਲ ਸੁਣੋ ਸਾਰੇ ਜਣੇ। ਆ ਜਿਹੜੇ ਘਰ ਦੇ ਵਿੱਚ ਤੁਸੀਂ ਬੈਠੇ ਇੱਥੇ ਆ ਠੰਡਾ ਪਾਣੀ ਪੀਂਦੇ ਹੋ ਨਾ, ਇਹ ਘਰ ਆਪਣੇ ਸਮਿਆਂ ਦੀ ਹਿੰਦੀ ਫਿਲਮਾਂ ਦੀ ਬਹੁਤ ਹੀ ਮਸ਼ਹੂਰ ਅਭਿਨੇਤਰੀ ਅਚਲਾ ਸਚਦੇਵ ਦਾ ਘਰ ਹੈ। ਹਾਂ, ਅਸਲੀ ਨਾਮ ਉਹਦਾ ਵੈਸੇ ਰਜਿੰਦਰ ਕੌਰ ਹੈ। ਤੁਸੀਂ ਉਹ ਵਕਤ ਫਿਲਮ ਦੇਖੀ ਹੈ ਕਿ ਨਹੀਂ, ਜਿਹੜੀ ਰਾਜਕੁਮਾਰ, ਸ਼ਸ਼ੀ ਕਪੂਰ, ਬਲਰਾਜ ਸਾਹਨੀ ਵਾਲੀ? ਉਹਦੇ ਵਿੱਚ ਬੜਾ ਇੱਕ ਮਸ਼ਹੂਰ ਗੀਤ ਸੀਗਾ ਉਹਦਾ, ਕੀ ਸੀ ਉਹੀ, ਉਹ ਮੇਰੀ ज़ोहरा ज़बी तुझे मालूम नहीं। और मैं ਅੱਛਾ ਬਈ, ਇਸ ਘਰ ਦੀ ਤੁਹਾਨੂੰ ਇੱਕ ਹੋਰ ਵੱਡੀ ਗੱਲ ਦੱਸਦਾ। ਸਾਡੇ ਪੰਜਾਬੀ ਦੇ ਸਭ ਤੋਂ ਵੱਡੇ ਨਾਟਕਕਾਰ ਬਲਵੰਤ ਗਾਰਗੀ ਨੇ ਆਪਣਾ ਸਭ ਤੋਂ ਮਸ਼ਹੂਰ ਨਾਟਕ ਲੋਹਾ ਕੁੱਟ ਜਿਹੜਾ ਇਸ ਘਰ ਦੇ ਵਿੱਚ ਬੈਠ ਕੇ ਰਚੀ ਸੀ। ਔਰ ਉਹ ਲੋਹਾ ਕੁੱਟ ਨਾਟਕ
ਆ ਜਿਹੜਾ ਕਮਰਾ ਤੁਸੀਂ ਦੇਖ ਰਹੇ ਹੋ ਇਸ ਕਮਰੇ ਦੇ ਵਿੱਚ ਲਿਖਿਆ ਸੀ ਉਹਨਾਂ ਨੇ। ਔਰ ਹੋਰ ਵੀ ਵੱਡੀ ਗੱਲ ਇਹ ਹੈ ਵੀ ਲੋਹਾ ਕੁੱਟ ਨਾਟਕ ਲਿਖਿਆ ਵੀ ਇੱਥੇ ਗਿਆ ਔਰ ਪਹਿਲੀ ਵਾਰ ਖੇਡਿਆ ਵੀ ਪ੍ਰੀਤਨਗਰ ਦੇ ਵਿੱਚ ਹੀ ਗਿਆ। ਜਿਹੜਾ ਤੁਸੀਂ ਬਾਹਰ ਆ ਤਲਾਬ ਵੇਖਿਆ ਨਾ, ਇਹ ਪਹਿਲੇ ਉਦੋਂ ਓਪਨ 에ਅਰ ਥੀਏਟਰ ਹੁੰਦਾ ਸੀਗਾ ਔਰ ਇੱਥੇ ਲੋਹਾ ਕੁੱਟ ਖੇਡਿਆ ਗਿਆ। ਔਰ ਖੂਬਸੂਰਤ ਗੱਲ ਇਹ ਹੈ ਅਚਲਾ ਸਚਦੇਵ ਨੇ ਲੋਹਾ ਕੁੱਟ ਦੇ ਵਿੱਚ ਸੰਤੀ ਦਾ ਰੋਲ ਨਿਭਾਇਆ ਸੀ। ਸੁਹਾਗ ਰਾਤ ਵਾਲੇ ਦਿਨ ਜਦੋਂ ਤੂੰ ਸ਼ਰਾਬ ਨਾਲ ਰੱਜ ਕੇ ਕਮਰੇ 'ਚ ਆਇਆ ਸੀ ਤਾਂ ਆਉਂਦਿਆਂ ਤੂੰ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੱਤਾ ਤੇ ਮੈਨੂੰ ਫੜ ਲਿਆ। ਮੇਰੇ ਸਰੀਰ ਨੂੰ ਜਗਾਏ ਬਗੈਰ ਤੈਨੂੰ ਆਪਣੇ ਡੌਲਿਆਂ ਤੇ ਘਮੰਡ ਸੀ, ਆਪਣੇ ਹੱਥਾਂ ਤੇ ਘਮੰਡ ਸੀ ਜਿਨ੍ਹਾਂ ਨੂੰ ਸਿਰਫ ਲੋਹਾ ਕੁੱਟਣ ਦੀ ਆਦਤ ਸੀ ਤੇ ਤੂੰ ਮੈਨੂੰ ਵੀ ਲੋਹਾ ਹੀ ਸਮਝ ਲਿਆ। ਲੋਹਾ ਜਿਸ ਵਿੱਚ ਕੋਈ ਰੀਝ ਨਹੀਂ ਹੁੰਦੀ, ਕੋਈ ਚਾਹ ਨਹੀਂ ਹੁੰਦਾ ਤੇ ਤੈਨੂੰ ਕੋਈ ਪਤਾ ਨਹੀਂ ਕਿ ਮੇਰਾ ਸਰੀਰ ਕੀ ਚਾਹੁੰਦਾ, ਮੇਰੇ ਮਨ ਦੀ ਆਵਾਜ਼ ਕੀ ਹੈ, ਮੇਰਾ ਮਨ ਕੀ ਚਾਹੁੰਦਾ। ਤੂੰ ਬਿਨਾਂ ਕੋਈ ਗੱਲ ਸੁਣਿਆ, ਬਿਨਾਂ ਕਿਸੇ ਗੱਲ ਦਾ ਜਵਾਬ ਸੁਣਿਆ ਮੇਰੇ ਤੇ ਟੁੱਟ ਪਿਆ ਤੇ ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਮੇਰੇ ਸਾਰੇ ਸਰੀਰ ਦੇ ਉੱਤੇ ਚਰੀਟਾਂ ਦੇ ਨਿਸ਼ਾਨ ਸੀ, ਤੇਰੀਆਂ ਨਾਂਦਰਾਂ ਦੇ ਨਿਸ਼ਾਨ ਸੀ। ਅਗਲੇ ਦਿਨ ਸ਼ਾਮ ਨੂੰ ਤੂੰ ਆਪਣੇ ਯਾਰਾਂ ਦੋਸਤਾਂ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਤੇ ਆਪਣੇ ਫਤਿਹ ਦੀਆਂ ਸ਼ੇਖੀਆਂ ਮਾਰ ਰਿਹਾ ਸੀ ਤੇ ਉਹ ਸਾਰੇ ਹੱਸ ਰਹੇ ਸੀ। ਉਹਨਾਂ ਦਾ ਹਾਸਾ ਮੈਂ ਅੰਦਰ ਬੈਠੀ ਨੇ ਸੁਣਿਆ ਜਿੱਥੇ ਮੈਂ ਸ਼ਰਮ ਨਾਲ ਭਿੱਜੀ ਬੈਠੀ ਸਾਂ। ਪਰ ਮੈਨੂੰ ਪਤਾ ਸੀ ਕਿ ਤੂੰ ਕੁਝ ਵੀ ਫਤਿਹ ਨਹੀਂ ਕੀਤਾ। ਜ਼ਖਮੀ ਸ਼ੇਰ ਵਾਂਗ ਤੂੰ ਆਪਣਾ ਹੀ ਲਹੂ ਚੱਟ ਰਿਹਾ ਸੀ। ਫਿਰ ਕੁਝ ਮਹੀਨਿਆਂ ਬਾਅਦ ਪੈਣੋ ਜੰਮੀ। ਮੈਂ ਉਹਦੇ ਪਾਲਣ ਪੋਸ਼ਣ 'ਚ ਲੱਗ ਗਈ, ਘਰ ਦਾ ਰੋਟੀ ਪਾਣੀ ਕਰਨਾ ਤੇ ਹੋਰ ਕੰਮਕਾਰ ਵੇਖਣ ਲੱਗ ਗਈ। ਫੇਰ ਦੀਪਾ ਜੰਮਿਆ, ਪੁੱਤ, ਖੁਸ਼ੀਆਂ ਮਨਾਈਆਂ ਗਈਆਂ, ਫੇਰ ਤੈਨੂੰ ਵਧਾਈਆਂ ਮਿਲੀਆਂ ਤੇ ਮੈਂ ਸੋਚ ਲਿਆ ਕਿ ਇਹੀ ਮੇਰੀ ਜ਼ਿੰਦਗੀ ਹੈ, ਇਹੀ ਮੇਰਾ ਭਵਿੱਖ ਹੈ। ਭਵਿੱਖ ਸ਼ਮਸ਼ਾਨ ਜਿੱਥੇ ਭਾਈਚਾਰਾ ਚੰਡਾਲ ਵਾਂਗ ਖੜਾ ਹੈ ਤੀਵੀ ਦੀਆਂ ਰੀਝਾਂ ਨੂੰ ਫੂਕਣ ਲਈ। ਅੱਛਾ, ਤੇ ਇਹ ਹੈ ਤੇਰੀ ਸੋਚ, ਪੁੱਠੀ ਸੋਚ। ਤੇਰੀ ਐਸੇ ਸੋਚ ਨੇ ਬੈਣ ਨੂੰ ਪੱਟਿਆ ਸੀ। ਉਹ ਅੱਜ ਵੀ ਮੇਰੇ ਸੁਪਨਿਆਂ ਚ ਆਉਂਦੀ ਹੈ ਤੇ ਆ ਕੇ ਮੈਨੂੰ ਕਹਿੰਦੀ ਹੈ ਕਿ ਉੱਠ। ਬਕਵਾਸ ਬੰਦ ਕਰ, ਤੇਰਾ ਮੈਂ ਸਿਰ ਪਾੜ ਦੇਗਾ। ਪ੍ਰੀਤਨਗਰ ਦਾ ਲੋਹੜੀ ਦਾ ਤਿਉਹਾਰ ਸਾਂਝੀ ਰਸੋਈ ਲਾਗਲੇ ਖੁੱਲੇ ਮੈਦਾਨ ਵਿੱਚ ਮਨਾਇਆ ਜਾਂਦਾ ਸੀ, ਜਿਹੜਾ ਲੋਕ ਸਾਹਿਤ ਦੀ ਬੜੀ ਖੂਬਸੂਰਤ ਵੰਨਗੀ ਪੇਸ਼ ਕਰਦਾ ਸੀ, ਕਿਉਂਕਿ ਇਸ ਵਿੱਚ ਲੋਕ ਗਾਇਕ, ਲੋਕ ਸਾਜਿੰਦੇ, ਪੰਡ ਮਰਾਸੀ ਆਦਿ ਆਉਂਦੇ ਸਨ। ਲੋਕ ਗੀਤਾਂ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਦੀਆਂ ਹੇਕਾਂ ਪੂਰੇ ਮਾਹੌਲ ਨੂੰ ਗਰਮਾ ਦਿੰਦੀਆਂ ਸਨ। ਪ੍ਰੀਤਨਗਰ ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ। ਪ੍ਰੀਤਨਗਰ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਸਾਡੇ ਪ੍ਰੀਤਨਗਰ ਇਹ ਸਾਡੇ ਸੁਪਨਿਆਂ ਦੀ ਧਰਤੀ ਹੈ, ਜਿਸ ਦੀ ਵਿਰਾਸਤ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਤੇ ਸਾਡਾ ਫਰਜ਼ ਵੀ ਹੈ, ਕਿਉਂਕਿ
मैं जदों पहली बार इस पिंड विच इस नगर विच गई सी, बड़ी खुश हुई सी कि मैं उस वेले रशिया तो होके आई सी। भारत सरकार ने मैनू भेजा सी और जदों मैं इत्थे आके वेख्या तो मैनू रशिया ही नज़र आया, क्योंकि मैनू यह थिएटर बहुत अच्छा लगा। और मैं वैसे भी थिएटर की बहुत प्रेमण हाँ, जिन्होंने कहते हैं कि देख के मैं बहुत खुश होनी हाँ। और बहुत ही खुशी मैनू हुई कि एक कोई नगर ऐसा भी है जिहदे विच साडे थिएटर भी बने हुए आ। साल के अंत विच 7 रोज़ा सभ्याचारक उत्सव किया जाता है, ਜਿਹੜਾ कि 25 ਤੋਂ 31 ਦਸੰਬਰ तक ਚੱਲਦਾ ਸੀ। ਇਸ ਵਿੱਚ ਕਲਾਸਿਕੀ ਕਲਾਵਾਂ ਅਤੇ ਡਰਾਮਿਆਂ ਦੀ ਪੇਸ਼ਕਾਰੀ ਹੁੰਦੀ ਸੀ। मैं स्वतंत्र नहीं सी ते ना ही होना। मैं तुहाडे सच्चे प्यार दे ताके नाल इन्नी कस के बच चुकी सी कि मैं उस ताके नूं हुण भी खोलना नहीं चाहती। मैं तुहाडी उड़ान दे पिछे पिछे दूर तक उडारी मारना चाहनी हाँ। बस प्रेम बद्धी, बस कर। भगवान जदों तुहाडे सिर ते मुकुट सजाएगा तो मैनू कहेगा, वाह वाह राजा हरीशचंद्र, सत्यवादी राजा हरीशचंद्र, वाह तू एक स्वामी नू खुश कीता है, पर एक कोमल हिरदे नू दिखाया है। तू एक मंदिर नू सजाया है, पर एक घर नू उजाड़िया है। इसलिए तेनू इनाम मिलना चाहिए है, इनाम, बहुत वड्डा इनाम, शौहरत दा इनाम। कि वो इनाम तेनू मिल चुका है, मिल चुका है। हर साल का अंतला दिन बरसाती नाले सक्की दे किनारे पिकनिक के रूप में मनाया जाता है। इस विच परले पत्तन तो लोग बेड़ियां राही आउंदे सन। इत्थे आए इन्हां लोकां नूं प्रीतनगर दे वासियां नाल रल के अपनियां पेशकारियां दा भरपूर मौका दिता जाता सी। पर प्रीत मिलनी प्रीतनगर की सब तो महत्वपूर्ण ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀ ਹੋ ਨਿਪੜੀ, क्योंकि इस विच महान साहित्यकार, कलाकार ते बुद्धिजीवी शामिल हुंदे सन, जो कि आम लोकां नाल बैठ के राजनीति, साहित्य, रंगमंच ਅਤੇ सिक्ख्या के मसलियां ते विचार वटांदरा करते सन। बुद्धिजीवी भी लोकां नाल सवाल जवाब करते सन। इस सब कासे दे बहुत उसारू सिट्टे निकलते। ये प्रीत मिलनियां 3 दिन लगातार चलदियां। सरदार गुरबख्श सिंह होरां वल्लों उचेचे तौर पर इस तालाब नूं ओपन एयर थिएटर वजों वरत्या गया। इस दे मध्य विच मंच हुंदा सी, जिथे नाटक ਅਤੇ होर कई सभ्याचारक कलावां दी पेशकारी कीती जांदी सी। इन्हां प्रीत मिलनियां विच नਵੇਂ-नਵੇਂ प्रयोग कीते जांदे। इन्हां विच सब तो इतिहासक प्रयोग ये सी कि पंजाबी नाट जगत के इतिहास विच सब तो पहली बार 7 जून 1939 नूं ते फिर प्रीतनगर विच खेडे जांदे सारे ही नाटकां विच इस्त्री पात्रां दी भूमिका इस्त्री अदाकारावां कोलों ही करवाईयां जांदियां सन, जदों कि प्रचलित रिवाज ये सी कि यह भूमिकावां पहला मर्द अदाकार ही निभाउंदे सन। अच्छा, राजकुमारी लतका नाटकदारी का लिखा हुआ सी ते जो पहला प्रीत मिलनियां होंदियां सन वो बहुत वड्डी स्केल ते नहीं सी होंदियां, उदों स्कूल विच ही होंदियां सन। तो वो स्कूल विच जदों कराया तो पार्ट उन्होंने मीरा जी नूं दिता हीरो दा, मैनूं राजकुमारी लतका दा पार्ट दिता ते साडी प्रिंसीपल दी वाइफ सी उन्हों मेड दा दासी दा। तो वो बड़ा सलाया गया। तो दूजे दिन लोगों ने ना एतराज़ किया कि एक तो कुड़ियां ड्रामिਆਂ 'ਚ आंदियां ही नहीं सन कि सरदार गुरबख्श सिंह ने कुड़ियां भेज दित्तियां ड्रामिਆਂ ਵਿੱਚ ਤੇ ਨਾਲੇ ਫਿਰ ਭੈਣ ਭਰਾ ਨੂੰ ਕਰਾ ਦਿੱਤਾ पार्ट हीरो हीरोइन का।
ਤੇ ਕਹਿੰਦੇ ਨੇ ਕਿ ਉਹ ਪਹਿਲਾਂ ਹੀ ਕੁੜੀਆਂ ਦਾ ਅੱਗੇ ਸਟੇਜ ਤੇ ਮੁੰਡੇ ਹੀ ਆਉਂਦੇ ਹੁੰਦੇ ਸਨ ਤੇ ਉਹ ਸਲਾਇਆ ਬਹੁਤ ਗਿਆ ਸੀ। ਇੱਥੇ ਕੀਤੀਆਂ ਜਾਂਦੀਆਂ ਇਹਨਾਂ ਸਾਰੀਆਂ ਬਹੁਪੰਤੀ ਤੇ ਬਹੁਪਾਵੀ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ ਪ੍ਰੀਤਨਗਰ ਵਿੱਚ ਆਰੰਭੀਆਂ ਗਈਆਂ ਸਮਾਜਿਕ ਗਤੀਵਿਧੀਆਂ ਵੇਖ ਕੇ ਪੰਜਾਬੀ ਨਾਟ ਜਗਤ ਦੀ ਅੰਗਰੇਜ਼ ਨੱਕੜਦਾਦੀ ਨੌਰਾ ਰਿਚਰਡ ਨੇ 22 ਨਵੰਬਰ 1941 ਨੂੰ ਆਖਿਆ ਸੀ, ਪ੍ਰੀਤਨਗਰ ਮਾਰੂਥਲ ਵਿੱਚ ਇੱਕ ਨਖਲਿਸਤਾਨ ਹੈ। ਇਹ ਇੱਕ ਨਹੀਂ, ਇੱਕ ਨਾਲੋਂ ਵੀ ਵੱਧ ਭਾਂਤ ਦਾ ਹੈ। ਇਹ ਜਿਹੜੀ ਸਕੂਲ ਦੀ ਇਮਾਰਤ ਤੇ ਡਿਓੜੀ ਤੁਸੀਂ ਦੇਖ ਰਹੇ ਹੋ, ਇੱਥੇ ਕਦੇ ਸਥਾਨਕ ਸਾਜੋ ਸਮਾਨ ਨਾਲ ਉਸਾਰੀ ਗਈ ਇੱਕ ਵਿਸ਼ਾਲ ਇਮਾਰਤ ਦਾ ਅਸਲ ਵਿੱਚ ਲਾਂਘਾ ਹੁੰਦਾ ਸੀ, ਜਿਸ ਦੇ ਵਿੱਚ ਇੱਕ ਸਕੂਲ ਵਸਿਆ ਹੋਇਆ ਸੀ। ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਇਸੇ ਸਕੂਲ ਸਦਕਾ ਪ੍ਰੀਤਨਗਰ ਦਾ ਸਿੱਖਿਆ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਸੀ। ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਪ੍ਰੀਤਨਗਰ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਸਕੂਲ ਬਣਾਇਆ ਗਿਆ। ਸੰਨ 1940 ਵਿੱਚ ਚਾਲੂ ਕੀਤੇ ਗਏ ਇਸ ਸਕੂਲ ਦਾ ਨਾਮ ਉੱਘੇ ਸਿੱਖਿਆ ਸ਼ਾਸਤਰੀ ਪ੍ਰੋਫੈਸਰ ਕੇ.ਜੀ. ਸਈਦੀਨ, ਜੋ ਕਿ ਬਾਅਦ ਵਿੱਚ ਭਾਰਤ ਦੇ ਸਿੱਖਿਆ ਮੰਤਰਾਲੇ ਦੇ ਸਕੱਤਰ ਵੀ ਰਹੇ, ਉਹਨਾਂ ਦੀ ਤਾਜ਼ਾ ਪ੍ਰਕਾਸ਼ਿਤ ਹੋਈ ਕਿਤਾਬ ਐਕਟੀਵਿਟੀ ਸਕੂਲ ਦੇ ਨਾਮ ਤੇ ਐਕਟੀਵਿਟੀ ਸਕੂਲ ਰੱਖਿਆ ਗਿਆ। ਮੈਂ ਉਸ ਵੇਲੇ ਕੋਈ 12 ਸਾਲ ਦਾ ਹੋਵਾਂਗਾ ਜਦੋਂ ਮੈਂ ਆਪਣੀ ਦਾਦੀ ਦੇ ਨਾਲ ਪਿੰਡ ਪਰੇ ਵੈਰੋ ਕੇ ਆ ਉਹਨੂੰ ਜਾਂਦਿਆਂ ਲਾਗੋਂ ਦੀ ਡੰਡੀ ਲੰਘਦੀ ਸੀ ਤੇ ਸਕੂਲ ਸਰਦਾਰ ਗੁਰਬਖਸ਼ ਸਿੰਘ ਨੇ ਪ੍ਰੀਤਨਗਰ ਦੇ ਵਿੱਚ ਬਣਾਇਆ ਸੀ। ਉਹਦੀਆਂ ਗਰਾਊਂਡਾਂ ਦੇ ਵਿੱਚ ਕੁੜੀਆਂ ਤੇ ਮੁੰਡੇ ਵਾਲੀਬਾਲ ਖੇਡਦੇ ਸਨ ਤੇ ਇਕੱਠੇ। ਮੈਂ ਉੱਥੇ ਰੁਕ ਗਿਆ ਤਾਂ ਮੇਰੀ ਦਾਦੀ ਕਹਿੰਦੀ ਏ, ਵੇ ਕਾਕਾ, ਵੇ ਆ ਜਾ, ਤੂੰ ਖਲੋ ਗਿਆ। ਤੇ ਮੈਂ ਕਿਹਾ, ਉਹ ਮਾਂ, ਇਹ ਕੀ ਹੈ? ਆਖੇ ਖੇਡਦੇ ਆ। ਕਿਹਾ ਕੁੜੀਆਂ ਤਾਂ ਮੁੰਡੇ ਇਕੱਠੇ ਖੇਡਦੇ ਆ। ਉਹ ਕਹਿੰਦੀ ਏ, ਕਾਕਾ, ਇਹ ਕਿਸੇ ਹੋਰ ਦੇਸ਼ ਦੇ ਲੋਕ ਇੱਥੇ ਆਏ ਨੇ। ਸੋ ਮੈਂ ਉਹਦੇ ਨਾਲ ਅੱਗੇ ਚਲਾ ਗਿਆ ਤੇ ਆਉਂਦੀ ਵਾਰ ਮੈਂ ਫਿਰ ਆਪਣੀ ਦਾਦੀ ਨੂੰ ਕਿਹਾ ਕਿ ਮੈਂ ਪ੍ਰੀਤਨਗਰ ਵੇਖਣਾ ਹੈ। ਉਸ ਵੇਲੇ ਕੋਠੀਆਂ ਬਣ ਰਹੀਆਂ ਸਨ, ਖੋਤਿਆਂ ਉੱਪਰ ਇੱਟਾਂ ਢੋਕ ਰਹੀਆਂ ਸਨ, ਪੱਠੇ ਦੁਆਲੇ ਪਾਏ ਹੋਏ ਸਨ ਤੇ ਲੋਕ ਕੰਮ ਕਰ ਰਹੇ ਸਨ। ਇਹ ਸਰਦਾਰ ਗੁਰਬਖਸ਼ ਸਿੰਘ ਵੀ ਚਿੱਟੀ ਪੁਸ਼ਾਕ ਪਾ ਕੇ ਮੈਨੂੰ ਫਿਰਦੇ ਨਜ਼ਰ ਆਏ ਤੇ ਮੈਨੂੰ ਦਿਖਾਇਆ ਵੀ ਇਹ ਸਰਦਾਰ ਆ ਜਿਹੜਾ ਇਹ ਪ੍ਰੀਤਨਗਰ ਨੂੰ ਵਸਾ ਰਿਹਾ। ਇਸ ਸਕੂਲ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਇਹ ਲੈ ਕੇ ਆਂਦਾ ਕਿ ਇਸ ਨੇ ਪੁਰਾਣੀਆਂ ਰਵਾਇਤੀ ਸਿੱਖਿਆ ਪ੍ਰਣਾਲੀਆਂ ਨੂੰ ਤੋੜਿਆ, ਭਾਵ ਕਿ ਇਸ ਦੀ ਸਿੱਖਿਆ ਵਿਦਿਆਰਥੀ ਕੇਂਦਰਿਤ ਸੀ। ਨਵੇਂ ਢੰਗ ਨਾਲ ਦਿੱਤੀ ਜਾਂਦੀ ਸਿੱਖਿਆ ਦੇ ਨਾਲ ਹੀ ਵਿਦਿਆਰਥੀਆਂ ਦੇ ਵਿਚਲੀਆਂ ਸੰਭਾਵਨਾਵਾਂ ਅਤੇ ਉਸ ਦੀਆਂ ਰੁਚੀਆਂ ਮੁਤਾਬਕ ਉਸ ਨੂੰ ਸਿੱਖਿਆ ਦਿੱਤੀ ਜਾਂਦੀ ਸੀ, ਜਿਵੇਂ ਕਿ ਕਿੱਤਾ ਮੁਖੀ ਸਿੱਖਿਆ ਵਿੱਚ ਤਰਖਾਣਾਂ ਦਾ ਕੰਮ, ਲੋਹਾਰਾਂ ਦਾ ਕੰਮ, ਚਮੜੇ ਦੀਆਂ ਸਜਾਵਟੀ ਵਸਤਾਂ, ਬਾਗਬਾਨੀ, ਕਾਗਜ਼ੀ ਸਜਾਵਟ, ਹੱਥ ਖੱਡੀਆਂ, ਸਟੇਸ਼ਨਰੀ ਦੀ ਦੁਕਾਨ ਚਲਾਉਣਾ ਆਦਿ ਦਾ ਅਭਿਆਸ ਅਤੇ ਕਲਾ ਮੁਖੀ ਸਿੱਖਿਆ, ਸੰਗੀਤ ਤੇ ਨ੍ਰਿਤਕਾਰੀ ਦੇ ਗੁਰ ਵੀ ਸਿਖਾਏ ਜਾਂਦੇ। ਇੱਥੇ ਇੱਕ ਤੀਜੀ ਤਰ੍ਹਾਂ ਦਾ ਸਕੂਲ ਸੀ, ਲਲਿਤ ਕਲਾ ਸਕੂਲ। ਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਦੁਨੀਆ ਦੇ ਮਹਾਨ ਚਿੱਤਰਕਾਰ ਸਰਦਾਰ ਸੋਭਾ ਸਿੰਘ ਇੱਥੇ ਖੁਦ ਰਹੇ ਅਤੇ ਉਹਨਾਂ ਨੇ ਇਸ ਸਕੂਲ ਵਿੱਚ ਬੱਚਿਆਂ ਨੂੰ ਚਿੱਤਰਕਾਰੀ ਦੇ ਗੁਰ ਸਿਖਾਏ। ਇੱਥੇ ਪ੍ਰੀਤਨਗਰ ਵਿੱਚ ਹੀ ਸਰਦਾਰ ਸੋਭਾ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਅਤੇ ਸੋਹਣੀ ਮਹੀਵਾਲ ਦਾ ਚਿੱਤਰ ਵੀ ਬਣਾਇਆ। ਇਸ ਸਕੂਲ ਵਿੱਚ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ। ਇਸ ਸਕੂਲ ਵਿੱਚ ਵਿਦੇਸ਼ਾਂ ਤੋਂ ਥਾਈਲੈਂਡ, ਮਲੇਸ਼ੀਆ, ਬਰਮਾ ਆਦਿ ਦੇਸ਼ਾਂ ਤੋਂ ਵੀ ਵਿਦਿਆਰਥੀ ਪੜ੍ਹਨ ਲਈ ਆਏ। ਉਸ ਸਮੇਂ ਇਸ ਸਕੂਲ ਵਿੱਚ ਹੋਸਟਲ ਦੀ ਸੁਵਿਧਾ ਹੁੰਦੀ ਸੀ। ਇਸ ਸਕੂਲ ਦੀ ਆਪਣੀ ਇੱਕ ਡਰਾਮਾ ਟੀਮ ਹੁੰਦੀ ਸੀ। ਇਸ ਸਕੂਲ ਵਿੱਚ ਬੱਚਿਆਂ ਦੀ ਆਪਣੀ ਕਲੱਬ, ਆਪਣੀ ਪੰਚਾਇਤ ਤੇ ਆਪਣੀ ਹੀ ਡਰਾਮਾ ਕਲੱਬ ਹੁੰਦੀ ਸੀ। ਮਹੀਨੇ ਦੇ ਹਰ ਮੰਗਲਵਾਰ ਰਾਤ ਨੂੰ ਸਕੂਲ ਵਿੱਚ ਇੱਕ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸੀ, ਜਿਸ ਨੂੰ ਗੋਲਡਨ ਨਾਈਟ ਕਿਹਾ ਜਾਂਦਾ ਸੀ, ਜੋ ਕਿ ਬੱਚਿਆਂ ਦਾ ਇੱਕ ਪ੍ਰਤੀਯੋਗਤਾ ਉਤਸਵ ਹੁੰਦਾ ਸੀ। ਇਸ ਵਿੱਚ ਬੱਚੇ ਆਪ ਹੀ ਪੇਸ਼ਕਾਰੀਆਂ ਵਿਉਂਤਦੇ, ਆਪ ਹੀ ਉਹਨਾਂ ਦੀ ਨਿਰਦੇਸ਼ਨਾ ਕਰਦੇ
ਤੇ ਆਪ ਹੀ ਉਹਨਾਂ ਨੂੰ ਪੂਰੇ ਦਿਲ ਨਾਲ ਪੇਸ਼ ਕਰਦੇ ਹੋਏ ਆਪਣੀ ਆਪਣੀ ਕਲਾ ਦੇ ਜ਼ੌਹਰ ਦਿਖਾਉਂਦੇ। ਇਸ ਕਾਰਜ ਵਿੱਚ ਲੋੜੀਂਦੀ ਸਹਾਇਤਾ ਨਾਵਲਕਾਰ ਸਰਦਾਰ ਨਾਨਕ ਸਿੰਘ ਜੀ ਦਿੰਦੇ। ਇੱਥੇ ਹੀ ਉਹਨਾਂ ਨੇ ਆਪਣਾ ਨਾਟਕ BA ਪਾਸ ਵੀ ਖੇਡਿਆ। ਹੋਰ ਸੁਣਾਓ ਮਿਸਟਰ ਜਗਦੀਸ਼, ਤੁਸੀਂ ਅਜੇ ਤੱਕ ਇੱਥੇ ਕੀ ਕਰਦੇ ਹੋ? ਤੇ ਹੋਰ ਕਿੱਥੇ ਜਾਣਾ ਸੀ? ਕਿਉਂ, ਸਾਨੂੰ ਤੇ ਲਾਹੌਰ ਤੋਂ ਬਿਨਾ ਹੋਰ ਕੋਈ ਥਾਂ ਚੱਲਦੀ ਨਹੀਂ, ਪਰ ਤੁਸੀਂ ਕਿਉਂ ਪਿੰਡ ਵਾਲੀ ਇੰਜੋਇਮੈਂਟ ਛੱਡ ਕੇ ਇੱਥੇ ਬੈਠੇ ਹੋ? ਕੀ ਦੱਸਾਂ ਯਾਰ, ਅਸਲ ਵਿੱਚ ਗੱਲ ਇਹ ਹੈ ਕਿ ਪਿੰਡ ਦੇ ਅਨਕਲਚਰ ਲੋਕਾਂ 'ਚ ਨਾ ਮੇਰੀ ਤਬੀਅਤ ਹੀ ਨਹੀਂ ਲੱਗਦੀ। ਬੇਸ਼ੱਕ ਬੇਸ਼ੱਕ, ਲਾਹੌਰ ਦੀ ਜਗਮਗਾਹਟ ਨਾਲ ਜਿਸ ਦੀਆਂ ਅੱਖਾਂ 'ਚ ਆ ਜਾਣ, ਉਹਨੂੰ ਪਿੰਡ ਦੀਆਂ ਗਲੀਆਂ ਵਿੱਚੋਂ ਦਿਸਦਾ ਵੀ ਕੁਝ ਨਹੀਂ। ਇਟ ਇਜ਼ ਰਾਈਟ, ਸੱਚਮੁੱਚ ਯਾਰ, ਜਦੋਂ ਮੈਂ ਕਿਸੇ ਪਿੰਡ 'ਚ ਜਾਂਦਾ ਨਾ ਤੇ ਮੈਨੂੰ ਐਵੇਂ ਲੱਗਦਾ ਜਿਵੇਂ ਕੋਈ ਬੰਦਾ ਸਵਰਗ 'ਚੋਂ ਨਿਕਲ ਕੇ ਨਰਕ 'ਚ ਵੜ ਗਿਆ ਹੋਵੇ। ਚਲੋ ਛੱਡੋ ਇਹ ਗੱਲਾਂ। ਹਾਂ, ਅੱਜ ਆਪਣਾ ਰਿਜ਼ਲਟ ਆਊਟ ਹੋਣ ਵਾਲਾ ਹੈ, ਵੇਖਾਂਗੇ ਕੀ ਪੂਰੀਆਂ ਪੈਂਦੀਆਂ ਨੇ। ਮੈਂ ਵੀ ਸਵੇਰ ਦਾ ਅਖਬਾਰ ਨੂੰ ਹੀ ਉਡੀਕ ਰਿਹਾ। ਅੱਛਾ ਮਿਸਟਰ ਜਗਦੀਸ਼, ਇਹ ਦੱਸੋ ਕਿ ਫਿਊਚਰ ਬਾਰੇ ਕੀ ਪਲੈਨਿੰਗ ਕੀਤੀ? ਫਿਊਚਰ? ਉਹ ਬਲਦੇਵ, ਮੇਰਾ ਫਿਊਚਰ ਬੜਾ ਸ਼ਾਨਦਾਰ ਹੈ। 2 ਸਾਲਾਂ 'ਚ LLB ਕਰ ਲੈਣੀ ਹੈ। ਜੇ ਕਿਤੇ ਫਸਟ ਗ੍ਰੇਡ ਆ ਗਿਆ ਤੇ ਸਭ ਜੱਜ ਕਿਤੇ ਲੱਗ ਹੀ ਜਾਣਾ। ਤੇ ਉਸ ਤੋਂ ਬਾਅਦ ਇੱਕ ਹੱਲੇ ਦੀ ਹੋਰ ਗੱਲ ਹੈ, ਮੈਜਿਸਟਰੀ ਹੋ ਪਈ। ਤੇਰੇ ਹਿਸਾਬ ਨਾਲ ਇਹ ਸਭ ਜੱਜੀਆਂ ਤੇ ਇਹ ਮੈਜਿਸਟ੍ਰੇਟੀਆਂ ਐਵੇਂ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ। ਹੈ ਆਹੋ। ਤੂੰ ਜਾਣਦਾ ਨਹੀਂ ਮੈਨੂੰ, ਇਹ ਕੰਮ ਮੇਰੇ ਖੱਬੇ ਹੱਥ ਹੈ। ਮੇਰੇ ਪਿਤਾ ਜੀ ICS 'ਚ 20 ਸਾਲ ਕੰਮ ਕਰ ਚੁੱਕੇ ਨੇ, ਹੁਣ 500 ਪੈਨਸ਼ਨ ਲੈਂਦੇ ਨੇ। ਉਹਨਾਂ ਦੀ ਇੱਕ ਅੱਖ ਦੇ ਇਸ਼ਾਰੇ ਨਾਲ ਨਾ ਮੇਰਾ ਕੰਮ ਉਹ ਬਣ ਜੂ। ਭਾਈ ਮੇਰੀ ਸਲਾਹ ਤੇ ਮੈਡੀਕਲ ਲਾਈਨ ਵਿੱਚ ਜਾਣ ਦੀ ਹੈ। MBBS ਕਰਕੇ ਪ੍ਰੈਕਟਿਸ ਸ਼ੁਰੂ ਕਰ ਦਿਆਂਗਾ। ਤੇ ਅੱਜ ਕੱਲ ਤਾਂ ਡਾਕਟਰਾਂ ਦੀ ਇੰਨੀ ਕੁ ਡਿਮਾਂਡ ਹੋ ਗਈ ਹੈ ਨਾ ਕਿ ਪੁੱਛੋ ਹੀ ਕੁਝ। 5-4 ਸਾਲ ਪ੍ਰੈਕਟਿਸ ਕਰ ਜਾਵੇ ਨਾ ਤੇ ਰੁਪਈਆ ਹੀ ਰੁਪਈਆ ਹੋ ਜਾਊਗਾ। ਯਾਰ ਮੈਂ ਤੇ ਪੁਲਿਸ ਲਾਈਨ 'ਚ ਟਰਾਈ ਕਰਾਂਗਾ। 2 ਸਾਲਾਂ 'ਚ ਰੁੜਕੀ ਤੋਂ ਕੋਰਸ ਪਾਸ ਕਰਕੇ ਝੱਟ ਸਬ ਇੰਸਪੈਕਟਰ ਲੱਗ ਜਾਣਾ। ਅੱਜ ਕੱਲ ਪੁਲਿਸ ਮਹਿਕਮੇ 'ਚ ਇੰਨੀ ਕਮਾਈ ਏ, ਉਨੀ ਕਿਸੇ ਹੋਰ ਮਹਿਕਮੇ 'ਚ ਨਹੀਂ। ਇੱਕ ਅੱਧਾ ਕੇਸ ਖੂਨ ਦਾ ਆ ਗਿਆ ਨਾ ਤੇ 2-3 ਹਜ਼ਾਰ ਐ ਪਿਆ ਏ। ਬਸ ਵੀ ਕਰ ਗੱਪੀਆ, ਇਹ ਮੂੰਹ ਤੇ ਮੂਸੇਦਾਰ, ਤੂੰ ਜ਼ਰੂਰ ਲੱਗੇਗਾ ਇੰਸਪੈਕਟਰ। ਓਏ ਤੂੰ ਜੋਕ ਸਮਝਦਾ ਮੇਰੀ ਗੱਲ ਨੂੰ? ਸੁਪਰੀਡੈਂਟ ਪੁਲਿਸ ਦਾ ਖਾਨ ਸਾਮਾ ਮੇਰੇ ਅੰਕਲ ਦਾ ਰੀਅਲ ਫਰੈਂਡ ਏ। ਉਸ ਦੀ ਇੱਕ ਸਿਫਾਰਿਸ਼ ਤੇ ਐ ਸਬ ਇੰਸਪੈਕਟਰ ਲੱਗ ਜਾਣਾ। ਉਸ ਤੋਂ ਬਾਅਦ ਐਸ਼ਾਂ ਹੀ ਐਸ਼ਾਂ। ਯਾਰ ਤੁਸੀਂ ਸਾਰੇ ਕੁਝ ਹੀ ਬਣ ਗਏ ਹੋ, ਕੁਝ ਨਾ ਕੁਝ, ਪਰ ਮੇਰੀ ਵੀ ਸਿਫਾਰਿਸ਼ ਲਵਾਓ ਯਾਰ, ਮੈਨੂੰ ਵੀ ਕੁਝ ਬਣਾਓ। ਓਏ ਤੂੰ ਪਹਿਲਾਂ ਬੰਦਾ ਤੇ ਬਣ ਜਾ। ਕਈ ਵਾਰ ਤਾਂ ਚਿੱਤਰਕਾਰ ਸੋਭਾ ਸਿੰਘ ਜੀ ਵੀ ਆਪਣੀ ਨਾਟ ਕਲਾ ਦੀ ਮੁਹਾਰਤ ਨਾਲ ਬੱਚਿਆਂ ਦੀ ਅਗਵਾਈ ਕਰਦੇ। ਇਹਨਾਂ 골ਡਨ ਨਾਈਟ ਸਦਕਾ ਪ੍ਰੀਤਨਗਰ ਨੂੰ ਪੰਜਾਬ ਵਿਚਲੇ ਬਾਲ ਰੰਗ ਮੰਚ ਦੀ ਜਨਮ ਭੂਮੀ ਆਖਿਆ ਜਾਣ ਲੱਗ ਪਿਆ। ਇਹਨਾਂ 골ਡਨ ਨਾਈਟਸ ਦੀ ਬਦੌਲਤ ਇੱਥੋਂ ਦੇ ਵਿਦਿਆਰਥੀ ਰਵੀ ਨੇ ਪਿੱਛੋਂ ਜਾ ਕੇ ਫਿਲਮ ਜਗਤ ਵਿੱਚ ਸੰਗੀਤਕਾਰ ਵਜੋਂ ਨਾਮਣਾ ਖੱਟਿਆ। ਇੱਥੋਂ ਦੇ ਹੀ ਵਿਦਿਆਰਥੀ ਸੁਖਦੇਵ ਨੇ ਦਸਤਾਵੇਜ਼ੀ ਫਿਲਮਾਂ ਬਣਾਉਣ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪਾਈ। ਹਰ ਸਾਲ ਬਕਾਇਦਾ ਇਸ ਸਕੂਲ ਦਾ ਪ੍ਰੋਸਪੈਕਟ ਅਤੇ ਸਿਲੇਬਸ ਹੁੰਦਾ ਸੀ, ਜੋ ਕਿ ਪ੍ਰੀਤ ਲੜੀ ਪੱਤਰਿਕਾ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਜੇਕਰ ਅਸੀਂ ਸਿਲੇਬਸ ਤੇ ਝਾਤ ਪਾਈਏ ਤਾਂ ਇਸ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਜੋ ਕੁਝ ਵੀ ਉਹ ਆਪਣੇ ਇਰਦ-ਗਿਰਦ ਦੇਖਦੇ ਸੁਣਦੇ ਜਾਂ ਪੜ੍ਹਦੇ ਸਨ, ਉਸ ਦੇ ਮਤਾਲਿਆਂ ਨੂੰ ਸਾਹਿਤ ਰੂਪ ਵਿੱਚ ਭਾਵ, ਕਹਾਣੀ, ਨਿਬੰਧ, ਖੱਤ ਜਾਂ ਕਵਿਤਾ ਦੇ ਰੂਪ ਵਿੱਚ ਲਿਖਣ ਲਈ ਕਿਹਾ ਜਾਂਦਾ ਸੀ, ਜਿਸ ਕਾਰਨ ਸ਼ੁਰੂ ਤੋਂ ਹੀ ਬੱਚਿਆਂ ਵਿੱਚ ਸਾਹਿਤ ਰਚਨ ਦੀ ਚਿੰਗ ਲੱਗ ਜਾਂਦੀ। ਇਸੇ ਦੇ ਫਲਸਰੂਪ ਪ੍ਰੀਤਨਗਰ ਤੋਂ ਇੱਕ ਬਾਲ ਪੱਤਰਿਕਾ ਬਾਲ ਸੰਦੇਸ਼ ਜਨਵਰੀ 1942 ਤੋਂ ਪ੍ਰਕਾਸ਼ਿਤ ਹੋਣ ਲੱਗ ਪਿਆ, ਜਿਸ ਨੂੰ ਛੇਤੀ ਹੀ ਵੱਡੀ ਮਕਬੂਲਤਾ ਮਿਲ ਗਈ ਤੇ ਇਹ ਲਗਭਗ 5 ਦਹਾਕੇ ਤੋਂ ਵੀ ਵੱਧ ਤੱਕ ਮਾਣ ਖੱਟਦੀ ਰਹੀ। ਪ੍ਰੀਤਨਗਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵਸਦੇ ਬੱਚਿਆਂ ਲਈ ਇੱਥੇ ਇੱਕ ਵਿਸ਼ੇਸ਼ ਦਿਹਾਤੀ ਸਕੂਲ ਖੋਲ੍ਹਿਆ ਗਿਆ, ਜਿਸ ਵਿੱਚ ਬੱਚਿਆਂ ਨੂੰ ਆਪਣੇ ਪਿਤਾ ਪੁਰਖੀ ਕਿੱਤਿਆਂ ਵਿੱਚ ਭਰਪੂਰ ਮਹਾਰਤ ਦਵਾਈ ਜਾਂਦੀ, ਪਰ ਨਾਲ ਹੀ ਇਹਨਾਂ ਨੂੰ ਕਿੱਤਿਆਂ ਵਿੱਚ ਵਧੀਆ ਤਰ੍ਹਾਂ ਸਫਲ ਹੋਣ ਲਈ ਅਤ ਲੋੜੀਂਦੀ ਵਿਦਿਅਕ ਸਿੱਖਿਆ ਨਾਲ ਵੀ ਜੋੜਿਆ ਜਾਂਦਾ। ਇਸ ਦੇ ਫਲਸਰੂਪ ਪ੍ਰੀਤਨਗਰ ਵਿੱਚ ਹੋਏ ਕੰਮਾਂ ਲਈ ਸੁਚੱਜੇ ਕਾਰੀਗਰ ਵੀ ਪੈਦਾ ਹੋਏ। ਪ੍ਰੀਤ ਸੈਨਿਕ ਵਜੋਂ ਸੇਵਾ ਨਿਭਾ ਰਹੇ ਪਿਆਰਾ ਸਿੰਘ ਦਾਤਾ ਐਕਟੀਵਿਟੀ ਸਕੂਲ ਦੀ ਵੈਨ ਚਲਾਇਆ ਕਰਦੇ ਸਨ, ਜੋ ਬਾਅਦ ਵਿੱਚ ਮਹਾਨ ਹਾਸ ਰਸ ਲੇਖਕ ਬਣੇ। ਪ੍ਰੀਤਨਗਰ ਦੀਆਂ ਇਹਨਾਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਸਦਕਾ ਵੱਡੇ ਵੱਡੇ ਸਾਹਿਤਕਾਰ, ਬੁੱਧੀਜੀਵੀ ਅਤੇ ਵਿਦਵਾਨ ਪ੍ਰੀਤਨਗਰ ਆਏ,
ਜਿਨ੍ਹਾਂ ਵਿੱਚ ਪੰਜਾਬੀ ਨਾਟ ਜਗਤ ਦੀ ਅੰਗਰੇਜ਼ ਨੱਕੜਦਾਦੀ ਨੌਰਾ ਰਿਚਰਡ, ਸ਼ਾਸਕ ਤੇ ਬਨਸਪਤੀ ਵਿਗਿਆਨ ਤੇ ਸੱਭਿਆਚਾਰਕ ਪਾਰਖੂ ਮਹਿੰਦਰ ਸਿੰਘ ਰੰਧਾਵਾ ਵੀ ਇੱਥੇ ਆਏ। ਸੁਘੜ ਇੰਜੀਨੀਅਰ ਤੇ ਸਿੱਖ ਇਤਿਹਾਸ ਦੇ ਖੋਜਕਾਰ GB ਸਿੰਘ ਤੇ ਨਿਪੁੰਨ ਇੰਜੀਨੀਅਰ ਚਰਨਜੀਤ ਸਿੰਘ ਵੀ ਇੱਥੇ ਆਏ। ਨਾਲ ਹੀ ਪੰਜਾਬੀ ਸਾਹਿਤ ਜਗਤ ਦੀਆਂ ਮੰਨੀਆਂ ਪਰਮੰਨੀਆਂ ਹਸਤੀਆਂ ਲਾਲਾ ਧਨੀ ਰਾਮ ਚਾਤਰਿਕ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਮਾਹਿਰ, ਬਲਵੰਤ ਗਾਰਗੀ, ਦਰਸ਼ਨ ਸਿੰਘ ਆਵਾਰਾ, ਸ਼ਰੀਫ ਕੁੰਜਾਹੀ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਗੋਪਾਲ ਸਿੰਘ ਦਰਦੀ, ਸੁਜਾਨ ਸਿੰਘ, ਬਾਬਾ ਬਲਵੰਤ, ਉਰਦੂ ਲੇਖਕ ਫੈਜ਼ ਅਹਿਮਦ ਫੈਜ਼, ਸਾਹਿਰ ਲੁਧਿਆਣਵੀ, ਰਜਿੰਦਰ ਸਿੰਘ ਬੇਦੀ, ਅੰਗਰੇਜ਼ੀ ਲੇਖਕ ਮੁਲਕ ਰਾਜ ਆਨੰਦ, ਜਸਵੰਤ ਸਿੰਘ, ਕਵੀ ਤੇ ਚਿੱਤਰਕਾਰ ਈਸ਼ਵਰ ਸਿੰਘ, ਪ੍ਰਸਿੱਧ ਫੋਟੋਕਾਰ ਸੁਨੀਲ ਜਾਨਾ ਤੇ ਮਦਨਜੀਤ ਸਿੰਘ, ਸੰਗੀਤਕਾਰ ਪ੍ਰੇਮ ਤਵਨ, ਗੁਰਬਾਣੀ ਗਾਇਕ ਬੁੱਧ ਸਿੰਘ ਤਾਨ, ਸੰਗੀਤ ਵਿਸ਼ੇਸ਼ज्ञ ਰਾਜਕੁਮਾਰੀ ਸ਼ਿਵਪੁਰੀ, ਸੰਗੀਤ ਨਾਟ ਰਚੇਤਾ ਸ਼ੀਲਾ ਪਾਟਿਆ ਤੇ ਗਾਇਕਾਵਾਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਬੀਬੀ ਗੁਲਾਮ ਫਾਤਮਾ ਦੇ ਨਾਮ ਵਿਸ਼ੇਸ਼ ਹਨ। ਇਹਨਾਂ ਤੋਂ ਇਲਾਵਾ ਸਰਦਾਰ ਦਰਸ਼ਨ ਸਿੰਘ, ਪ੍ਰਿੰਸੀਪਲ ਜਗਦੀਸ਼ ਸਿੰਘ, ਮਦਨ ਲਾਲ, ਸ਼ੀਲਾ ਦੀਦੀ, ਮਾਨ ਸਿੰਘ ਨਿਰੰਕਾਰੀ ਅਤੇ ਡਾਕਟਰ ਜਸਵੰਤ ਗਿੱਲ, ਨਾਵਲਕਾਰ ਨਾਨਕ ਸਿੰਘ, ਪਿਆਰਾ ਸਿੰਘ ਸਹਿਰਾਈ, ਕਹਾਣੀਕਾਰ ਨੌਰੰਗ ਸਿੰਘ, ਹਾਸ-ਰਸ ਲੇਖਕ ਪਿਆਰਾ ਸਿੰਘ ਦਾਤਾ, ਸੰਤ ਇੰਦਰ ਸਿੰਘ ਚੱਕਰਵਰਤੀ, ਹਰਕ੍ਰਿਸ਼ਨ ਸਿੰਘ, ਦੇਵਦੱਤ ਗੋਪਾਲ ਜਹੀ, ਪੰਜਾਬੀ ਸਾਹਿਤਕਾਰਾਂ, ਹਿੰਦੀ ਸਾਹਿਤਕਾਰ ਉਪਿੰਦਰ ਨਾਥ ਅਸ਼ਕ, ਉਰਦੂ ਸਾਹਿਤਕਾਰ ਹੰਸ ਰਾਜ ਰਹਿਬਰ, ਚਿੱਤਰਕਾਰ ਸੋਭਾ ਸਿੰਘ, ਅਦਾਕਾਰ ਤੇ ਲੇਖਕ ਬਲਰਾਜ ਸਾਨੀ ਨੇ ਕਾਫੀ ਸਮਾਂ ਪ੍ਰੀਤਨਗਰ ਵਿੱਚ ਰਹਿ ਕੇ ਇਹਦੇ ਨਾਲ ਗੂੜੇ ਸੰਬੰਧ ਬਣਾਈ ਰੱਖੇ। ਪ੍ਰੀਤਨਗਰ ਦੀਆਂ ਸਾਹਿਤਕ, ਸੱਭਿਆਚਾਰਕ ਤੇ ਸਮਾਜਿਕ ਗਤੀਵਿਧੀਆਂ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗ ਪਈ। ਇੱਥੋਂ ਤੱਕ ਕਿ 23 ਮਈ 1942 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਉਚੇਚੇ ਤੌਰ ਤੇ ਪ੍ਰੀਤਨਗਰ ਨੂੰ ਦੇਖਣ ਲਈ ਆਏ। ਇੱਥੇ ਕੀਤੇ ਜਾਂਦੇ ਕਾਰਜਾਂ ਨੂੰ ਤੇ ਇੱਥੇ ਚੱਲਦੇ ਐਕਟੀਵਿਟੀ ਸਕੂਲ ਨੂੰ ਦੇਖ ਕੇ ਉਹ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਲਿਖਿਆ, ਮੈਂ ਆਪਣੀਆਂ ਸਾਰੀਆਂ ਸ਼ੁਭ ਇੱਛਾਵਾਂ ਇਸ ਅੰਦੋਲਨ ਨੂੰ ਦਿੰਦਾ ਹਾਂ ਜਿਹੜਾ ਉਤਸ਼ਾਹ ਤੇ ਆਦਰਸ਼ਾਂ ਨਾਲ ਏਡਾ ਭਰਪੂਰ ਹੈ। ਅੱਜ ਦੀ ਬੇਸੁਰ ਤੇ ਝਗੜੇ ਝਾਂਜਿਆਂ ਭਰੀ ਦੁਨੀਆ ਵਿੱਚ ਚੰਗੇ ਆਦਮੀਆਂ ਤੇ ਚੰਗੀਆਂ ਇਸਤਰੀਆਂ ਨੂੰ ਇਸ ਬਹਾਦਰ ਕੋਸ਼ਿਸ਼ ਵਿੱਚ ਜੁੜਿਆ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ। ਨਾਮਧਾਰੀ ਗੁਰੂ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਸਤਿਗੁਰੂ ਜਗਜੀਤ ਸਿੰਘ ਜੀ ਵੀ ਉਚੇਚੇ ਇੱਥੇ ਪਧਾਰੇ। ਕੁਝ ਰਾਜਨੀਤਿਕ ਹਸਤੀਆਂ ਜਿਵੇਂ ਕਿ ਮੀਆਂ ਇਫਤਖਾਰ ਅਲੀ, ਕਾਮਰੇਡ ਅਜੇ ਘੋਸ਼, ਡਾਕਟਰ ਗੰਗਾਧਰ ਅਧਿਕਾਰੀ, ਕਾਮਰੇਡ ਫੌਜਾ ਸਿੰਘ ਭੁੱਲਰ, ਕਾਮਰੇਡ ਦਲੀਪ ਸਿੰਘ ਟਪਿਆਲਾ ਵੀ ਇੱਥੇ ਆਏ। ਉੱਗੇ ਵਿਚਾਰਵੇਤਾ ਡਾਕਟਰ ਮੁਹੰਮਦ ਅਸ਼ਰਫ, ਉੱਗੇ ਬੁੱਧੀਜੀਵੀ BPL ਬੇਦੀ, ਜਾਣੀ ਮਾਣੀ ਅੰਗਰੇਜ਼ ਸਮਾਜਿਕ ਕਾਰਿਆਕਰਤਾ ਫਰੇਡਾ ਬੇਦੀ ਵੀ ਇੱਥੇ ਆਏ। ਪ੍ਰੀਤਨਗਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਸਵੈ ਨਿਰਭਰ, ਸਵੈ ਨਿਰਬਾਹੀ ਤੇ ਸਵੈ ਵਿਸ਼ਵਾਸੀ ਬਣਾਉਣ ਲਈ ਕਈ ਕਦਮ ਚੁੱਕੇ ਗਏ। ਮੁਨਾਫੇ ਰਹਿਤ ਬਹੁ ਮੰਤਵ ਰਸਦ ਸਟੋਰ, ਡੇਰੀ, ਰੈਸਟੋਰੈਂਟ, ਸਦਾ ਸਾਫ਼ ਰਹਿਣ ਵਾਲੀਆਂ ਟੱਟੀਆਂ, ਸਰਵਜਨਕ ਗੁਸਲਖਾਨੇ, ਸਬਜ਼ੀਆਂ ਲਈ ਬਾਗ, ਅਨਾਜ ਲਈ ਮਕੈਨਿਕੀ ਖੇਤੀ, ਹਸਪਤਾਲ ਆਦਿ ਬਣਾਏ। ਨਾਲੇ ਇੱਥੋਂ ਦੇ ਵਾਸੀਆਂ ਦੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਨ ਵਾਲੇ ਹੋਰ ਕਈ ਭਾਂਤ ਦੇ ਕਾਰਜ ਸਫਲਤਾ ਸਹਿਤ ਚਲਾਏ ਗਏ, ਜਿਨ੍ਹਾਂ ਵਿੱਚ ਮੁੱਖ ਰੂਪ ਵਿੱਚ ਸਨ ਸ਼ਿਲਪਕਾਰੀ ਤੇ ਦਸਤਕਾਰੀ, ਕਾਗਜ਼ੀ ਸਜਾਵਟ, ਹੱਥ ਖੱਡੀਆਂ ਨਾਲ ਦਰੀਆਂ, ਕੰਬਲ ਤੇ ਕੱਪੜਾ ਉਣਨਾ, ਸਥਾਨਕ ਤੇਲਾਂ ਨਾਲ ਸਾਬਣ ਬਣਾਉਣਾ, ਬਾਂਸੀ ਸੂਤਰੀ ਨਾਲ ਬੁਣਕਾਰੀ ਕਰਨੀ, ਜੁੱਤੀਆਂ ਬਣਾਉਣਾ, ਮਿੱਟੀ ਨਾਲ ਕਲਾਕਾਰੀ ਕਰਨੀ। ਤਲਾਹ ਦੇ ਮੁਕੱਲਬਨ ਖਾਲੀ ਥਾਂ ਜਿਹੜਾ ਹੈ ਇੱਥੇ ਮਾਰਕੀਟ ਹੁੰਦੀ ਸੀ। ਮੇਰਾ ਬਾਪ ਸੰਤਾ ਸਿੰਘ ਸੀ, ਉਹ ਰੇਹੜੀ ਤੇ ਸਮਾਨ ਲਾਹੌਰ ਤੋਂ ਲੈ ਕੇ ਆਉਂਦਾ ਸੀ। 15-20 ਦੁਕਾਨਾਂ ਸੀ। ਪ੍ਰੀਤਨਗਰ ਵਿੱਚ ਹੀ ਪ੍ਰਿੰਟਿੰਗ ਪ੍ਰੈਸ ਲਗਾਈ ਗਈ। ਇਸ ਪ੍ਰੈਸ ਨੇ ਨਾ ਸਿਰਫ ਚੰਗਾ ਸਾਹਿਤ ਛਾਪਣ ਦੀ ਬਲਕਿ ਇਸ ਨੂੰ ਸੋਹਜਮਈ ਢੰਗ ਨਾਲ ਛਾਪਣ ਦੀ ਵੀ ਪਿਰਤ ਪਾਈ। ਪੰਜਾਬੀ ਦੀ ਛਪਾਈ ਨੂੰ ਕਲਾਤਮਕ ਮਿਆਰਾਂ ਤੇ ਪਹੁੰਚਾਉਣ ਲਈ ਆਪਣੀ ਰਾਸ਼ਟਰੀ ਪਛਾਣ ਬਣਾ ਲੈਣ ਵਾਲੇ ਪਾਪਾ ਪ੍ਰੀਤਮ ਸਿੰਘ ਜੀ ਨੂੰ ਵੀ ਇੱਥੋਂ ਹੀ ਜਾਗ ਲੱਗੀ। ਇੱਧਰ ਪ੍ਰੀਤਨਗਰ ਆਪਣੇ ਪੂਰੇ ਜੋਬਨ ਤੇ ਸੀ, ਪ੍ਰੀਤਾਂ ਦੀ ਸਾਂਝ ਦਾ ਰੰਗ ਗੂੜਾ ਹੁੰਦਾ ਜਾ ਰਿਹਾ ਸੀ ਤੇ ਦੂਸਰੇ ਪਾਸੇ ਭਾਰਤ ਦੀ ਆਜ਼ਾਦੀ ਦੀ ਲੜਾਈ ਜ਼ੋਰ ਫੜ ਰਹੀ ਸੀ। ਇਸ ਆਜ਼ਾਦੀ ਦੀ ਲੜਾਈ ਵਿੱਚ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੇ ਸਾਥੀਆਂ ਤੇ ਉਹਨਾਂ ਦੇ ਪਰਿਵਾਰ ਨੇ ਵੀ ਭਰਪੂਰ ਯੋਗਦਾਨ ਪਾਇਆ। ਸ਼ੀਲਾ ਪਾਟਿਆ ਦਾ ਸੰਗੀਤ ਨਾਟਕ ਹੁੱਲੇ ਹੁਲਾਰੇ, ਜੋ ਕਿ ਭਾਵੇਂ
ਹੋਰ ਬੜੀ ਥਾਈਂ ਵੀ ਖੇਡਿਆ ਗਿਆ ਸੀ। ਪਰ ਜਦੋਂ ਸਨ 1945 ਵਿੱਚ ਹੋਈ ਸਾਲਾਨਾ ਪ੍ਰੀਤ ਮਿਲਣੀ ਦੌਰਾਨ ਪ੍ਰੀਤ ਨਗਰ ਵਿੱਚ ਖੇਡਿਆ ਗਿਆ ਤਾਂ ਉਸ ਨੂੰ ਅੰਗਰੇਜ਼ ਹਕੂਮਤ ਲਈ ਇੱਕ ਵੰਗਾਰ ਗਰਦਾਨਿਆ ਗਿਆ, ਕਿਉਂਕਿ ਇਹਦੇ ਵਿੱਚ ਇੱਕ ਅੰਤਰਾ ਹਰ ਵਾਰ ਆਉਂਦਾ ਸੀ, ਕੱਢ ਦਿਓ ਬਾਹਰ ਫਰੰਗੀ ਨੂੰ, ਕਰ ਦਿਓ ਪਾਰ ਫਰੰਗੀ ਨੂੰ। ਹੁੱਲੇ ਹੁਲਾਰੇ ਜਿਹੜਾ ਪ੍ਰੋਗਰਾਮ ਹੈ ਇਹ ਸ਼ੀਲਾ ਭਾਟੀਆ ਦੇ ਨਾਲ ਅਸੀਂ ਕੋਈ 20 ਸ਼ੋਅ ਦਿੱਤੇ ਉਹਨਾਂ ਨੇ ਲਾਹੌਰ ਵਿੱਚ, ਉੱਥੇ ਕੁਝ ਨਹੀਂ ਹੋਇਆ। ਫਿਰ ਅਸੀਂ ਇੱਕ ਪ੍ਰੀਤ ਨਗਰ ਵਿੱਚ ਵੀ ਦਿੱਤਾ, ਕੁਝ ਨਹੀਂ ਹੋਇਆ। ਤੇ ਫਿਰ ਇਹਨਾਂ ਨੂੰ ਪਤਾ ਕਿ ਚੁਗਾਵੇਂ ਅਸੀਂ ਇੱਕ ਦਿੱਤਾ, ਉਦੋਂ ਕੋਈ ਕਾਨਫਰੰਸ ਸੀ ਕਮਿਊਨਿਸਟਾਂ ਦੀ ਜਾਂ ਕੁਛ, ਤੇ ਇਹਨਾਂ ਨੇ ਸਾਡੇ ਵਾਰੰਟ ਕੱਢ ਦਿੱਤੇ। ਅਸਲ ਵਿੱਚ ਗੱਲ ਸੀ ਕਿ ਉਹ ਚਾਹੁੰਦੇ ਸਨ ਦਾਰਜੀ ਨੂੰ ਥੋੜ੍ਹਾ ਜਿਹਾ ਕਿ ਸਾਡੇ ਪਾਸੇ ਵੱਲ ਆਉਣ, ਤੇ ਦਾਰਜੀ ਨੇ ਕਿਹਾ ਨਹੀਂ, ਉਹਨੇ ਕਿਹਾ ਕਿ ਤੁਹਾਡੀਆਂ ਧੀਆਂ ਨੂੰ ਅਰੈਸਟ ਕਰ ਲਾਂਗੇ, ਇਹ ਕਰ ਲਓ। ਔਰ ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਅਸੀਂ 3 ਭੈਣਾਂ ਸਾਂ, ਉਰਮਿਲਾ, ਪ੍ਰਤਿਮਾ ਤੇ ਮੈਂ, ਤੇ ਇੱਕ ਸਾਡੇ ਸੁਰਜੀਤ ਭੈਣ ਜੀ ਨੇ ਮੇਰੇ ਭੂਆ ਜੀ ਦੀ ਲੜਕੀ, ਉਹ ਸਨ। ਇੱਕ ਸਨ ਮਿਸਿਸ ਸ਼ੀਲਾ ਸੰਧੂ ਜਿਹੜੇ ਕਿ ਰਾਜਕਮਲ ਪ੍ਰਕਾਸ਼ਨ ਦੇ ਡਾਇਰੈਕਟਰ ਰਹੇ, ਤੇ 2 ਜਿਹੜੇ ਸਨ ਉਹ 2 ਲੜਕੀਆਂ ਸਨ ਬਰਮਾ ਵਾਲਿਆਂ ਦੀਆਂ, ਪਰ ਉਹ ਬੜੇ ਡਰਾਕਲ ਕਿਸਮ ਦੀਆਂ ਸਨ, ਤੇ ਉਹਨਾਂ ਦੇ ਮਾਂ ਵੀ ਬੜੀ ਡਰਾਕਲ ਸੀ। ਦਾਈ ਨੇ ਕਿਹਾ ਕਿ ਜੇ ਇਹਨਾਂ ਨੂੰ ਭੇਜਿਆ ਤੇ ਮਾਮਲਾ ਹੀ ਗੜਬੜ ਹੋ ਜਾਣਾ। ਉਦੋਂ ਫਿਰ ਇੱਕ ਸਾਡੀ ਪ੍ਰੀਤ ਸੈਨਿਕ ਦੀ ਵਾਈਫ ਸਨ ਸ਼ਕੁੰਤਲਾ ਜੀ, ਉਹਨਾਂ ਨੂੰ ਲਿਆ ਗਿਆ, ਤੇ ਇੱਕ ਬਲਵੰਤ ਗਾਰਗੀ ਦੀ ਕੋਈ ਰਿਸ਼ਤੇਦਾਰ ਇੱਥੇ ਔਰਤ ਰਹਿੰਦੀ ਸੀ ਜਿਹੜੀ ਕਿ ਦੂਰ ਪੀੜੇ ਦੇ ਰਿਸ਼ਤੇਦਾਰ ਸੀ, ਪਰ ਉਹ ਫਿਰ ਉਹਨੂੰ ਵੀ ਪਾਇਆ ਗਿਆ, ਤੇ ਪਾ ਕੇ ਤੇ ਸਾਨੂੰ ਅਰੈਸਟ ਕੀਤਾ ਗਿਆ। ਤੇ ਪਹਿਲਾਂ ਉਹ ਵਿੱਚ ਫਿਰ ਸਾਨੂੰ ਹੁਣ ਅੰਮ੍ਰਿਤਸਰ ਲੈ ਗਏ। ਤੇ ਹਾਂ ਵੱਡੀ ਗੱਲ ਇਹ ਕਿ ਉਹ ਜੋ ਕੁਝ ਮੁਕੱਦਮਾ ਦਾ ਖੁਸ਼ਵੰਤ ਸਿੰਘ ਜੀ ਸਾਡੇ ਵਕੀਲ ਸਨ, ਤੇ ਉੱਥੇ ਦਸਖਤ ਕਰਨ ਦੀ ਲੋੜ ਹੋਈ, ਤੇ ਪ੍ਰਤਿਮਾ ਦਾ ਜਿਹੜਾ ਉਹ ਕਹਿੰਦੇ ਤੂੰ ਨਹੀਂ ਦਸਖਤ ਕਰ ਸਕਦੀ ਕਿਉਂਕਿ ਤੇਰੀ ਉਮਰ 12 ਸਾਲ ਤੋਂ ਛੋਟੀ ਹੈ। ਕਹਿੰਦੀ ਮੈਂ ਅਰੈਸਟ ਹੋ ਸਕਦੀ ਹਾਂ ਤੇ ਮੈਂ ਦਸਖਤ ਨਹੀਂ ਕਰ ਸਕਦੀ। ਤੇ ਉਹ ਕਹਿੰਦੇ ਖੁਸ਼ਵੰਤ ਸਿੰਘ ਹੋਰੀ ਕਹਿੰਦੇ ਕਿ ਬਸ ਇਹ ਕਾਨੂੰਨ ਹੀ ਹੈ, ਤੇ ਅਰੈਸਟ ਕਰਕੇ ਸਾਨੂੰ ਲੈ ਗਏ ਅੰਮ੍ਰਿਤਸਰ ਕੋਈ ਜਨਾਨੀਆਂ ਦੀ ਜੇਲ੍ਹ ਹੀ ਨਹੀਂ ਸੀ। ਮੁਕੱਦਮਾ ਚੱਲਿਆ ਪਰ ਸਰਕਾਰ ਨੂੰ ਹਾਰ ਹੋਈ। ਇਸ ਤੇ ਗੁੱਸਾ ਖਾ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਪ੍ਰੀਤ ਲੜੀ ਤੇ ਮੁਕੱਦਮਾ ਚਲਾ ਕੇ 1000 ਰੁਪਏ ਦੀ ਜ਼ਮਾਨਤ ਮੰਗ ਲਈ। ਇਸ ਦੇ ਵਿੱਚ ਵੀ ਸਰਕਾਰ ਨੂੰ ਹਾਰ ਹੋਈ। ਸਰਕਾਰ ਨੇ ਪ੍ਰੀਤ ਨਗਰ ਵਿੱਚ ਸੁਤੰਤਰ ਮਾਹੌਲ ਦਬਾਉਣ ਲਈ ਫਿਰ ਕੋਈ ਪ੍ਰਤੱਖ ਯਤਨ ਤਾਂ ਨਾ ਕੀਤਾ, ਪਰ ਇਹ ਉਹਦੀਆਂ ਨਜ਼ਰਾਂ ਵਿੱਚ ਚੁਭਦਾ ਰਿਹਾ। ਇਹ ਰਾਈਟਰਸ ਹੋਮ ਹੈ, ਆ ਜਾਓ ਬੈਠੋ ਇੱਥੇ, ਸਾਹ ਲੈ ਲਓ, ਤੁਹਾਨੂੰ ਦੱਸਦਾ ਮੈਂ ਇਹਦੇ ਬਾਰੇ। ਬੈਠੋ। ਸਰਦਾਰ ਗੁਰਬਖਸ਼ ਸਿੰਘ ਹੁਰਾਂ ਨੇ ਜਿੰਨੇ ਵੀ ਪੰਜਾਬੀ ਦੇ ਕੀ ਹਿੰਦੁਸਤਾਨ ਦੇ ਵੱਡੇ ਸਾਹਿਤਕਾਰ ਸੀਗੇ, ਉਹਨਾਂ ਦੇ ਰਹਿਣ ਲਈ ਇਹ ਰਾਈਟਰਸ ਹੋਮ ਬਣਾਇਆ ਸੀ। ਇੱਥੇ ਰਹਿ ਕੇ ਲੋਕ ਜਿਹੜੇ ਲੇਖਕ ਸੀਗੇ ਉਹ ਸਾਰੇ ਆਪਣੇ ਸਾਹਿਤ ਦੀਆਂ ਰਚਨਾਵਾਂ ਦਾ ਹਰ ਰੰਗ ਜਿਹੜਾ ਸੀ ਇੱਥੇ ਲਿਖਦੇ ਸੀਗੇ। ਭਾਜੀ ਇਸ ਸਭ ਲਈ ਆਰਥਿਕ ਵਿਵਸਥਾ ਕਿਵੇਂ ਕੀਤੀ ਜਾਂਦੀ ਸੀ? ਬੜਾ ਸੋਹਣਾ ਸਵਾਲ ਪੁੱਛਿਆ ਤੂੰ ਪਵਨ। ਗੱਲ ਇਹ ਹੈ ਵੀ ਜਿਸ ਵੇਲੇ ਪ੍ਰੀਤ ਨਗਰ ਆਪਣੇ ਪੂਰੇ ਜੋਬਨ ਦੇ ਉੱਤੇ ਸੀਗਾ, ਪ੍ਰੀਤਾਂ ਦਾ ਰੰਗ ਹੋਰ ਗੂੜਾ ਹੋ ਰਿਹਾ ਸੀਗਾ, ਤਾਂ ਉਸ ਵੇਲੇ ਦੂਜੇ ਪਾਸੇ ਆਜ਼ਾਦੀ ਦੀ ਲੜਾਈ ਜਿਹੜੀ ਸੀ ਉਹ ਵੀ ਜ਼ੋਰ ਫੜ ਰਹੀ ਸੀ। ਭਾਜੀ ਇਹ ਜੋ ਸਭ ਤੁਸੀਂ ਦੱਸਿਆ ਹੈ, ਅੱਜ ਉਹ ਸਭ ਕਿੱਥੇ ਹੈ? ਉਹ ਸਭ ਕੁਝ ਇਤਿਹਾਸ ਦੀ ਬਹੁਤ ਹੀ ਮੰਦਭਾਗੀ ਘਟਨਾ ਦੀ ਭੇਟ ਚੜ ਗਿਆ। ਐਸੀ ਘਟਨਾ ਜਿਨੇ ਸਾਰਿਆਂ ਨੂੰ ਸ਼ਰਮਸਾਰ ਕਰ ਦਿੱਤਾ। 1947 ਦੀ ਭਾਰਤ ਪਾਕ ਲੜਾਈ।
असलम ते रहीम दोवें गहना दबण गए ने, हाले तक नहीं आए। मेरा दिल डरी जान डया है। ਉਹ ਤੁਸੀਂ ਫਿਕਰ ਕਿਉਂ ਕਰਦੇ ਜੇ, ਹੁਣੇ ਆ ਜਾਂਦੇ ਨੇ। करतार सिया, ओ भरा करतार सिया। की गल है नूरदीना, इस वेले सुख है? करतार सिया, लगता हुण इस पिंड विचों दाना पानी मुक गया है। हुण ये पिंड छड्ड के जाना पऊ। नूरदीना तू फिक्र क्यों करदा? करतार सौंदे हुंदे किसी की जरूरत नहीं, तुहाडी वाल भी कोई वेख जे। नहीं करतार सिया, हालात बहुत बिगड़ गए ने। मैं तो कदी सोचा नहीं सी कि हाकम एक मुल्क दे दो मुल्क बना देणगे। ਉਹ ਸਾਡੇ ਪਿਓ ਦਾਦੇ ਦੀਆਂ ਕਬਰਾਂ ਇਸ ਪਿੰਡ ਵਿੱਚ ਤੇ ਪਿੰਡ ਸਾਨੂੰ ਛੱਡ ਕੇ ਜਾਣਾ ਪਊ ਕਰਤਾਰ ਸਿਆ। ਨੂਰਦੀਨਾ ਸਾਡੇ ਪਿਓ ਦਾਦੇ ਸਦੀਆਂ ਤੋਂ ਇੱਥੇ ਵਸਦੇ ਆਏ ਨੇ। ਬੇੜਾ ਗਰਕ ਹੋਵੇ ਇਹਨਾਂ ਲੀਡਰਾਂ ਦਾ। ਇਹਨਾਂ ਦੇ ਭਾਸ਼ਣਾਂ ਨੇ ਐਸੇ ਲਾਂਬੂ ਲਾਏ ਨੇ ਕਿ ਭਰਾ ਦਾ ਵੈਰੀ ਹੋ ਗਿਆ ਹੈ। ਪਰ ਤੂੰ ਫਿਕਰ ਨਾ ਕਰ, ਇਹ ਰੌਲੇ ਗੋਲੇ 2-4 ਦਿਨਾਂ ਦੀ ਖੇਡ ਹੈ। ਠੰਡ ਠੰਡੋਰਾ ਹੋ ਜਾਏਗਾ ਛੇਤੀ। ਵਾਹਿਗੁਰੂ ਭਲੀ ਕਰੇਗਾ। ਕਰਤਾਰ ਸਿਆ, ਇਹ ਠੰਡ ਢੰਡੋਲਾ ਹੁੰਦਾ ਜਾਪਦਾ ਨਹੀਂ। ਹੁਣ ਤੇ ਬਸ ਜਾਣਾ ਹੀ ਪੈਣਾ ਹੈ। ਪਰ ਵੇਖੀ ਸਾਰਾ ਘਰ ਤੇਰੇ ਹਵਾਲੇ ਹੀ ਕਰਤਾਰ ਸਿਆ। ਬਸ ਮਾਲ ਡੰਗਰ ਦਾ ਧਿਆਨ ਰੱਖੀ, ਮਾਲ ਡੰਗਰ ਦਾ ਧਿਆਨ ਰੱਖੀ ਕਰਤਾਰ ਸਿਆ। ਵਾਹਿਗੁਰੂ ਭਲੀ ਕਰੇਗਾ। ਸਾਰੇ ਸੰਦੂਕ ਭਰੇ ਭਰਾ ਛੱਡ ਕੇ ਚੱਲੇ। ਡੰਗਰ ਬੱਚੇ ਦਾ ਧਿਆਨ ਰੱਖੀ, ਕਿਤੇ ਭੁੱਖਾ ਤੇ ਆਇਆ ਹੀ ਨਾ ਬੈਠਾ ਰਹਿ ਜਾਵੇ। ਮੇਰਾ ਚਰਖਾ ਜ਼ਰੂਰ ਆਪਣੇ ਚਰਖੇ ਦੇ ਕੋਲ ਢਾਈ। ਮੈਂ ਮੁੰਡਾਣੇ ਇਕੱਠੀਆਂ ਬੈਠ ਕੇ ਕੱਟਿਆ ਚੰਗੇ ਭਲੇ ਵਸਦੇ ਸਾਪਿਆਂ ਆ ਕੀ ਭਾਣਾ ਵਰਤ ਗਿਆ। ਮੈਂ ਤੇਰੇ ਘਰ ਦੀ ਤੇ ਤੇਰੇ ਸਮਾਨ ਦੀ ਆਪਣੀ ਜਾਨ ਤੋਂ ਵੱਧ ਰਾਖੀ ਕਰੂੰ। ਮੇਰੇ ਹੁੰਦਿਆਂ ਕਿਸੇ ਗੱਲ ਦਾ ਫਿਕਰ ਨਾ ਕਰੀ। ਮੇਰਾ ਤੇ ਤੇਰੇ ਬਗੈਰ ਜੀ ਨਹੀਂ ਲੱਗਣਾ। ਮੈਂ ਨਹੀਂ ਰਹਿਣਾ ਉੱਥੇ। ਤੁਸੀਂ ਮੁੜ ਜ਼ਰੂਰ ਆਇਓ ਜੀ। ਆ ਜਾਣਾ ਮੈਂ ਆ ਜਾਣਾ ਛੇਤੀ ਕਰਤਾਰ ਸਿਆ, ਆਇਓ। ਕਦੇ ਕਦੇ ਮੇਰੀ ਪੈਲੀ ਨੂੰ ਪਾਣੀ ਲਾ ਦਿਆ ਕਰੀ। ਚਲੋ ਭਾਈਜਾਨ ਚੱਲੀਏ। ਸਾਰੇ ਗਹਿਣੇ ਦੱਬ ਆਇਆ ਮੈਂ, ਕਿਸੇ ਨੂੰ ਪਤਾ ਨਹੀਂ ਚੱਲੇਗਾ। ਚੰਗੀ ਤਰ੍ਹਾਂ ਦੱਬ ਦਿੱਤੇ ਨਾ ਗਹਿਣੇ। ਹਾਂਜੀ ਭਾਈਜਾਨ। ਅਬੂ ਛੇਛੇ ਤੁਰੋ। ਹਾਂ ਚਲੋ ਨਾ ਕਰੋ। ਚਲੋ ਜਲਦੀ ਕਰੋ। ਨੂਰਦੀਨਾ ਤੁਹਾਨੂੰ ਸ਼ਰਨਾਰਥੀ ਕੈਂਪ ਤੱਕ ਮੈਂ ਆਪ ਛੱਡ ਕੇ ਆਉਣਾ। ਰਾਜ ਕੋਈ ਅਭੀ ਨਬੀ ਨਾ ਹੋ ਜੇ। ਅੰਮੀ ਜਾਨ ਹੁਣ ਆ ਜਾਓ ਹੁਣ। ਮਾਲ ਡੰਗਰ ਦਾ ਫਿਕਰ ਨਾ ਕਰੀ। आ जाओ जल्दी करो। जब हालात ठीक हो गए तो जल्दी मुड़ायो जी। मैं बड़िया रीझां नाल बनाया सी। ਇਹਦਾ ਖਿਆਲ ਰੱਖੀ। मैं आ जाने मैं उड़ाना। मैं आ जाने मैं नहीं रहना। मैं आ जाने। ਇਸ ਨੇ ਸਭ ਕੁਝ ਤਹਿਸ ਨਹਿਸ ਕਰਕੇ ਰੱਖ ਦਿੱਤਾ। ਕੋਈ ਸਿਰਫਿਰੇ ਫਿਰਕਾ ਪ੍ਰਸਤ ਉਹਨਾਂ ਦੀ ਜਾਨ ਦੇ ਵੈਰੀ ਬਣ ਗਏ। ਉਹਨਾਂ ਨੂੰ ਮਾਰਨ ਦੀਆਂ ਵਿਉਂਤਾਂ ਵੀ ਬਣਾਉਣ ਲੱਗੇ। ਇਸ ਕਾਰਨ ਉਹਨਾਂ ਨੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਕਮਰੇ ਵਿੱਚ ਸੁਰੱਖਿਅਤ ਰੱਖਣ ਲਈ ਡੱਕ ਦਿੱਤਾ। ਪਰ ਪ੍ਰੀਤਨਗਰ ਦੇ ਮੁਸਲਮਾਨ ਪਰਿਵਾਰਾਂ ਦੀ ਰੱਖਿਆ ਖੁਦ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰ ਅਤੇ ਕੁਝ ਪ੍ਰੀਤ ਸੈਨਿਕਾਂ ਨੇ ਕੀਤੀ। ਇਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਪ੍ਰੀਤਨਗਰ ਦੀ ਕਲੱਬ ਦੀ ਇਮਾਰਤ ਵਿੱਚ ਛੁਪਾ ਕੇ ਰੱਖਿਆ ਗਿਆ। ਪਰ ਇਹ ਥਾਂ ਬਹੁਤੀ ਸੁਰੱਖਿਅਤ ਨਾ ਹੋਣ ਕਰਕੇ ਪ੍ਰੀਤਨਗਰ ਦੇ ਇੱਕ ਸਿਰੇ ਤੇ ਬਣੀ ਕੋਠੀ
ਜੋ ਕਿ ਕਮਾਦ ਦੇ ਖੇਤਾਂ ਵਿੱਚ ਛੁਪੀ ਹੋਈ ਸੀ, ਉਸ ਵਿੱਚ ਲੁਕਾ ਕੇ ਰੱਖਿਆ ਗਿਆ ਤੇ ਉੱਥੇ ਹੀ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਰਿਹਾ। ਬਾਅਦ ਵਿੱਚ 23 ਅਗਸਤ ਦੀ ਰਾਤ ਗਿਆਨੀ ਜਸਵੰਤ ਸਿੰਘ, ਗੁਰਚਰਨ ਸਿੰਘ ਪ੍ਰੀਤ ਸਿਪਾਹੀ, ਕਰਤਾਰ ਸਿੰਘ ਦੋਸਤ, ਲక్ష్మణ ਸਿੰਘ ਲਾਂਗਰੀ ਜਿਹੇ ਸਿਰੜੀ ਪ੍ਰੀਤ ਸੈਨਿਕਾਂ ਨੇ ਇਹਨਾਂ ਪਰਿਵਾਰਾਂ ਦੇ ਮਰਦਾਂ ਨੂੰ ਪਾਕਿਸਤਾਨ ਦੀ ਹੱਦ ਅੰਦਰ ਛੱਡ ਕੇ ਆਏ ਤੇ ਫਿਰ ਕੋਈ 4 ਹਫ਼ਤਿਆਂ ਬਾਅਦ ਪਿੱਛੇ ਰਹਿ ਗਏ ਮੁਸਲਮਾਨ ਇਸਤਰੀਆਂ ਤੇ ਬੱਚਿਆਂ ਨੂੰ ਫੌਜੀ ਟਰੱਕਾਂ ਵਿੱਚ ਸਹੀ ਸਲਾਮਤ ਤੁਰਨ ਦੀ ਪ੍ਰਸੰਨਤਾ ਸਾਂਝ ਦੇ ਇਸ ਲੰਬੜਦਾਰ ਨੂੰ ਹੋਈ। ਪਰ ਪ੍ਰੀਤਨਗਰ ਜੋ ਇਸ ਸੁਪਨ ਸਾਜ ਦਾ ਸਵਰਗ ਰੂਪੀ ਪ੍ਰੀਤ ਦਾ ਸੁਪਨਾ ਸੀ, ਉਸ ਦੀਆਂ ਅੱਖਾਂ ਦੇ ਸਾਹਮਣੇ ਉੱਜੜ ਗਿਆ। ਤੇ ਇੱਕ ਵਾਰ ਸਮਾਂ ਉਹ ਵੀ ਆ ਗਿਆ ਜਦੋਂ ਇਸ ਸਵਰਗ ਨੂੰ ਵਸਾਉਣ ਵਾਲਾ ਖੁਦ ਆਪਣੇ ਪਰਿਵਾਰ ਅਤੇ ਸਾਥੀਆਂ ਸਣੇ ਉੱਜੜ ਗਿਆ। ਮਹਿੰਦਰ ਸਿੰਘ ਰੰਧਾਵਾ ਉਸ ਸਮੇਂ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ ਤੇ ਉੱਜੜ ਕੇ ਆਏ ਲੋਕਾਂ ਨੂੰ ਦਿੱਲੀ ਵਿੱਚ ਵਸਾਉਣ ਲਈ ਦਿਨ ਰਾਤ ਇੱਕ ਕਰ ਰਹੇ ਸਨ। ਉਹਨਾਂ ਦੀ ਸਹਾਇਤਾ ਨਾਲ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਚਲਾ ਗਿਆ। ਦਿੱਲੀ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੇ ਪ੍ਰੀਤ ਲੜੀ 1947 ਤੋਂ 49 ਤੱਕ ਪ੍ਰਕਾਸ਼ਿਤ ਕੀਤਾ। ਪਰ 2 ਸਾਲ ਦਿੱਲੀ ਰਹਿਣ ਉਪਰੰਤ ਜਦੋਂ ਉਹ ਵਾਪਸ ਪ੍ਰੀਤਨਗਰ ਪਰਤੇ, ਹੁਣ ਉੱਥੇ ਉਹ ਸਭ ਕੁਝ ਖਤਮ ਹੋ ਚੁੱਕਿਆ ਸੀ ਜੋ ਕਦੇ ਪ੍ਰੀਤਨਗਰ ਦੀ ਪਹਿਚਾਣ ਸੀ। ਹੁਣ ਪ੍ਰੀਤਨਗਰ ਉਹ ਪ੍ਰੀਤਨਗਰ ਨਹੀਂ ਰਿਹਾ ਸੀ ਜਿਸ ਨੂੰ ਉਹਨਾਂ ਨੇ ਵਸਾਇਆ ਸੀ। ਲੋਕ ਘਰਾਂ ਦੀਆਂ ਤਾਕੀਆਂ, ਬੂਹੇ, ਬਾਰੀਆਂ, ਇੱਥੋਂ ਤੱਕ ਕਿ ਇੱਟਾਂ ਵੀ ਲੁੱਟ ਕੇ ਲੈ ਗਏ ਸਨ। ਹੁਣ ਇੱਥੇ ਉਹ ਪ੍ਰੀਤਾਂ ਭਰੇ ਦਿਲ ਨਹੀਂ ਸਨ, ਉਹ ਮਰਜੀਵੜੇ ਲੋਕ ਨਹੀਂ ਸਨ, ਸਭ ਬੇਗਾਨੇ ਸਨ, ਸਭ ਕੁਝ ਉਪਰਾ ਸੀ। ਪ੍ਰੀਤਨਗਰ ਬਹੁਤ ਉਦਾਸ ਹੋ ਚੁੱਕਿਆ ਸੀ। ਭੂਗੋਲਿਕ ਦ੍ਰਿਸ਼ਟੀ ਤੋਂ ਖਾਲੀ ਪਿਆ ਰਕਬਾ ਜੋ ਪਹਿਲਾਂ 51 ਏਕੜ ਸੀ, ਹੁਣ ਵੱਧ ਕੇ 128 ਏਕੜ ਹੋ ਗਿਆ ਸੀ। ਪ੍ਰੀਤਨਗਰ ਦੇ ਸੰਸਥਾਪਕ ਨੂੰ ਹੁਣ ਪ੍ਰੀਤਨਗਰ ਆਪਣੇ ਸੁਪਨਿਆਂ ਦਾ ਖੰਡਰ ਪ੍ਰਤੀਤ ਹੋ ਰਿਹਾ ਸੀ। ਐਕਟੀਵਿਟੀ ਸਕੂਲ ਵਿੱਚ ਬੱਚਿਆਂ ਦੇ ਨੰਨੇ ਪੈਰਾਂ ਦੀ ਦੌੜ ਦੀ ਥਾਂ ਮਿਲਟਰੀ ਵਾਲਿਆਂ ਦੇ ਬੂਟਾਂ ਦੇ ਖੜਾਕ ਨੇ ਲੈ ਲਈ ਸੀ। आंधियों के इरादे तो अच्छे न थे, ये दिया कैसे जलता हुआ रह गया। पर इकास एक उम्मीद दा चिराग गुरबख्श सिंह होरां बुझण न दिता। दोबारा प्रीतनगर आके पंजाबी ते उर्दू विच प्रीत लड़ी पत्रिका जारी रखी ते नाल ही बाल संदेश नूं भी जारी रखिया। दिल्ली रहिंदियां प्रीत लड़ी विच शहीद आजम सरदार भगत सिंह दे साथी शिव वर्मा ने भी अपनी रचना दावत लिखी। प्रसिद्ध लिखारी दर्शन सिंह अवारा ने प्रीत लड़ी राही अपने दुख का प्रगटावा इस तरह किया। इस पवित्र भूमि ते नचिया गया अज मौत नाच, सिखी ये बंदे ने बंदे नूं जिबा करन दी जाच। इट इट चिणिया किला सावां दा चटपट टह गया, पेड़िए वांकर गवांडी गवांडी नूं ही पै गया। इसे तरह प्यारा सिंह सहराई ने
अपनी कलम राही एक आस प्रगटाई। जाग उठी है धरती साडी, जाग उठे आसमान, पिया वंगारे पुरातनता नूं हर गभरू हर जवान। प्रीतनगर विच दोबारा तो ਸਾਹਿਤਕਾਰਾਂ, कला प्रेमियां ते बुद्धिजीवियां दी आमद शुरू हो गई। पत्रिका प्रीत लड़ी दोबारा अपने फर्जां दे राह ते चल पिया। इस विच प्यारा सिंह सहराई, शिव कुमार बटालवी, दर्शन सिंह आवारा, करतार सिंह दुग्गल, संतोख सिंह तीर, दलीप कौर टिवाणा, बाबा बलवंत, संत सिंह सेखों, राम स्वरूप अणखी, SS मीशा, ज्ञानी गुरमुख सिंह मुसाफर, गुरदयाल सिंह फुल, गुरदयाल सिंह, वरियाम संधू जहे जाने माने ਸਾਹਿਤਕਾਰ प्रीत लड़ी च अपनी कलम की हाज़री लवाते रहे। फरवरी 1951 के अंक विच उगे कविशर करनैल सिंह पारस की रचना जट नूं बंदना छपी। तन है तू जग दिया अंधातिया, अठे पैर कम दे रंगां च नातिया, दिन रात रहिंदा तेरे सिर च कट्टा, बंदना है साडी तैनूं यमले जट्टा। इसे तरह मार्च 1951 के अंक विच तेरा सिंह चंद की रचना असी राखे अमन अमान दी छपी। असी राखे अमन अमान दे, असी होण नहीं देनी जंग, साडे डोले उगण बिजलियां, साडा लोहे वर्गा रंग, साडे हथ विच झंडा अमन दा, साडे पैर ने धरती संग, हुण टुटणी एक भी वीणियो नहीं शगना वाली वंग। प्रीत दे सुपने नूं सुरजीत करन विच रुझे होए प्रीत नगर विच तद उर्दू शायर कैफी आज़मी अते कातिल शिफाई दी भी आमद हुई। जुलाई 1964 के अंक विच पंडित जवाहरलाल नेहरू का विशेष आर्टिकल छपिया, मेरी प्रीत नगर यात्रा, ते इहदे नाल ही सुरिंदर कौर, अमरजीत गुरदासपुरी, हुकमचंद खलीली, जगदीश फरियादी वर्गियां उगियां हस्तियां प्रीतनगर आउंदियां रहियां। प्रीत मिलनियां फिर शुरू हो गईयां ते पंजाबी नाटक दे हुण बने बाबा बोल पाजी गुरशरण सिंह, जिन्हां दे परिवार दा प्रीतनगर नाल बड़ा पुराना रिश्ता सी, उन्हां ने भी इत्थे आके नाटक खेडे। इन्हां ही समयां विच जिन्हां लेखकां ने प्रीतनगर ते प्रीत लड़ी नाल निकट सांझ बनाई रखी, उन्हां विच शामिल हन सुखबीर सिंह, संतोख सिंह तीर, गुरदयाल सिंह, वरिंदर वालिया, बलराज सानी, अमरजीत गुरदासपुरी, सुरिंदर कौर, अमरजीत चंदन, प्रीतम बेली अते मुख्तार गिल। गुरतेज अपनी शर्ट किथे रखा है? ਉਹ ਭਾਜੀ ਬਾਹਰ ਮੈਂ ਨਹਾ ਗਿਆ ਬੱਬੀ ਤੇ ਗਰਮੀ ਬੜੀ ਲੱਗਣ ਦੀ। चल जे तू नहा लिया तो इदा करो मेकअप करवाओ, कॉस्ट्यूम पाओ सारे जने, परफॉर्मेंस का टाइम हो गया। चलो भाई बाकी दी कहानी बाकी दी कहानी तुहानू मैं ना फिर ग्रीन रूम च चल के सुनाना। तैयारी करी जाओ ते नाले नाल मैं कहानी सुनाई जाना। ठीक, चलो उठो। भाजी आप पग बलना है? हाँ हाँ बल छेती करो भी टाइम हो गया है। हाँ तू सिद्धार्थ आ रहा हाँ ते आ रख बेटा ते ले वीर हुण तैनूं मैं बाकी दी कहानी सारी सुणाउंगा। हां जी भाजी। सरदार गुरबख्श सिंह प्रीत लड़ी होरां दा साथ उन्हां दे परिवार ने भी दिता। उन्हां दे वड्डे बेटे नवतेज सिंह उस वेले वो पंजाबी ਸਾਹਿਤ ਦੇ ਵਿੱਚ एक कहानीकार ਦੇ तौर ਤੇ अपना एक विशेष स्थान रखते थे और उन्होंने फिर मुड़ के प्रीत लड़ी का जो जिम्मा से भी सामभ लिया। प्रीत लड़ी के उन्होंने एक बड़ा ही खूबसूरत कालम होंदा सीगा, मेरी धरती मेरे लोग। वो शब्द आ रहा मेरी धरती मेरे लोग दे विच वो जिहड़ियां रोजाना जिंदगी दे विच लोकां दे दुख सुख जुड़े हुए सीगे, वो जिहड़े अनुभव सीगे नवतेज होरी वो आवाम दे नाल साझे करदे सीगे। ते उन्हां दे छोटे बेटे हिरदेपाल होरी ਆਪਾਂ ਨੂੰ ਮਿਲੇ ਸੀ ਨਾ ਬਾਹਰ ਹੁਣੇ ਆਉਂਦੇ ਨੇ। ਉਹ ਹਿਰਦੇਪਾਲ ਹੋਰਾਂ ਨੇ ਬਾਲ ਸੰਦੇਸ਼ ਜਿਹੜਾ ਮੈਗਜ਼ੀਨ ਸੀ ਬੱਚਿਆਂ ਦਾ, ਉਹਦੀ ਸੰਪਾਦਨਾ ਦਾ ਕੰਮ ਉਹਨਾਂ ਨੇ ਸੰਭਿਆ। ਪ੍ਰੀਤਨਗਰ 'ਚ ਜੋ ਕੁਝ ਲੋੜ ਸੀ ਲੋਕਾਂ ਦੀ, ਉਹਨੂੰ ਸੋਚ ਕੇ ਇੱਥੇ ਸਾਰੇ ਉਹਦੇ ਲਈ ਉਦਮ ਕੀਤੇ ਗਏ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਐਵਰਗਲੈਂਡ ਲਾਈਟਰੀਜ਼
फिर ਉਹਦੇ ਬਾਅਦ ਨਹਾਉਣ ਦਾ ਇੰਤਜ਼ਾਮ, ਉਹਦੇ ਬਾਅਦ ਫਿਰ ਹੋਰ ਲੋੜਾਂ ਜਿਹੜੀਆਂ ਨੇ ਕੱਪੜੇ ਦੀਆਂ, ਜੁੱਤੀਆਂ ਦੀਆਂ, ਆਪਣੇ ਸਾਰਾ ਕੁਝ ਇੱਥੇ ਘਰ ਦੀ ਸਜਾਵਟ ਦੀਆਂ ਸਾਰੀਆਂ ਚੀਜ਼ਾਂ ਇੱਥੇ ਪੈਦਾ ਕੀਤੀਆਂ ਗਈਆਂ। ਪ੍ਰੀਤਨਗਰੀ ਜਦੋਂ ਪ੍ਰੀਤਨਗਰੀ ਦਾ ਸਾਹਿਤ ਜਿਹੜਾ ਹੈ, ਪ੍ਰੀਤਨਗਰ ਦਾ ਸਾਹਿਤ ਜਿਹੜਾ ਲੋਕਾਂ ਨੇ ਪੜ੍ਹਨਾ ਸ਼ੁਰੂ ਕੀਤਾ, ਉਹਦੀ ਵੱਡੀ ਸੰਗਠੀ ਹੋ ਗਈ। ਅੱਜ ਕਿਤਾਬ ਅਕਸਰ ਪੰਜਾਬੀ 'ਚ 200-250 ਛਪਦੀ ਹੈ, ਲੇਕਿਨ ਉਸ ਵੇਲੇ ਜਦੋਂ ਕਿ ਪੰਜਾਬੀ ਨੂੰ ਕਿਸੇ ਥਾਂ ਨਹੀਂ ਸੀ ਮਿਲੀ ਹੋਈ, ਉਦੋਂ ਸਾਡੀ 1000 ਕਿਤਾਬ ਛਪਦੀ ਸੀ। ਔਰ ਇਹਦੇ ਲਈ ਉਹਨੂੰ ਪ੍ਰੀਤਨਗਰ ਛਾਪ ਜਿਹੜੀ ਹੈ ਲਾਹੌਰ ਖੋਲ੍ਹੀ ਗਈ 3 ਈਸਵੀ ਰੋਡ 'ਤੇ। ਔਰ ਉਹਦੇ ਲਈ ਜਦੋਂ ਇੰਚਾਰਜ ਜਿਹੜੇ ਨੇ ਪੰਜਾਬੀ ਦੇ ਪਿੱਛੋਂ ਜਾ ਕੇ ਬਹੁਤ ਵੱਡੇ ਲਿਖਤ, ਖਾਸ ਰਸ ਲਿਖਤ ਪਿਆਰਾ ਸਿੰਘ ਦਾਤਾ ਵੀ ਉਹ ਉੱਥੇ ਰਹੇ। ਔਰ ਉਹਦੇ 'ਚ ਔਰ ਪ੍ਰੀਤਨਗਰ ਛਾਪ ਦੀ ਇਹ ਦੇਣ ਹੈ ਕਿ ਉਹਨਾਂ ਨੇ ਜਿੰਨੇ ਲੇਖਕ ਉਦੋਂ ਜਿਨ੍ਹਾਂ ਨੂੰ ਕੋਈ ਛਾਪਣ ਦੀ ਬਹੁਤ ਥਾਂ ਨਹੀਂ ਸੀ ਮਿਲਦੀ, ਪ੍ਰੀਤਨਗਰ ਛਾਪ ਨੇ ਉਹਨਾਂ ਨੂੰ ਛਾਪਿਆ। ਔਰ ਇਹਦੇ ਨਾਲੋਂ ਵੀ ਵੱਡੀ ਗੱਲ ਇਹ ਹੈ ਕਿ ਅੱਜ ਦੇ ਬੜੇ ਉਰਦੂ ਜਗਤ ਦੇ ਅਸੀਮ ਸ਼ਾਇਰ ਮੰਨੇ ਜਾਂਦੇ ਸ਼ਾਇਰ ਲੁਧਿਆਣਵੀ, ਉਹਦੀ ਜਿਹੜੀ ਪਹਿਲੀ ਕਿਤਾਬ ਹੈ ਤਲਖੀਆਂ, ਉਹ ਪ੍ਰੀਤਨਗਰ ਛਾਪ ਨੇ ਛਾਪੀ। ਔਰ ਉਹਦੇ ਨਾਲੋਂ ਵੀ ਵੱਡੀ ਤਰਾਸਦੀ ਹੈ ਕਿ ਜਦੋਂ ਪਾਕਿਸਤਾਨ ਬਣਿਆ ਉਹ ਚਲੇ ਗਏ ਸਨ ਲਾਹੌਰ ਅਤੇ ਸੜਕ ਤੋਂ ਲੰਘ ਰਹੇ ਸਨ ਨਿਸਬਤ ਰੋਡ 'ਤੇ, ਜਦੋਂ ਸਾਡੀ ਦੁਕਾਨ ਲੁੱਟੀ ਗਈ ਹੋਈ ਸੀ, ਉਹਦੀ ਜਿਹੜੀਆਂ ਕਿਤਾਬਾਂ ਲੁੱਟੀਆਂ ਗਈਆਂ ਸਨ ਅਤੇ ਉਹਨਾਂ ਦਾ ਐਕਸਪਾਇਰ ਹੋ ਜਾ ਅਤੇ ਉਹ ਉਹਨਾਂ ਦੀ ਆਪਣੀ ਕਿਤਾਬ ਸੀ। ਔਰ ਉਹਦੇ ਬਾਅਦ ਇੱਕ ਪ੍ਰੀਤਨਗਰ ਨੇ ਕਿਉਂਕਿ ਬੜਾ ਸਾਹਿਤ ਪੈਦਾ ਕੀਤਾ, ਬੜਾ ਲੋਕਾਂ ਦੀਆਂ ਕਿਤਾਬਾਂ ਛਾਪੀਆਂ। ਜਿਹੜਾ ਪ੍ਰੀਤਨਗਰ ਦੇ ਆਸ਼ੇ ਨਾਲ ਜੁੜਿਆ ਲੇਖਕ ਸੀ, ਉਹਨੂੰ ਪ੍ਰੀਤਨਗਰ ਨੇ ਛਾਪ ਨੇ ਪ੍ਰਕਾਸ਼ਿਤ ਕੀਤਾ। ਨਵਤੇਜ ਹੁਰਾਂ ਦੇ ਪ੍ਰੀਤਨਗਰ ਬਾਰੇ ਸੁਪਨਿਆਂ ਦੇ ਵਿੱਚ ਜਜ਼ਬਾ ਹੀ ਇੰਨਾ ਸੀ ਕਿ ਪ੍ਰੀਤਨਗਰ ਮੁੜ ਪੱਬਾਂ ਭਾਰ ਹੋਣਾ ਸ਼ੁਰੂ ਹੋ ਗਿਆ। ਪ੍ਰੀਤ ਮਿਲਣੀਆਂ ਹੋਣੀਆਂ ਫਿਰ ਸ਼ੁਰੂ ਹੋ ਗਈਆਂ। ਫਿਰ ਇੱਥੇ ਆਪਣੇ ਚਿੱਤਰਕਾਰ ਗੁਰਦਿਆਲ ਸਿੰਘ ਮਲਿਕ ਵਰਗੇ ਕਲਾਕਾਰ ਉਹ ਪ੍ਰੀਤਨਗਰ ਆਉਣੇ ਸ਼ੁਰੂ ਹੋ ਗਏ। ਔਰ ਇੱਥੇ ਹੀ ਸੰਤ ਸਿੰਘ ਸੇਖੋਂ ਹੋਰਾਂ ਨੇ ਆਪਣੀ ਸ਼ਾਹਕਾਰ ਰਚਨਾ ਜਿਹੜੀ ਮੋਇਆ ਸਾਰਨਾ ਕਾਈ, ਉਹ ਇੱਥੇ ਰਹਿ ਕੇ ਲਿਖਿਆ। ਆਪਣੇ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਯਾਨੀ ਇਪਟਾ ਨੇ ਤੇਰਾ ਸਿੰਘ ਚੰਨ ਹੋਰਾਂ ਦੀ ਅਗਵਾਈ ਦੇ ਵਿੱਚ ਪ੍ਰੀਤਨਗਰ ਦੇ ਮੰਚ ਨੂੰ ਮੁੜ ਸੁਰਜੀਤ ਕਰ ਦਿੱਤਾ। ਜੀ ਹਾਂ, ਤੇਰਾ ਸਿੰਘ ਚੰਨ ਹੋਰਾਂ ਦੇ ਬਹੁਤ ਹੀ ਖੂਬਸੂਰਤ ਨਾਟ ਉਪੇਰੇ ਜਿਹੜੇ ਕਿ ਅਮਰ ਪੰਜਾਬ, ਲੱਕੜ ਦੀ ਲੱਤ ਤੇ ਡਾਕਟਰ ਪੈਠਾ ਵਰਗੇ ਨਾਟਕਾਂ ਦੀ ਰਚਨਾ ਵੀ ਉਹਨਾਂ ਨੇ ਕੀਤੀ। ਹੋਰ ਤੇ ਹੋਰ ਜੋਗਿੰਦਰ ਬਾਹਲਾ ਹੋਰਾਂ ਦਾ ਬੜਾ ਹੀ ਇੱਕ ਖਾਸ ਨਾਟ ਉਪੇਰਾ ਹੈ ਹਾੜੀਆਂ ਸੋਹਣੀਆਂ। ਹਾੜੀਆਂ ਸੋਹਣੀਆਂ ਵੀ ਇੱਥੇ ਖੇਡਿਆ ਗਿਆ ਸੀ। ਧਰਤੀ ਦੀ ਕੁੱਖ ਵਿੱਚ ਦਾਣਾ ਦਾਣਾ ਪੀਤਾ, ਨਿਤ ਨਿਤ ਦਿਨੇ ਆਊਗਾ। ਹਾੜੀਏ ਨੀ ਸੋਹਣੀ ਸੁਹਾਗੇ ਦੀਆਂ ਫਾਟਾਂ ਦੇ ਲਾ, ਸੁਹਾਗੇ ਦੀਆਂ ਫਾਟਾਂ ਦੇ ਲਾ। ਕਣਕਾਂ ਨੂੰ ਵੱਢੀਏ ਕਾਗੇ ਤੇ ਉਗਾਈਏ ਨੀ, ਕਣਕਾਂ ਨੂੰ ਵੱਢੀਏ ਕਾਗੇ ਤੇ ਉਗਾਈਏ ਨੀ। ਬੋਲ ਲੱਗੇ ਪੀੜਾ ਵਿੱਚ ਆ, ਬੋਲ ਲੱਗੇ ਪੀੜਾ ਵਿੱਚ ਆ। ਹਾੜੀਏ ਨੀ ਸੋਹਣੀਏ ਨੱਚੇ ਫਿਰ ਸੀਨੇ ਅੱਜ ਜਾ, ਨੱਚੇ ਫਿਰ ਸੀਨੇ ਅੱਜ ਜਾ, ਨੱਚੇ ਫਿਰ ਸੀਨੇ ਅੱਜ ਜਾ, ਨੱਚੇ ਫਿਰ ਸੀਨੇ ਅੱਜ ਜਾ। ਜਾਗ ਵਜੱਟਾ ਜਾਗ, ਜਾਗ ਵਜੱਟਾ ਜਾਗ, ਆਗੇ ਓਯੋ ਨਾਥ,
ਸਮੇਂ ਦੇ ਦੌਰਾਨ ਕਲਾ ਤੇ ਸਾਹਿਤ ਦੇ ਨਾਲ-ਨਾਲ ਪ੍ਰੀਤਨਗਰ ਦਾ ਰਿਸ਼ਤਾ ਸਰਗਰਮ ਸਿਆਸਤ ਦੇ ਨਾਲ ਪਹਿਲੋਂ ਨਾਲੋਂ ਸਾਫ਼ ਤੇ ਸਪਸ਼ਟ ਬਣਿਆ। ਕਮਿਊਨਿਸਟ ਆਗੂ ਜਗਜੀਤ ਸਿੰਘ ਆਨੰਦ ਜਿਹੜੇ ਕਿ ਲਿਖਾਰੀ ਵੀ ਸਨ, ਉਹ ਨਵਤੇਜ ਹੁਰਾਂ ਦੇ ਗੂੜੇ ਮਿੱਤਰ ਵੀ ਸੀ ਤੇ ਨਵਤੇਜ ਹੁਰੀ ਤੇ ਜਗਜੀਤ ਸਿੰਘ ਆਨੰਦ ਹੁਰੀ ਇੱਕੋ ਪਾਰਟੀ ਵਿੱਚ ਵੀ ਸਨ। ਭੈਣ ਉਰਮਲਾ ਹੁਰੀ ਵੀ ਉਹ ਖੱਬੇ ਪੱਖੀ ਵਿਚਾਰਾਂ ਦੇ ਧਾਰਨੀ ਸੀਗੇ ਤੇ ਉਹਨਾਂ ਦੇ ਨਾਲ ਵਿਆਹ ਤੋਂ ਬਾਅਦ ਆਨੰਦ ਹੁਰੀ ਇਸ ਘਰ ਦੇ ਜਵਾਈ ਬਣੇ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਬੇਸ਼ੱਕ ਕਿਸੇ ਸਿਆਸੀ ਪਾਰਟੀ ਦੇ ਕੋਈ ਪੱਕੇ ਤੌਰ ਤੇ ਮੈਂਬਰ ਤਾਂ ਨਹੀਂ ਸਨ, ਪਰ ਫਿਰ ਵੀ ਮੁਲਕ ਦੇ ਵਰਤਮਾਨ ਹਾਲਾਤ ਦੇ ਬਾਰੇ 'ਚ ਆਪਣੇ ਪੁੱਤਰ ਤੇ ਆਪਣੇ ਜਵਾਈ ਦੇ ਨਾਲ ਅਕਸਰ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। ਬਾਜੀ ਦਾ ਪਰਦਾ ਵੇਖੋ, ਠੀਕ ਆ? ਹਾਂ ਠੀਕ ਹੈ, ਥੋੜਾ ਜਿਹਾ ਹਾਂ। ਤੇ ਵਿਰਕ ਮੈਂ ਕਹਿ ਰਿਹਾ ਸੀ ਕਿ ਪ੍ਰੀਤਨਗਰ ਦੀਆਂ ਸਰਗਰਮੀਆਂ ਤੇ ਪ੍ਰੀਤਲੜੀ ਦੀ ਮਕਬੂਲੀਅਤ ਨੂੰ ਆਪਣੇ ਪਹਿਲਾਂ ਵਾਲੇ ਮਕਾਮ ਵੱਲ ਪਹੁੰਚਦਿਆਂ ਵੇਖ ਕੇ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੀਆਂ ਖੁਸ਼ੀਆਂ ਵੀ ਪਰਤ ਰਹੀਆਂ ਸਨ। ਪਰ 20 ਅਗਸਤ 1977 ਨੂੰ ਆਸਾਂ ਦੀ ਇਸ ਚਮਕ ਦੇ ਨਾਲ ਹੀ ਉਹਨਾਂ ਨੇ ਸੰਸਾਰ ਤੋਂ ਆਪਣੀਆਂ ਅੱਖਾਂ ਵੀ ਮੀਚੀਆਂ। ਨਵਤੇਜ ਹੁਰਾਂ ਨੇ ਇਸ ਸਾਰੇ ਦਾਰੋ ਮਦਾਰ ਦਾ ਭਾਰ ਆਪਣੇ ਮੋਢਿਆਂ ਤੇ ਸੰਭਾਲ ਲਿਆ। ਫੇਰ ਤੋਂ ਸੱਜਣਾ ਤੇ ਸਿਰਜਣਾ ਦੇ ਵਿੱਚ ਪ੍ਰੀਤਨਗਰ ਦੇ ਵਿੱਚ ਵਾਧਾ ਹੋਣ ਲੱਗ ਪਿਆ ਤੇ ਪ੍ਰੀਤਨਗਰ ਦੇ ਵਿੱਚ ਰਚੇ ਜਾ ਰਹੇ ਉੱਚ ਪਾਏ ਦੇ ਸਾਹਿਤ ਵਿੱਚ ਉਸ ਵੇਲੇ ਹੋਰ ਵਾਧਾ ਹੋ ਗਿਆ ਜਦੋਂ ਇੱਥੇ ਪੱਕੇ ਤੌਰ ਤੇ ਟਿਕਾਣਾ ਕਰ ਲਿਆ ਮੁਖਤਾਰ ਗਿੱਲ ਹੋਰਾਂ ਨੇ। ਪ੍ਰੀਤਨਗਰ ਦਰਅਸਲ ਇੱਕ ਇਹੋ ਜਿਹਾ ਸੁਪਨਾ ਹੈ ਜਿਹੜਾ ਇਸ ਧਰਤੀ ਤੇ ਬਿਲਕੁਲ ਬਕਾਇਦਗੀ ਨਾਲ ਇਹ ਸਲਾਮਤ ਰਿਹਾ ਵੀ ਤੇ ਉਹ ਸਲਾਮਤ ਰਹਿਣ ਵਿੱਚ ਜੋ ਪੰਜਾਬੀ ਨਾਲ ਸੰਬੰਧਿਤ ਕੋਈ ਵੀ ਬੰਦਾ ਕਿਉਂ ਨਹੀਂ ਹੈ ਉਹ ਪ੍ਰੀਤਨਗਰ ਤੋਂ ਆਪਣੇ ਆਪ ਨੂੰ ਲਾਂਭੇ ਨਹੀਂ ਕਰ ਸਕਦਾ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਵਰਸਾਇਆ ਹੋਇਆ ਨਗਰ ਪ੍ਰੀਤਨਗਰ, ਮੈਂ ਇਸ ਨੂੰ ਇੱਕ ਪਿੰਡ ਕਸਬਾ ਜਾਂ ਨਗਰ ਹੀ ਨਹੀਂ ਸਮਝਦਾ, ਮੈਂ ਇਸ ਨੂੰ ਦੇਵਤਿਆਂ ਦੀ ਧਰਤੀ ਆਖਦਾ ਹਾਂ, ਦੇਵਤਿਆਂ ਜਿਹੇ ਲੇਖਕਾਂ ਦੀ ਧਰਤੀ। ਮੈਂ ਉਹ ਸਮਾਂ ਤਾਂ ਨਹੀਂ ਦੇਖਿਆ ਕਿਉਂਕਿ ਮੇਰੀ ਉਮਰ ਛੋਟੀ ਏ, ਇਹ ਮੇਰੇ ਪ੍ਰਵਾਨ ਚੜ੍ਹਨ ਤੋਂ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਉੱਥੇ ਪ੍ਰੀਤਨਗਰ ਵਿੱਚ ਬਲਰਾਜ ਸਾਨੀ, ਬਲਵੰਤ ਗਾਰਗੀ, ਨਾਨਕ ਸਿੰਘ, ਸੋਭਾ ਸਿੰਘ, ਅਚਲਾ ਸਚਦੇਵ ਵਰਗੇ ਜਿਹੜੇ ਨਾਮੀ ਲੇਖਕ ਕਲਾਕਾਰ ਵਿਚਰਦੇ ਸਨ ਤੇ ਜਿਹੜੇ ਉੱਥੇ ਆਪਣੀਆਂ ਸਰਗਰਮੀਆਂ, ਸਾਹਿਤਕ ਸਰਗਰਮੀਆਂ, ਰੰਗਮੰਚੀ ਸਰਗਰਮੀਆਂ ਸਾਰੀਆਂ ਉੱਥੋਂ ਚਲਾਉਂਦੇ ਸਨ। ਉਹ ਦੌਰ ਪੰਜਾਬੀ ਸਾਹਿਤ ਔਰ ਰੰਗਮੰਚ ਦੇ ਇਤਿਹਾਸ ਦਾ ਸੁਨਹਿਰੀ ਦੌਰ ਹੈ ਮੇਰੀ ਨਜ਼ਰ 'ਚ ਤੇ ਮੈਂ ਆਪਣੀ ਉਮਰ ਦੇ ਲੇਖਕਾਂ ਨੂੰ ਇਹ ਸੁਝਾਅ ਜ਼ਰੂਰ ਦਿਆਂਗਾ ਕਿ ਤੁਸੀਂ ਵੀ ਕਦੀ ਪ੍ਰੀਤਨਗਰ ਜਾ ਕੇ ਵੇਖੋ। ਜਦੋਂ ਮੈਂ ਜਾਂਦਾ ਵਾਂ ਮੈਨੂੰ ਤਾਂ ਉੱਥੋਂ ਦੀਆਂ ਹਵਾਵਾਂ ਵਿੱਚ ਗੀਤ ਲਰਜ਼ਦੇ ਨਜ਼ਰ ਆਉਂਦੇ ਨੇ, ਉੱਥੋਂ ਦੇ ਖੇਤ ਬਾਤਾਂ ਪਾਉਂਦੇ ਨਜ਼ਰ ਆਉਂਦੇ ਨੇ, ਉੱਥੋਂ ਦੇ ਰੁੱਖ ਕਹਾਣੀਆਂ ਕਹਿੰਦੇ ਨਜ਼ਰ ਆਉਂਦੇ ਨੇ। ਜਦੋਂ ਮੈਂ ਉਸ ਤਲਾਬ ਕੋਲੋਂ ਲੰਘਦਾ ਵਾਂ, ਸੁੱਕੇ ਤਲਾਬ ਕੋਲੋਂ, ਜਿੱਥੇ ਕਦੀ ਬਲਵੰਤ ਗਾਰਗੀ ਨੇ ਲੋਹਾ ਕੁੱਟ ਵਰਗਾ ਨਾਟਕ ਖੇਡਿਆ ਤੇ ਹੋਰ ਵੀ ਬਹੁਤ ਸਾਰੇ ਨਾਟਕ ਖੇਡੇ, ਮੈਨੂੰ ਅੱਜ ਵੀ ਲੱਗਦਾ ਹੈ ਕਿ ਹੁਣੇ ਹੀ ਇੱਥੇ ਬਲਵੰਤ ਗਾਰਗੀ ਆਏਗਾ, ਹੁਣੇ ਹੀ ਇੱਥੇ ਸਰਦਾਰ ਗੁਰਬਖਸ਼ ਸਿੰਘ ਨਾਟਕਾਂ ਦੇ ਵਿੱਚ ਰੋਲ ਕਰ ਰਹੇ ਹੋਣਗੇ, ਹੁਣੇ ਹੀ ਇੱਥੇ ਇਹਨਾਂ ਪਿਆਂ ਤੇ ਇਹਨਾਂ ਸੜਕਾਂ ਤੇ ਨਾਨਕ ਸਿੰਘ ਵਰਗੀ ਕੋਈ ਰੱਬੀ ਰੂਹ ਮਿਲੇਗੀ, ਬਲਰਾਜ ਸਾਨੀ ਮਿਲੇਗਾ ਤੇ ਮੈਂ ਇਸ ਸਾਰੇ ਮਾਹੌਲ ਦੇ ਵਿੱਚ ਸਰਸ਼ਾਰ ਹੋ ਜਾਂਦਾ ਵਾਂ। ਮੈਂ ਆਪਣੀ ਉਮਰ ਦੇ ਲੇਖਕਾਂ ਨੂੰ ਇਹ ਸੁਝਾਅ ਜ਼ਰੂਰ ਦਿਆਂਗਾ ਕਿ ਇੱਕ ਵਾਰ ਜ਼ਿੰਦਗੀ 'ਚ ਪ੍ਰੀਤਨਗਰ ਦਾ ਦੌਰਾ ਜ਼ਰੂਰ ਕਰੋ। ਪ੍ਰੀਤਨਗਰ ਮੇਰੀ ਨਜ਼ਰ ਵਿੱਚ ਲੇਖਕਾਂ ਲਈ ਮੱਕੇ ਮਦੀਨੇ ਨਾਲੋਂ ਘੱਟ ਨਹੀਂ। ਸਾਡੇ ਉਪ ਮਹਾਦੀਪ ਦੇ ਉਸ ਸਮੇਂ ਦੇ ਸਭ ਤੋਂ ਵੱਡੇ ਸ਼ਾਇਰ ਫੈਜ਼ ਅਹਿਮਦ ਫੈਜ਼ ਪਾਕਿਸਤਾਨ ਤੋਂ ਮਿਲੇ ਦੇਸ਼ ਨਿਕਾਲੇ ਦੇ ਸਾਲਾਂ ਵਿੱਚ ਪ੍ਰੀਤਨਗਰ ਦੇ ਸੰਸਥਾਪਕ ਦੀ ਪਹਿਲੀ ਬਰਸੀ ਸਮੇਂ
20 ਅਗਸਤ 1978 ਨੂੰ ਉਚੇਚੇ ਆਏ। ਬੜੀ ਮੁਸ਼ਕਲ ਨਾਲ ਵਾਪਸ ਆਏ ਰੌਣਕ ਮੇਲੇ ਤੇ ਖੁਸ਼ੀਆਂ ਹੰਡਾ ਰਹੇ ਪ੍ਰੀਤਨਗਰ ਨੂੰ ਇਸ ਗੱਲ ਦਾ ਉੱਕਾ ਹੀ ਪਤਾ ਨਹੀਂ ਸੀ ਕਿ ਇਹਦੇ ਹਿੱਸੇ ਅਜੇ ਇੱਕ ਹੋਰ ਸਦਮਾ ਚੱਲਣਾ ਬਾਕੀ ਹੈ। ਸਦਮਾ? ਹਾਂ, ਸੌਣ ਜਾਗਣ ਖਾਣ ਪੀਣ ਦੀ ਪਰਵਾਹ ਨਾ ਕਰਦਾ ਹੋਇਆ ਜੋਸ਼ੋ ਖਰੋਸ਼ ਨਾਲ ਭਰਿਆ ਹੋਇਆ ਨਵਤੇਜ ਜਦੋਂ ਕੈਂਸਰ ਦੀ ਬਿਮਾਰੀ ਨੇ ਦੇਸ਼ ਪਰਦੇਸਾਂ ਦੀਆਂ ਉਡਾਰੀਆਂ ਤੋਂ ਹਟ ਕੇ ਬਿਸਤਰ ਤੇ ਲੈ ਆਂਦਾ ਤੇ ਉਹ 12 ਅਗਸਤ 1981 ਨੂੰ ਇਹ ਭਰਿਆ ਮੇਲਾ ਛੱਡ ਕੇ ਤੁਰ ਗਏ। ਯਾਨੀ ਕਿ ਪ੍ਰੀਤਨਗਰ ਦੇ ਪਿੰਡੇ ਤੇ ਇੱਕ ਹੋਰ ਜ਼ਖਮ? ਹਾਂ, ਵੱਡੇ ਨਿਸ਼ਾਨੇ ਲੈ ਕੇ ਤੁਰਿਆਂ ਨੂੰ ਸਦਮੇ ਵੀ ਵੱਡੇ ਹੀ ਚੱਲਣੇ ਪੈਂਦੇ ਨੇ, ਪਰ ਸ਼ਾਇਦ ਇਸ ਪਰਿਵਾਰ ਨੂੰ ਗੁੜਤੀ ਹੀ ਸਿਰੜ ਤੇ ਉਦਮ ਦੀ ਹੈ। ਪ੍ਰੀਤ ਲੜੀ ਨੂੰ ਨਵਤੇਜ ਦੇ ਬੇਟੇ ਸੁਮੀਤ ਨੇ ਸੰਭਾਲ ਲਿਆ ਤੇ ਉਹਨੇ ਇਹ ਸਾਬਤ ਵੀ ਕਰ ਦਿੱਤਾ ਕਿ ਉਹਦੇ ਮੋਢਿਆਂ ਦੇ ਵਿੱਚ ਇਸ ਜ਼ਿੰਮੇਵਾਰੀ ਨੂੰ ਚੁੱਕਣ ਦੀ ਤਾਕਤ ਵੀ ਹੈ। ਭਾਜੀ ਮੇਰਾ ਤਾਂ ਖਿਆਲ ਹੈ ਪ੍ਰੀਤ ਲੜੀ ਅੱਜ ਕੱਲ ਚੰਡੀਗੜ੍ਹ ਤੋਂ ਛਪਦਾ ਹੈ। ਹਾਂ, ਪਰ ਪ੍ਰੀਤ ਲੜੀ ਦਾ ਨਾਤਾ ਪ੍ਰੀਤਨਗਰ ਨਾਲ ਟੁੱਟਿਆ ਨਹੀਂ। ਇਹ ਪੱਤਰਕਾਰ ਦੀ ਪ੍ਰਕਾਸ਼ਨਾ ਅਜੇ ਵੀ ਇੱਥੇ ਹੀ ਹੁੰਦੀ ਹੈ। ਹਾਂ, ਇਹ ਸੱਚ ਹੈ ਕਿ ਸੁਮੀਤ ਤੋਂ ਬਾਅਦ ਇਸ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਚੰਡੀਗੜ੍ਹ ਤੋਂ ਪੂਨਮ ਨੇ ਸੰਭਾਲ ਲਈ। ਸੁਮੀਤ ਤੋਂ ਬਾਅਦ? ਮਤਲਬ ਸੁਮੀਤ ਵੀ? ਹਾਂ, ਪੰਜਾਬ ਵਿੱਚ ਚੁੱਲੀ ਦੂਜੀ ਕਾਲੀ ਹਨੇਰੀ ਨੇ ਉਹਨੂੰ ਸਾਡੇ ਤੋਂ ਹਮੇਸ਼ਾ ਲਈ ਖੋਹ ਲਿਆ। ਉਹਦਾ ਬੇਬਾਕੀ ਨਾਲ ਸੱਚ ਨੂੰ ਸੱਚ ਕਹਿਣਾ, ਸਹੀ ਨੂੰ ਸਹੀ ਕਹਿਣਾ, ਝੂਠ ਨੂੰ ਨਿੰਦਣਾ, ਗਲਤ ਨੂੰ ਭੰਡਣਾ ਦਹਿਸ਼ਤਗਰਦਾਂ ਦੇ ਕੋਲੋਂ ਬਰਦਾਸ਼ਤ ਨਾ ਹੋਇਆ। ਇੱਥੇ ਨੇੜੇ ਹੀ 22 ਫਰਵਰੀ 1984 ਨੂੰ ਲੋਪੋਕੇ ਚੌਂਕ ਵਿੱਚ ਭਟਕਣ ਨੂੰ ਲਹਿਰ ਦਾ ਨਾਂ ਦੇਣ ਵਾਲਿਆਂ ਦੇ ਹੱਥੋਂ ਉਹ ਸ਼ਹੀਦ ਹੋ ਗਿਆ। ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਂ ਜਦੋਂ ਗਿਆ ਤੇ ਉਦੋਂ ਉਹ ਆਪਣਾ ਖੇਤੀ ਦੇ ਕੰਮ 'ਚ ਰੁੱਝਿਆ ਸੀ। ਮੈਂ ਕਿਹਾ ਕਿ ਸਮੀਤ ਕੀ ਗੱਲ ਹੈ ਅੱਜ ਇੱਧਰ ਲੱਗਾ ਹੈ? ਤੇ ਉਹ ਕਹਿਣ ਲੱਗਾ ਵੀ ਜਦੋਂ ਪ੍ਰੀਤ ਲੜੀ ਜਿਹੜੀ ਹੈ ਨਹੀਂ ਨਿਕਲਦੀ ਨਹੀਂ ਗਈ ਤੇ ਉਦੋਂ ਮਨ ਦੇ ਵਿੱਚ ਬੜੀ ਉਦਾਸੀ, ਬੜਾ ਵਿਸ਼ਾਦ ਆਉਂਦਾ ਹੈ ਤੇ ਉਦੋਂ ਫਿਰ ਮੈਂ ਖੇਤੀਬਾੜੀ ਵਾਲਾ ਕੰਮ ਕਰਨ ਲੱਗ ਪੈਂਦਾ ਹੈ ਤਾਂ ਕਿ ਮਨ ਜਿਹੜਾ ਇੱਧਰ ਉੱਧਰ ਜਾਵੇ। ਉਹਨਾਂ ਦਿਨਾਂ ਦੀ ਯਾਦ ਮੇਰੇ ਲਈ ਬੜੀ ਕੀਮਤੀ ਹੈ ਔਰ ਉਦੋਂ ਹੀ ਉਦਾਸ ਕਰਦੇ ਬਣੀ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਸੇ ਥਾਂ ਦੇ ਉੱਤੇ ਸਮੀਤ ਦਾ ਅੱਤਵਾਦੀਆਂ ਵੱਲੋਂ ਕਤਲ ਹੋਇਆ। ਮਤਲਬ ਪ੍ਰੀਤ ਦੇ ਸੁਨੇਹੇ ਤੇ ਨਫ਼ਰਤ ਦੇ ਬੱਦਲ ਹਮੇਸ਼ਾ ਮਿਟਰਾਉਂਦੇ ਰਹੇ। ਹਾਂ, ਪਰ ਸੱਚ ਦੀ ਆਵਾਜ਼ ਹਾਲਾਤ ਦੇ ਸਿਰ ਤੇ ਨਹੀਂ, ਇਰਾਦਿਆਂ ਦੇ ਸਿਰ ਤੇ ਜ਼ਿੰਦਾ ਰਹਿੰਦੀ ਹੈ ਤੇ ਗੁਰਬਖਸ਼ ਸਿੰਘ ਦਾ ਸੁਨੇਹਾ ਉਹ ਤਾਂ ਅੱਜ ਵੀ ਜ਼ਿੰਦਾ ਹੈ। ਇੱਥੇ ਪ੍ਰੀਤਨਗਰ ਦੇ ਰੂਪ ਵਿੱਚ, ਐਸ ਫਾਊਂਡੇਸ਼ਨ ਦੇ ਰੂਪ ਵਿੱਚ, ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਦੇ ਰੂਪ ਸੁਪਨਿਆਂ ਦੀ ਧਰਤੀ ਇਹ ਹੈ, ਸੁਪਨਿਆਂ ਦੀ ਧਰਤੀ, ਸੁਪਨਿਆਂ ਦੀ ਧਰਤੀ ਇਹ ਹੈ, ਸੁਪਨਿਆਂ ਦੀ ਧਰਤੀ। ਇੱਕ ਸੁਪਨ ਸਾਜ਼ ਜੋ ਸੁਪਨਾ ਬੀਜੇ ਆਪਣੀ ਰੀਝ ਦਾ, ਆਪਣੀ ਰੀਝ ਦਾ, ਹਾਂ ਆਪਣੀ ਰੀਝ ਦਾ, ਆਪਣੀ ਰੀਝ ਦਾ, ਹਾਂ ਆਪਣੀ ਰੀਝ ਦਾ। ਲੋਕੀ ਬੀਜਣ ਫਸਲਾਂ ਤੇ ਸੁਪਨੇ ਬੀਜਦਾ, ਸੁਪਨੇ ਬੀਜਦਾ, ਹਾਂ ਸੁਪਨੇ ਬੀਜਦਾ।
ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਸੁਪਨਿਆਂ ਦੀ ਧਰਤੀ, ਇਹ ਹੈ ਸੁਪਨਿਆਂ ਦੀ ਧਰਤੀ। ਪੰਜਾਬ ਤੱਕ ਕੀ ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹੀ ਜਗ੍ਹਾ ਹੋਵੇ ਜਿੱਥੇ ਇੰਨਾ ਚਿੰਤਨ, ਇੰਨੀ ਸਿਰਜਣਾ ਕੀਤੀ ਗਈ ਹੋਵੇ। ਮੈਂ ਮੰਚ ਰੰਗ ਮੰਚ ਵੱਲੋਂ ਔਰ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ। ਦੋਸਤੋ, ਅੱਜ ਦਾ ਇਹ ਵਿਸ਼ੇਸ਼ ਨਾਟਕ ਜਿਹੜਾ ਅਸੀਂ ਤੁਹਾਡੇ ਸਾਹਮਣੇ, ਅਸੀਂ ਕਿ ਹਾਲਾਂਕਿ ਹਰ ਬੁੱਧਵਾਰ ਨੂੰ ਅਸੀਂ ਇੱਥੇ ਵਿਸ਼ੇਸ਼ ਤੌਰ ਤੇ ਅਲੱਗ-ਅਲੱਗ ਅੰਦਾਜ਼ ਦੇ ਵਿੱਚ ਪੰਜਾਬੀ ਰੰਗਮੰਚ ਦੀਆਂ ਅਲੱਗ-ਅਲੱਗ ਨਾਟਕ ਮੰਡਲੀਆਂ ਪੂਰੇ ਪੰਜਾਬ ਦੇ ਵਿੱਚੋਂ ਲੈ ਕੇ ਇੱਥੇ ਆਉਂਦੇ ਹਾਂ, ਪਰ ਅੱਜ ਦਾ ਜਿਹੜਾ ਨਾਟਕ ਹੈ ਇਹ ਅਸੀਂ ਵਿਸ਼ੇਸ਼ ਤੌਰ ਤੇ ਸਾਡਾ ਜਿਹੜਾ ਪ੍ਰੋਜੈਕਟ ਹੈ ਸਾਡੇ ਮੰਚ ਰੰਗਮੰਚ ਥੀਏਟਰ ਗਰੁੱਪ ਦਾ, ਜਿਹੜਾ ਕਿ ਫੋਰਡ ਫਾਊਂਡੇਸ਼ਨ ਨੇ ਮੇਰੀ ਨਿਰਦੇਸ਼ਨਾ ਦੇ ਹੇਠ ਪਿਛਲੇ 2 ਸਾਲਾਂ ਤੋਂ ਇੱਥੇ ਦਿੱਤਾ ਹੋਇਆ। ਔਰ ਉਹ ਮੰਚ ਰੰਗਮੰਚ ਵੱਲੋਂ ਪਿਛਲੇ ਸਾਲ ਵੀ ਅਸੀਂ ਇੱਥੇ ਨਾਟਕ ਵੀ ਕੀਤੇ, ਸੈਮੀਨਾਰ ਵੀ ਕੀਤੇ, ਅਸੀਂ ਥੀਏਟਰ ਵਰਕਸ਼ਾਪਾਂ ਵੀ ਕੀਤੀਆਂ। ਇੱਕ ਡਾਕੂਮੈਂਟਰੀ ਫਿਲਮ ਜਿਹੜੀ ਪ੍ਰੀਤਨਗਰ ਦੇ ਉੱਤੇ ਬਣਾਈ ਜਾ ਰਹੀ ਹੈ। ਡਾਕੂਮੈਂਟਰੀ ਫਿਲਮਾਂ ਤਾਂ ਬਹੁਤ ਬਣਦੀਆਂ ਨੇ। ਮੈਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਨੂੰ ਦੱਸਣਾ ਚਾਹਾਂਗਾ ਕਿ ਸਾਡੀ ਡਾਕੂਮੈਂਟਰੀ ਫਿਲਮ ਜਿਹੜੀ ਹੈ ਇਹ ਪ੍ਰੀਤਨਗਰ ਦੀ ਜਿਹੜੀ ਲਿਟਰੇਰੀ ਹਿਸਟਰੀ ਹੈ ਅਸੀਂ ਉਹਨੂੰ ਆਧਾਰ ਬਣਾ ਕੇ ਕਰਦੇ ਪਏ ਹਾਂ। ਸਿਰ ਦਿੱਤੀਆਂ ਬਾਜਣਾ ਇਸ਼ਕ ਪੱਕੇ ਇਹ ਨਹੀਂ ਸੁਖਲੀਆਂ ਯਾਰੀਆਂ ਨੇ ਉਹਦੇ ਜ਼ਖਮ ਨਾ ਹਸ਼ਰ ਤੱਕ ਰਾਜ਼ੀ ਜਿੰਨਾ ਲੱਗੀਆਂ ਪ੍ਰੇਮ ਕਟਾਰੀਆਂ ਨੇ, ਜਿੰਨਾ ਲੱਗੀਆਂ ਪ੍ਰੇਮ ਕਟਾਰੀਆਂ ਨੇ। मशाला बाल के चलना जदों तक रात बाकी है, संभल के हर कदम रखना जदों तक रात बाकी है। मशाला बाल के चलना जदों तक रात बाकी है, संभल के हर कदम रखना जदों तक रात बाकी है। मशाला बाल के चलना, मशाला बाल के चलना। जागो जागो नवयुग गीतो, नवयुग रहा
जागो जागो वे लोगो जागो आइया, जागो जागो वे लोगो जागो आइया, जागो जागो वे लोगो जागो आइया, जागो जागो वे लोगो जागो आइया। सुपनियां दी धरती, ये है सुपनियां दी धरती।